ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਪ੍ਰਤਾਪ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ। ਤੇ ਕੱਲ ਬਈ ਪੰਜਾਬ ਐਕਸਾਈਜ਼ ਇੰਸਪੈਕਟਰ ਤੇ ਇਸ ਤੋਂ ਇਲਾਵਾ ਹੋਰ ਜਿਹੜੇ ਪੰਜਾਬ ਦੇ ਆਉਣ ਵਾਲੇ ਐਗਜ਼ਾਮ ਹੈਗੇ ਆ PSSB ਵਾਲੇ ਹੈ ਨਾ, ਉਹਨਾਂ ਦਾ ਸਿਲੇਬਸ ਇਸ਼ੂ ਹੋਇਆ। ਤੇ ਉਸ ਸਿਲੇਬਸ ਦੇ ਵਿੱਚ ਇੱਕ ਤਾਂ ਸਪੋਰਟਸ ਤੇ ਇੱਕ ਆਪਣਾ ਜਿਹੜਾ ਹੈਗਾ ਆ ਸਿਨੇਮਾ ਐਂਡ ਲਿਟਰੇਚਰ, ਇਹ ਦੋ ਟੌਪਿਕ ਹੈ ਜਿਹੜੇ ਸਪੈਸ਼ਲ ਮੈਂਸ਼ਨ ਕਰੇ ਹੋਏ ਆ, ਠੀਕ ਹੈ ਨਾ। ਤਾਂ ਉਹ ਆਪਾਂ ਨੇ ਕਰਨੇ ਆ ਬਈ। ਅੱਜ ਤੋਂ ਆਪਣੀ ਸਪੋਰਟਸ ਦੀ ਕਲਾਸਾਂ ਸ਼ੁਰੂ ਨੇ। ਜਦੋਂ ਸਪੋਰਟਸ ਹੋ ਜਾਏਗਾ ਉਸ ਤੋਂ ਬਾਅਦ ਫਿਰ ਆਪਾਂ ਨੇ ਸਿਨੇਮਾ ਐਂਡ ਲਿਟਰੇਚਰ ਹੈ ਜਿਹੜਾ ਉਹ ਵੀ ਕਰਨਾ ਹੈ, ਠੀਕ ਹੈ। ਤਾਂ ਚੈਨਲ ਦੇ ਨਾਲ ਕਹਿਣ ਦਾ ਮਤਲਬ ਹੈ ਤੁਸੀਂ ਚੈਨਲ ਦੇ ਨਾਲ ਜੁੜੇ ਰਹਿਣਾ ਹੈ ਤੇ ਸਾਰਾ ਸਿਲੇਬਸ ਤੁਹਾਨੂੰ ਇੱਥੇ ਹੋ ਜਾਊਗਾ। ਬਾਕੀ ਆਪਣਾ ਪੇਡ ਕੋਰਸ ਵੀ ਚੱਲਦਾ ਹੈ ਐਂਡਰੋਇਡ ਐਪ ਦੇ ਵਿੱਚ, ਹੈ ਨਾ। ਪ੍ਰਤਾਪ ਅਕੈਡਮੀ ਐਗਜ਼ਾਮ ਕੀ ਐਂਡਰੋਇਡ ਐਪ ਹੈਗੀ ਹੈ, ਉਹ ਤੁਸੀਂ ਡਾਊਨਲੋਡ ਕਰ ਲਿਓ। ਉੱਥੇ ਦੇ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ, ਠੀਕ ਹੈ। ਕੰਪਲੀਟ ਜਿਹੜੇ ਬੈਚ ਹੈਗੇ ਆ, ਕੰਪਲੀਟ ਕੋਰਸ ਉਹ ਤੁਹਾਨੂੰ ਉੱਥੋਂ ਮਿਲ ਜਾਣਗੇ, ਠੀਕ ਹੈ। ਤੇ ਅੱਜ ਤੋਂ ਆਪਣੀ ਸਪੋਰਟਸ ਦੀ ਕਲਾਸਾਂ ਸ਼ੁਰੂ ਨੇ। ਸਪੋਰਟਸ ਦੇ ਵਿੱਚ ਕਿਸ ਹਿਸਾਬ ਦਾ ਕੁਐਸਚਨ ਆ ਸਕਦਾ ਹੈ, ਪਹਿਲੀ ਗੱਲ ਤਾਂ ਇਹੀ ਹੈ ਨਾ। ਦੇਖੋ, ਸਪੋਰਟਸ ਦੇ ਵਿੱਚ ਜਿਹੜਾ ਕੁਐਸਚਨ ਮੇਜਰ ਮੋਟੇ ਤੌਰ ਤੇ ਜੇ ਦੇਖੀਏ ਨਾ, ਆਉਣ ਦੇ ਚਾਂਸ ਹੁੰਦੇ ਆ ਪਿਛਲਾ ਜਿਹੜਾ ਕਰੰਟ ਅਫੇਅਰ ਰਿਹਾ, ਕਰੰਟ ਇਸ਼ੂ ਰਹੇ ਆ ਸਪੋਰਟਸ ਤੇ, ਉਹਨਾਂ ਦੇ ਵਿੱਚ, ਹੈ ਨਾ। ਬਟ ਉਹ ਵੀ ਤੁਹਾਨੂੰ ਜਦ ਸਮਝ ਆਣਗੇ ਜਦ ਤੁਹਾਨੂੰ ਥੋੜਾ ਬਹੁਤਾ ਸਪੋਰਟਸ ਬਾਰੇ ਨੌਲੇਜ ਹੋਊਗੀ, ਹੈ ਨਾ। ਕਿਉਂਕਿ ਹਰ ਇੱਕ ਗੇਮ ਦੀ ਇੱਕ ਹਿਸਟਰੀ ਹੁੰਦੀ ਹੈ, ਹਰ ਇੱਕ ਟੂਰਨਾਮੈਂਟ ਦੀ ਇੱਕ ਪ੍ਰੋਪਰ ਹਿਸਟਰੀ ਹੁੰਦੀ ਹੈ। ਐਦਾਂ ਰੱਟਾ ਲਾ ਕੇ ਕੋਈ ਫਾਇਦਾ ਨਹੀਂ, ਠੀਕ ਹੈ। ਪਹਿਲਾਂ ਤੁਸੀਂ ਬੇਸ ਆਪਣਾ ਕਲੀਅਰ ਕਰੋ ਸਪੋਰਟਸ ਦੇ ਵਿੱਚ, ਫਿਰ ਤੁਹਾਨੂੰ ਕਰੰਟ ਅਫੇਅਰ ਈਜ਼ੀਲੀ ਸਮਝ ਆਣਗੇ, ਠੀਕ ਹੈ। ਤਾਂ ਆਪਾਂ ਦੋਨਾਂ ਨੂੰ ਕੰਬਾਈਨ ਕਰਕੇ ਪੜ੍ਹਨਾ ਹੈ। ਆਪਾਂ ਨੇ ਹਿਸਟਰੀ ਵੀ ਪੜ੍ਹਨੀ ਹੈ, ਜਿਵੇਂ ਅੱਜ ਦਾ ਆਪਣਾ ਟੌਪਿਕ ਹੈਗਾ ਓਲੰਪਿਕ। ਆਪਾਂ ਓਲੰਪਿਕ ਦੀ ਹਿਸਟਰੀ ਵੀ ਪੜਾਂਗੇ, ਓਲੰਪਿਕ ਬਾਰੇ ਪੂਰੀ ਡਿਟੇਲ ਵੀ ਪੜਾਂਗੇ। ਇੰਡੀਆ ਦਾ ਕੀ ਰੋਲ ਰਿਹਾ ਓਲੰਪਿਕ ਦੇ ਵਿੱਚ, ਹੈ ਨਾ, ਕਿੰਨੇ ਕੁ ਮੈਡਲ ਆਪਣੀ ਹਿਸਟਰੀ ਦੇ ਵਿੱਚ ਆਏ ਆ, ਉਹ ਸਾਰਾ ਪੜ੍ਹ ਕੇ ਤੇ ਐਟ ਪ੍ਰੈਜ਼ੈਂਟ ਜਿਹੜਾ ਮਤਲਬ ਲਾਸਟ ਓਲੰਪਿਕ ਹੋਇਆ ਹੈ ਨਾ 2021 ਦੇ ਵਿੱਚ, ਉਹਦੇ ਵੀ ਕਰੰਟ ਅਫੇਅਰ ਸਾਰੇ ਕਰਾਂਗੇ। ਯਾਨੀ ਕਿ ਆਪਣਾ ਓਲੰਪਿਕ ਵਾਲਾ ਟੌਪਿਕ ਅੱਜ ਆਪਣਾ ਕਵਰ ਹੋ ਜਾਊਗਾ, ਠੀਕ ਹੈ ਜੀ। ਅੱਜ ਦਾ ਆਪਣਾ ਟੌਪਿਕ ਹੈਗਾ ਓਲੰਪਿਕ, ਇਹ ਸ਼ੁਰੂ ਕਰਾਂਗੇ ਆਪਾਂ। ਅੱਜ ਆਪਣੀ ਸਪੋਰਟਸ ਦੀ ਪਹਿਲੀ ਵੀਡੀਓ ਹੈ ਤੇ ਕੰਟੀਨਿਊਸ ਮਤਲਬ ਲਗਾਤਾਰ ਤੁਹਾਨੂੰ ਸਪੋਰਟਸ ਦੀ ਵੀਡੀਓ ਮਿਲਣਗੀ ਜਦੋਂ ਤੱਕ ਇਹ ਟੌਪਿਕ ਆਪਣਾ ਨਹੀਂ ਕਵਰ ਹੋ ਜਾਂਦਾ, ਠੀਕ ਹੈ। ਗੈਪ ਨਹੀਂ ਪਾਊਗਾ ਵਿੱਚ, ਠੀਕ ਹੈ। ਬਸ ਤੁਸੀਂ ਆਪਣੀ ਤਿਆਰੀ ਹੈ ਜਿਹੜੀ ਵਧੀਆ ਤਰੀਕੇ ਨਾਲ ਕਰਦੇ ਰਹਿਣਾ, ਠੀਕ ਹੈ। ਤਾਂ ਇਹਦੇ ਚ ਓਲੰਪਿਕ ਦੇ ਵਿੱਚ ਬਈ ਸਪੋਰਟਸ ਦੇ ਵਿੱਚ ਆਪਣਾ ਪਹਿਲਾ ਟੌਪਿਕ ਹੈਗਾ ਓਲੰਪਿਕ। ਓਲੰਪਿਕ ਬਾਰੇ ਬੇਸਿਕ ਜੀ ਗੱਲਾਂ, ਬੇਸਿਕ ਜੀ ਜਿਹੜੇ ਪੁਆਇੰਟ ਹੈਗੇ ਆ ਉਹ ਆਪਾਂ ਦੇਖ ਲੈਂਦੇ ਆ। ਬਾਕੀ ਡਿਟੇਲ ਆਪਾਂ ਵੀਡੀਓ ਦੇ ਬਾਅਦ ਚ ਕਰਾਂਗੇ। ਪਹਿਲਾਂ ਤੁਸੀਂ ਓਲੰਪਿਕ ਬਾਰੇ ਆਹ ਦੋ ਪੁਆਇੰਟ ਦੇਖੋ। ਤੁਸੀਂ ਜ਼ਰੂਰ ਸੁਣਿਆ ਹੋਣਾ ਓਲੰਪਿਕ ਬਾਰੇ ਇਹ ਵਰਡ ਸਮਰ ਓਲੰਪਿਕ, ਠੀਕ ਹੈ ਨਾ। ਇੱਕ ਤੁਸੀਂ ਸੁਣਿਆ ਹੋਣਾ ਵਿੰਟਰ ਓਲੰਪਿਕ, ਹੈ ਨਾ। ਦੇਖੋ ਬਈ, ਪਹਿਲਾਂ ਜਿਹੜੇ ਓਲੰਪਿਕ ਹੁੰਦੇ ਸਟਾਰਟ ਹੋਏ ਸੀ ਉਹ ਸਮਰ ਓਲੰਪਿਕ ਹੀ ਸੀ, ਠੀਕ ਹੈ। ਉਹ ਸਾਰੇ ਸਮਰ ਓਲੰਪਿਕ ਹੀ ਸੀ। ਇਹ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੁੰਦਾ ਹੈ। ਬਟ ਬਾਅਦ ਦੇ ਵਿੱਚ ਕੁਝ ਗੇਮਾਂ ਅਜਿਹੀ ਸੀਗੀ ਵੀ ਜਿਨ੍ਹਾਂ ਨੂੰ ਖੇਡਣ ਵਾਸਤੇ, ਹੈ ਨਾ, ਸਪੈਸ਼ਲ ਮਤਲਬ ਇੱਕ ਤੁਸੀਂ ਕਹੋ ਕਿ ਬਰਫ਼ ਹੁੰਦੀ ਹੈ ਜਿਹੜੀ, ਹੈ ਨਾ, ਉਹਨਾਂ ਦੀ ਜ਼ਰੂਰਤ ਹੁੰਦੀ ਹੈ। ਇੱਕ ਮਤਲਬ ਅਜਿਹੀ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ ਜਿੱਥੇ ਬਰਫ਼ ਹੀ ਬਰਫ਼ ਹੋਵੇ, ਠੀਕ ਹੈ। ਕੁਝ ਗੇਮ ਜਿਵੇਂ ਸਕੇਟਿੰਗ ਹੋ ਗਿਆ ਜਾਂ ਫਿਰ ਆਈਸ ਹਾਕੀ ਹੋ ਗਿਆ, ਹੈ ਨਾ। ਤਾਂ ਬਾਅਦ ਦੇ ਵਿੱਚ ਉਹਨਾਂ ਗੇਮਾਂ ਵਾਸਤੇ ਬਾਅਦ ਦੇ ਵਿੱਚ ਕੀ ਹੈ, ਇੱਕ ਅਲੱਗ ਤੋਂ ਓਲੰਪਿਕ ਸਟਾਰਟ ਕਰਿਆ ਗਿਆ, ਉਹਨੂੰ ਵਿੰਟਰ ਓਲੰਪਿਕ ਕਹਿੰਦੇ ਆ। ਪਰ ਮੇਨ ਜਿਹੜਾ ਸਭ ਤੋਂ ਜ਼ਿਆਦਾ ਤੁਸੀਂ ਸਮਝੋ ਕਿ ਸਭ ਤੋਂ ਜ਼ਿਆਦਾ ਜਿਹਦਾ ਰੋਲਾ ਹੁੰਦਾ ਹੈ ਨਾ, ਸਭ ਤੋਂ ਜ਼ਿਆਦਾ ਜਿਹਦਾ ਰੋਲਾ ਹੁੰਦਾ ਉਹ ਸਮਰ ਓਲੰਪਿਕ ਹੁੰਦਾ ਹੈ। ਇਹ ਸਮਰ ਓਲੰਪਿਕ ਸਭ ਤੋਂ ਪਹਿਲਾਂ ਸ਼ੁਰੂ ਹੋਏ ਸੀ, ਬਾਅਦ ਚ ਵਿੰਟਰ ਓਲੰਪਿਕ ਹੋਏ ਆ। ਇੱਕ ਤਾਂ ਇਹ ਵਰਡ ਆਪਣੇ ਮਾਈਂਡ 'ਚ ਕਲੀਅਰ ਰੱਖੋ। ਦੋਨੇ 4-4 ਸਾਲ ਬਾਅਦ ਹੁੰਦੇ ਆ। ਜਿਵੇਂ ਸਮਰ ਓਲੰਪਿਕ ਹੈ, ਸਮਰ ਓਲੰਪਿਕ ਜਿਵੇਂ ਪਹਿਲਾਂ 2012 ਚ ਹੋਈ ਸੀ, ਫਿਰ 4 ਸਾਲ ਬਾਅਦ 2016, ਠੀਕ ਹੈ। 2016 ਤੋਂ ਬਾਅਦ 2020 ਦੇ ਵਿੱਚ ਹੋਣੇ ਸੀ, ਬਟ 2021 ਦੇ ਵਿੱਚ ਉਹ ਹੋਏ ਆ ਕਿਉਂਕਿ ਉਹ ਕਰੋਨਾ ਸੀਗਾ ਉਸ ਟਾਈਮ, ਠੀਕ ਹੈ ਨਾ। 2020 ਚ ਉਹ ਨਹੀਂ ਹੋਏ। ਐਦਾਂ ਹੀ ਵਿੰਟਰ ਓਲੰਪਿਕ ਚੱਲ ਰਹੇ ਆ ਬਈ। ਵਿੰਟਰ ਓਲੰਪਿਕ ਜਿਵੇਂ ਪਹਿਲਾਂ 2010 ਚ ਹੋਏ ਸੀ, ਫਿਰ 4 ਸਾਲ ਬਾਅਦ 2014 ਦੇ ਵਿੱਚ ਹੋਏ ਆ, ਫਿਰ 2018 ਦੇ ਵਿੱਚ ਹੋਏ ਆ, ਤੇ ਹੁਣ 2022 ਦੇ ਵਿੱਚ ਉਹ ਹੋਣਗੇ। ਤਾਂ 4-4 ਸਾਲ ਦਾ ਗੈਪ ਹੈ ਬਸ। ਇਹਨਾਂ ਦੇ ਵਿੱਚ ਆਪਸ ਦੇ ਵਿੱਚ 2-2 ਸਾਲ ਦਾ ਗੈਪ ਹੁੰਦਾ ਸਮਰ ਤੇ ਵਿੰਟਰ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਇੱਕ ਵਰਡ ਤੁਸੀਂ ਹੋਰ ਸੁਣਿਆ ਹੋਣਾ ਅੱਜ ਕੱਲ, ਪੈਰਾਲੰਪਿਕ, PARALYMPIK, ਪੈਰਾਲੰਪਿਕ, ਠੀਕ ਹੈ। ਪੈਰਾਲੰਪਿਕ ਕੀ ਹੁੰਦਾ ਹੈ? ਪੈਰਾਲੰਪਿਕ ਹੁੰਦਾ ਹੈ ਬਈ ਜਿਹੜੇ ਦਿਵਿਆਂਗ ਖਿਡਾਰੀ ਹੁੰਦੇ ਆ, ਹੈ ਨਾ, ਜਿਨ੍ਹਾਂ ਦਾ ਸਰੀਰ ਸਾਥ ਨਹੀਂ ਦਿੰਦਾ ਬਟ ਉਹਨਾਂ ਦਾ ਹੌਸਲਾ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਸ ਦੇ ਅੱਗੇ ਸਭ ਕੁਝ ਫੇਲ ਹੋ ਜਾਂਦਾ ਹੈ ਨਾ। ਤਾਂ ਉਹ ਉਹਨਾਂ ਖਿਡਾਰੀਆਂ ਵਾਸਤੇ ਪੈਰਾਲੰਪਿਕ ਹੈ ਜਿਹੜੇ ਉਹ ਸ਼ੁਰੂ ਕਰੇ ਗਏ ਸੀ ਬਹੁਤ ਬਾਅਦ ਦੇ ਵਿੱਚ, ਠੀਕ ਹੈ। ਸੈਕੰਡ ਵਰਲਡ ਵਾਰ ਤੋਂ ਬਾਅਦ ਸ਼ੁਰੂ ਹੋਏ ਸੀ ਇਹ 1960 ਦੇ ਵਿੱਚ। ਪੈਰਾਲੰਪਿਕ ਜਿਹੜੇ ਅਪਾਹਿਜ ਖਿਡਾਰੀ ਹੁੰਦੇ ਆ, ਠੀਕ ਹੈ, ਉਹਨਾਂ ਵਾਸਤੇ ਇਹ ਪੈਰਾਲੰਪਿਕ ਸ਼ੁਰੂ ਹੋਏ ਸੀ। ਤਾਂ ਜਦੋਂ ਸਮਰ ਓਲੰਪਿਕ ਹੋ ਜਾਂਦਾ ਹੈ ਨਾ, ਉਸ ਤੋਂ ਤੁਰੰਤ ਬਾਅਦ ਉਸੇ ਸਥਾਨ ਤੇ ਜਿਵੇਂ ਸਮਰ ਓਲੰਪਿਕ 2020 ਵਾਲਾ ਸਮਰ ਓਲੰਪਿਕ ਹੋਇਆ ਸੀ ਟੋਕੀਓ ਦੇ ਵਿੱਚ, ਜਾਪਾਨ ਦੇ ਵਿੱਚ, ਠੀਕ ਹੈ ਜੀ, ਟੋਕੀਓ। ਜਦੋਂ ਨਾਰਮਲ ਖਿਡਾਰੀਆਂ ਨੇ ਪਾਰਟਿਸਿਪੇਟ ਕਰ ਲਿਆ, ਸਮਰ ਓਲੰਪਿਕ ਖਤਮ ਹੋ ਗਿਆ, ਉਸ ਤੋਂ ਤੁਰੰਤ ਬਾਅਦ ਉੱਥੇ ਟੋਕੀਓ ਦੇ ਵਿੱਚ ਹੀ ਪੈਰਾਲੰਪਿਕ ਸ਼ੁਰੂ ਹੋ ਗਿਆ, ਸਮਰ ਪੈਰਾਲੰਪਿਕ। ਐਦਾਂ ਹੀ ਜਦੋਂ ਵਿੰਟਰ ਓਲੰਪਿਕ ਖਤਮ ਹੁੰਦਾ ਹੈ, ਵਿੰਟਰ ਓਲੰਪਿਕ ਖਤਮ ਹੋਣ ਤੋਂ ਬਾਅਦ ਤੁਰੰਤ ਵਿੰਟਰ ਪੈਰਾਲੰਪਿਕ ਸ਼ੁਰੂ ਹੋ ਜਾਂਦਾ ਹੈ। ਸਮਝੋ ਗੱਲ। ਪੈਰਾਲੰਪਿਕ ਹੁੰਦਾ ਹੈ ਜਿਹੜੇ ਦਿਵਿਆਂਗ ਖਿਡਾਰੀ ਹੁੰਦੇ ਆ, ਪੈਰਾ ਐਥਲੀਟਸ ਵਗੈਰਾ ਹੁੰਦੇ ਆ, ਉਹਨਾਂ ਵਾਸਤੇ ਹੁੰਦਾ ਹੈ। ਸੇਮ ਜਦੋਂ ਸਮਰ ਓਲੰਪਿਕ ਜਾਂ ਵਿੰਟਰ ਓਲੰਪਿਕ ਖਤਮ ਹੁੰਦਾ ਹੈ ਨਾ ਨਾਰਮਲ ਖਿਡਾਰੀਆਂ ਵਾਲਾ, ਉਸ ਤੋਂ ਤੁਰੰਤ ਬਾਅਦ ਉਹ ਸ਼ੁਰੂ ਹੋ ਜਾਂਦਾ ਹੈ ਉੱਥੇ ਹੀ।
ਤਾਂ ਇਹ 3 ਵਰਡ ਤੁਹਾਨੂੰ ਅੱਗੇ ਮਿਲਣਗੇ, ਸਮਰ 올림픽, ਵਿੰਟਰ 올림픽 ਤੇ ਪੈਰਾ 올림픽। ਯਾਦ ਰੱਖਣਾ ਹੈ ਬਈ ਸਾਰਿਆਂ ਨੇ, ਠੀਕ ਹੈ। ਤਾਂ ਇਹ ਸੀਗਾ ਬਈ 올림픽 ਕਿੱਦਾਂ ਦੇ ਹੁੰਦੇ ਆ। ਬਾਕੀ ਇਹਨਾਂ ਦੀ ਹੁਣ ਡਿਟੇਲ ਆਪਾਂ ਪੜਾਂਗੇ। ਉਸ ਤੋਂ ਪਹਿਲਾਂ ਇਹ ਕੋਈ ਕੁਐਰੀ ਆ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ। ਬਾਕੀ ਇਹਦੀ PDF ਜਿਹੜੀ ਵੀਡੀਓ ਅੱਜ ਆਪਾਂ ਕਰਾਂਗੇ ਸਪੋਰਟਸ ਵਾਲੀ, ਇਹਦੀ PDF ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜੂਗੀ, ਉਹ ਜੁਆਇਨ ਕਰ ਲਓ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਉਹਦਾ, ਠੀਕ ਹੈ। ਬਾਕੀ ਕੋਈ ਵੀ ਕੋਰਸ ਤੁਸੀਂ ਪਰਚੇਸ ਕਰਦੇ ਹੋ ਆਪਣੇ ਪ੍ਰਤਾਪ ਅਕੈਡਮੀ ਐਂਡਰੋਇਡ ਐਪ ਤੋਂ, ਤਾਂ ਇਹ ਕੋਡ ਯੂਜ਼ ਕਰ ਲਿਆ ਕਰੋ Ankit67 ਦੇ ਨਾਂ ਤੋਂ, ਤੁਹਾਨੂੰ 20% ਆਫ ਮਿਲ ਜੂਗਾ। ਬਾਕੀ ਹਰ ਇੱਕ ਕੋਰਸ ਉੱਥੇ ਚੱਲਿਆ ਹੋਇਆ ਆਲਰੇਡੀ, ਠੀਕ ਹੈ ਜੀ। ਟੈਕਸੇਸ਼ਨ ਵਾਲਾ ਜੇ ਤੁਸੀਂ ਕੱਲਾ ਟੈਕਸੇਸ਼ਨ ਪੋਰਟਸ ਹੈ ਜਿਹੜਾ ਚਾਹੁੰਦੇ ਹੋ, ਇਕਨੋਮਿਕਸ ਵਾਲਾ ਉਹ ਵੀ ਮਿਲ ਜੂਗਾ, ਤੇ ਇਸ ਤੋਂ ਇਲਾਵਾ ਕੰਬਾਈਨ ਚਾਹੁੰਦੇ ਹੋ ਕੰਬਾਈਨ ਵੀ ਮਿਲ ਜੂਗਾ, ਠੀਕ ਹੈ। ਹੁਣ ਆ ਜਾਓ ਆਪਣੇ ਟੌਪਿਕ ਦੇ ਉੱਤੇ, 올림픽 ਦੀ ਜਾਂ ਹਿਸਟਰੀ ਦੀ ਗੱਲ ਕਰੀਏ ਆਪਾਂ, ਹਨਾ। 올림픽 ਪ੍ਰਾਚੀਨ ਟਾਈਮ ਦੇ ਵਿੱਚ ਸ਼ੁਰੂ ਹੋਏ ਸੀ 776 BC ਦੇ ਵਿੱਚ, ਗ੍ਰੀਸ ਦੇ ਵਿੱਚ ਇੱਕ ਜਗ੍ਹਾ ਹੈ ਮਾਊਂਟ 올림픽, ਉੱਥੇ ਸ਼ੁਰੂ ਹੋਏ ਸੀਗੇ, ਠੀਕ ਹੈ। ਕਾਫੀ ਟਾਈਮ ਤੱਕ ਇਹ ਚੱਲਦੇ ਰਹਿੰਦੇ ਆ। ਬਾਅਦ ਦੇ ਵਿੱਚ ਜਦੋਂ ਉਹਨਾਂ ਦਾ ਸਾਮਰਾਜ ਖਤਮ ਹੋ ਜਾਂਦਾ ਹੈ, ਅੱਛਾ ਇਹ ਵੀ ਯਾਦ ਰੱਖ ਲੈਣਾ ਕਿ ਉਹ ਕਿਹਨੂੰ ਸਮਰਪਿਤ ਸੀ, ਤਾਂ ਗ੍ਰੀਕ ਵਾਲੇ ਇੱਕ ਗੋਡ ਨੂੰ ਮੰਨਦੇ ਸੀ, ਜਿਊਸ, ਉਹਨੂੰ ਸਮਰਪਿਤ ਸੀਗਾ ਇਹ। ਬਟ ਬਾਅਦ ਦੇ ਵਿੱਚ ਜਦੋਂ ਉਹਨਾਂ ਦਾ ਸਾਮਰਾਜ ਖਤਮ ਹੋ ਜਾਂਦਾ ਹੈ, ਹੌਲੀ ਹੌਲੀ ਕਰਕੇ ਜਿਹੜੇ ਅੱਗੇ ਰਾਜੇ ਮਹਾਰਾਜੇ ਹੁੰਦੇ ਆ ਉਹ ਇਹਨੂੰ ਬੰਦ ਕਰ ਦਿੰਦੇ ਆ, ਠੀਕ ਹੈ। ਤਾਂ ਇਹ ਤਾਂ ਪੁਰਾਣੇ ਟਾਈਮ ਦੀ ਗੱਲ ਹੈ, ਜਿਹਦੇ ਤੇ ਕੁਐਸਚਨ ਬਹੁਤ ਘੱਟ ਆਉਂਦਾ ਹੈ, ਠੀਕ ਹੈ। ਇਹ ਪੁਰਾਣੇ ਟਾਈਮ ਦੀ ਗੱਲ ਹੋ ਗਈ। ਹੁਣ ਜੇ ਆਪਾਂ ਗੱਲ ਕਰੀਏ ਮਾਡਰਨ ਟਾਈਪ, ਆਧੁਨਿਕ, ਅੱਜ ਕੱਲ੍ਹ ਦੇ ਵਿੱਚ, ਹੈ ਨਾ, ਤਾਂ ਅੱਜ ਕੱਲ੍ਹ ਦੇ ਜਿਹੜੇ 올림픽 ਹੈ ਇਹਨੂੰ ਆਪਾਂ ਮਾਡਰਨ 올림픽 ਕਹਿੰਦੇ ਆ। ਇਹ ਸ਼ੁਰੂ ਹੋਏ ਸੀ, ਬਹੁਤ ਇੰਪੋਰਟੈਂਟ ਡੇਟ ਹੈ ਬਈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਡੇਟ ਹੈ, 6 ਅਪ੍ਰੈਲ 1896, ਡੇਟ ਯਾਦ ਰੱਖਣੀ ਹੈ। 6 ਅਪ੍ਰੈਲ 1896 ਨੂੰ ਫਰਾਂਸ ਦਾ ਇੱਕ ਵਿਅਕਤੀ ਹੁੰਦਾ ਬੈਰੋਨ ਪੈਰੀ ਦੀ ਕੋਬਰਟੀਨ, ਠੀਕ ਹੈ ਨਾ, ਫਰਾਂਸ ਦਾ ਹੁੰਦਾ। ਇਹ ਵੀ ਯਾਦ ਰੱਖਣਾ ਕਿਹੜੇ ਦੇਸ਼ ਦਾ। ਇਹਨੇ ਬਹੁਤ ਜ਼ਿਆਦਾ ਐਫਰਟ ਲਗਾਏ, ਬਹੁਤ ਜ਼ਿਆਦਾ ਕੋਸ਼ਿਸ਼ ਕਰੀ, ਤੇ ਇਹਦੀ ਕੋਸ਼ਿਸ਼ ਆ ਰੰਗ ਲਿਆਈ ਹੈ। ਆਖਿਰਕਾਰ 6 ਅਪ੍ਰੈਲ 1896 ਨੂੰ ਪਹਿਲੀ ਵਾਰ 올림픽 ਹੁੰਦਾ ਹੈ, ਠੀਕ ਹੈ। ਪਹਿਲੀ ਵਾਰ 올림픽 ਹੁੰਦਾ ਹੈ ਅੱਜ ਕੱਲ੍ਹ, ਮਤਲਬ ਮਾਡਰਨ ਟਾਈਮ ਦੀ ਮੈਂ ਗੱਲ ਕਰ ਰਿਹਾ, ਠੀਕ ਹੈ। ਕਿੱਥੇ ਹੋਇਆ? ਗ੍ਰੀਸ ਦਾ ਇੱਕ ਸ਼ਹਿਰ ਹੈ ਐਥਨਸ, ਸ਼ਹਿਰ ਕੀ ਉਹਨਾਂ ਦੀ ਰਾਜਧਾਨੀ ਹੈ, ਗ੍ਰੀਸ ਵਾਲਿਆਂ ਦੀ ਰਾਜਧਾਨੀ ਹੈ ਐਥਨਸ, ਉੱਥੇ ਪਹਿਲਾ 올림픽 ਹੁੰਦਾ ਹੈ। ਡੇਟ ਬਹੁਤ ਇੰਪੋਰਟੈਂਟ ਹੈ, 6 ਅਪ੍ਰੈਲ 1896 ਨੂੰ ਫਰਾਂਸ ਦੇ ਬੈਰੋਨ ਪੈਰੀ ਦੀ ਕੋਬਰਟੀਨ ਦੇ ਐਫਰਟ ਦੇ ਨਾਲ, ਯਾਦ ਰੱਖਣਾ ਹੈ, ਠੀਕ ਹੈ। ਇਸ ਬੰਦੇ ਨੇ ਹੀ ਦੇਖੋ, ਜਿਹੜਾ 올림픽 ਹੈ ਨਾ, 올림픽 ਇੱਕ ਬਹੁਤ ਵੱਡਾ ਟੂਰਨਾਮੈਂਟ ਹੈ। ਬਹੁਤ ਵੱਡਾ ਕੀ ਮਤਲਬ, ਪੂਰੀ ਦੁਨੀਆ ਦਾ ਸਭ ਤੋਂ ਵੱਡਾ ਸਪੋਰਟਸ ਟੂਰਨਾਮੈਂਟ ਕਿਹੜਾ ਹੈ? 올림픽 ਹੈ। ਤੇ ਐਡੇ ਵੱਡੇ 올림픽 ਨੂੰ ਮੈਨੇਜ ਕਰਨਾ ਇੱਕ ਬਹੁਤ ਵੱਡੀ ਸੰਸਥਾ ਦਾ ਕੰਮ ਹੁੰਦਾ ਹੈ, ਠੀਕ ਹੈ ਨਾ। ਮੈਨੇਜ ਕਰਨਾ ਇੱਕ ਬਹੁਤ ਵੱਡਾ ਕੰਮ ਹੁੰਦਾ, ਤੇ ਉਸ 올림픽 ਨੂੰ ਮੈਨੇਜ ਕੌਣ ਕਰਦਾ ਹੈ? ਇੰਟਰਨੈਸ਼ਨਲ 올림픽 ਕਮੇਟੀ, ਠੀਕ ਹੈ। ਕੌਣ ਮੈਨੇਜ ਕਰਦਾ ਇਸ ਨੂੰ? ਇੰਟਰਨੈਸ਼ਨਲ 올림픽 ਕਮੇਟੀ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਇਹਦਾ ਹੈੱਡਕੁਆਟਰ ਕਿੱਥੇ ਹੈ? ਲੁਜ਼ੈਨ, ਸਵਿਟਜ਼ਰਲੈਂਡ ਦੇ ਵਿੱਚ ਹੈ ਇਹਦਾ ਹੈੱਡਕੁਆਟਰ, ਯਾਦ ਰੱਖਣਾ ਹੈ। ਤੇ ਤੁਹਾਡੇ ਲਈ ਕੁਐਸਚਨ ਇਹ ਹੈਗਾ ਬਈ, ਐਟ ਪ੍ਰੈਜ਼ੈਂਟ ਆਪਾਂ 2022 ਦੇ ਵਿੱਚ ਕਰ ਰਹੇ ਹਾਂ ਇਹ ਵੀਡੀਓ, ਡੇਟ ਕਿੰਨੀ ਹੈ ਅੱਜ? 9 ਜੁਲਾਈ, ਠੀਕ ਹੈ। ਐਟ ਪ੍ਰੈਜ਼ੈਂਟ, ਕਿਉਂਕਿ ਇਹ ਚੇਂਜ ਵੀ ਹੋ ਜਾਂਦਾ ਹੈ, ਠੀਕ ਹੈ। ਆਪਣੇ ਐਗਜ਼ਾਮ ਦੇ ਵਿੱਚ ਜਾਣ ਤੋਂ ਪਹਿਲਾਂ ਚੈੱਕ ਵੀ ਕਰ ਲਿਓ। ਐਟ ਪ੍ਰੈਜ਼ੈਂਟ ਇਹਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ, ਚੇਅਰਮੈਨ ਹੈਗਾ, ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ, ਠੀਕ ਹੈ। ਤੁਸੀਂ ਦੱਸਣਾ ਹੈ, ਠੀਕ ਹੈ, ਵੀ ਐਟ ਪ੍ਰੈਜ਼ੈਂਟ ਇੰਟਰਨੈਸ਼ਨਲ 올림픽 ਕਮੇਟੀ ਦਾ ਚੇਅਰਮੈਨ ਕੌਣ ਹੈ, ਓਕੇ। ਤੇ ਇਸ ਕਮੇਟੀ ਨੂੰ ਬਣਾਇਆ ਗਿਆ ਸੀ 23 ਜੂਨ 1894 ਨੂੰ, ਕਿਹਦੇ ਦੁਆਰਾ? ਉਹੀ ਫਰਾਂਸ ਦਾ ਜਿਹੜਾ ਬੰਦਾ ਸੀਗਾ ਬਈ, ਬੈਰੋਨ ਪੈਰੀ ਦੀ ਕੋਬਰਟੀਨ ਦੇ ਦੁਆਰਾ ਇਹ ਬਣਾਈ ਗਈ ਸੀ ਇੰਟਰਨੈਸ਼ਨਲ 올림픽 ਕਮੇਟੀ, ਜਿਹਦਾ ਹੈੱਡਕੁਆਟਰ ਲੁਜ਼ੈਨ, ਸਵਿਟਜ਼ਰਲੈਂਡ ਦੇ ਵਿੱਚ ਹੈ, ਓਕੇ, ਯਾਦ ਰੱਖਣਾ ਹੈ। ਉਸ ਤੋਂ ਬਾਅਦ, ਹਾਲਾਂਕਿ ਇਹ ਇੰਨਾ ਇੰਪੋਰਟੈਂਟ ਨਹੀਂ ਸੀਗਾ ਪਹਿਲਾਂ, ਬਟ ਹੁਣ ਇੰਪੋਰਟੈਂਟ ਹੋ ਗਿਆ, ਕਿਉਂਕਿ ਲਾਸਟ ਵਾਲੇ ਜਿਹੜੇ 올림픽 ਸੀਗੇ 2020 ਵਾਲੇ, ਇਹ ਪੋਸਟਪੋਨਡ ਹੋ ਕੇ 2021 ਦੇ ਵਿੱਚ ਹੋਏ ਆ। ਤਾਂ ਇਹ ਤੁਹਾਨੂੰ ਜ਼ਰੂਰ ਯਾਦ ਰੱਖਣਾ ਕਿ ਇਸ ਤੋਂ ਪਹਿਲਾਂ ਅਜਿਹਾ ਕੁਝ ਹੋਇਆ, ਪੋਸਟਪੋਨਡ ਤਾਂ ਨਹੀਂ ਹੋਏ, 올림픽 ਕੈਂਸਲ ਜ਼ਰੂਰ ਹੋਏ ਆ। ਪਹਿਲਾਂ ਜਦੋਂ ਵਰਲਡ ਵਾਰ ਹੋਈ ਸੀ, ਫਸਟ ਵਰਲਡ ਵਾਰ, ਉਸ ਟਾਈਮ 올림픽 ਕੈਂਸਲ ਹੋਇਆ। ਉਸ ਤੋਂ ਬਾਅਦ ਜਦੋਂ ਦੂਜੀ ਵਰਲਡ ਵਾਰ ਹੋਈ ਹੈ, 2 ਵਾਰ ਜਦ ਕੈਂਸਲ ਹੋਇਆ। ਤਾਂ ਇਹ ਜ਼ਰੂਰ ਯਾਦ ਰੱਖਣਾ ਵੀ 1916 ਦੇ ਵਿੱਚ ਕੈਂਸਲ ਹੋ ਗਿਆ ਸੀ 올림픽, ਵਰਲਡ ਵਾਰ 1 ਚੱਲਦੀ ਸੀ ਉਸ ਟਾਈਮ, ਠੀਕ ਹੈ। ਤੇ 1940 ਤੇ 44 ਇਹ ਲਗਾਤਾਰ 2 ਵਾਰ ਕੈਂਸਲ ਹੋਇਆ, ਇਹ ਵਰਲਡ ਵਾਰ 2 ਦੀ ਗੱਲਾਂ ਹੈ, ਠੀਕ ਹੈ। ਤੇ 2020 ਦੇ ਵਿੱਚ ਪੋਸਟਪੋਨਡ ਹੋਇਆ, ਤੇ 2021 ਦੇ ਵਿੱਚ ਉਹ ਕੰਡਕਟ ਹੋਇਆ, ਬਟ ਉਹਨੂੰ ਆਪਾਂ 2021 ਦਾ 올림픽 ਨਹੀਂ ਕਹਿੰਦੇ, ਉਹਨੂੰ ਆਪਾਂ ਕਹਾਂਗੇ 2020 ਵਾਲਾ ਹੀ 올림픽, ਓਕੇ, ਯਾਦ ਰੱਖਣਾ ਸਾਰਿਆਂ ਨੇ। ਬਾਕੀ ਇਹ ਹੈ ਕਿ ਦੇਖੋ, ਜਿਹੜਾ ਪਹਿਲਾ 올림픽 ਸੀ ਉਹਦੇ ਵਿੱਚ ਵੂਮੈਨਸ ਨੇ ਪਾਰਟਿਸਿਪੇਟ ਨਹੀਂ ਕਰਿਆ ਸੀ। ਵੂਮੈਨਸ ਦੀ ਪਾਰਟਿਸਿਪੇਸ਼ਨ ਹੈ ਜਿਹੜੀ ਦੂਜੇ 올림픽 ਤੋਂ ਸ਼ੁਰੂ ਹੋਈ ਹੈ, 1900 ਵਾਲਾ 올림픽 ਸੀਗਾ। ਤੇ ਸਭ ਤੋਂ ਪਹਿਲਾਂ ਕਿਹੜੀ ਗੇਮ ਸੀ ਵੂਮੈਨਸ ਵਾਸਤੇ? ਗੋਲਫ ਹੈ ਜਿਹੜੀ, ਉਹ ਸਭ ਤੋਂ ਪਹਿਲੀ ਗੇਮ ਸੀ ਜਿਹਦੇ ਚ ਵੂਮੈਨਸ ਇੰਟਰੋਡਿਊਸ ਕਰੀਆਂ ਗਈਆਂ, ਠੀਕ ਹੈ। ਇਹ ਕੁਝ ਬੇਸਿਕ ਜੇ ਪੁਆਇੰਟ ਆ ਜਿਹੜੇ ਤੁਹਾਨੂੰ ਪੰਜਾਬ ਕੀ ਹਰ ਇੱਕ ਇੰਡੀਆ ਦਾ ਕੋਈ ਵੀ ਤੁਸੀਂ ਐਗਜ਼ਾਮ ਦੇ ਰਹੇ ਹੋ, ਕੰਪੀਟੀਟਿਵ ਐਗਜ਼ਾਮ, ਤੁਹਾਨੂੰ ਪਤਾ ਹੀ ਹੋਣੇ ਚਾਹੀਦੇ ਆ, ਠੀਕ ਹੈ, ਇੱਕ ਬੇਸ ਹੈ। ਬਾਕੀ ਗੱਲ ਕਰਦੇ ਆ 올림픽 ਫਲੈਗ ਦੀ। ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ 올림픽 ਫਲੈਗ ਹੈਗਾ ਆ, 5 ਰਿੰਗ ਇਹਦੇ ਤੇ ਬਣੀਆਂ ਹੁੰਦੀਆਂ ਨੇ, ਠੀਕ ਹੈ। ਵਾਈਟ ਕਲਰ ਦਾ ਇਹ ਫਲੈਗ ਹੁੰਦਾ, 5 ਰਿੰਗ ਇਹਦੇ ਤੇ ਹੁੰਦੀਆਂ ਬਈ। ਇਹ 1914 ਦੇ ਵਿੱਚ ਅਡਾਪਟ ਕਰਿਆ ਗਿਆ ਸੀ, ਬਟ ਤੁਹਾਨੂੰ ਕੁਐਸਚਨ ਅਡਾਪਟ ਤੇ ਨਹੀਂ ਆਉਂਦਾ। ਤੁਹਾਨੂੰ ਜੇ ਕੁਐਸਚਨ ਆਊਗਾ ਤਾਂ ਇਦਾਂ ਪੁੱਛਿਆ ਜਾਂਦਾ ਹੈ ਕਿ ਪਹਿਲੀ ਵਾਰ ਕਦੋਂ ਫਹਿਰਾਇਆ ਗਿਆ ਸੀ,
ਠੀਕ ਹੈ। ਪਹਿਲੀ ਵਾਰ ਕਿਹੜੇ 올림픽 ਦੇ ਵਿੱਚ ਫਹਿਰਾਇਆ ਗਿਆ ਜਿਹੜਾ ਝੰਡਾ ਹੈ ਇਹਨਾਂ ਦਾ 1920 ਵਾਲਾ ਜਿਹੜਾ ਸਮਰ 올림픽 ਸੀਗਾ ਐਂਟਵਰਪ ਬੈਲਜੀਅਮ ਦੇ ਵਿੱਚ। ਠੀਕ ਹੈ, ਤਾਂ ਇਹ 1920 ਵਾਲਾ ਯਾਦ ਰੱਖਣਾ, ਨਾ ਕਿ ਆਪਾਂ ਨੇ ਇਹ ਯਾਦ ਰੱਖਣਾ ਕਿ ਕਦੋਂ ਅਡਾਪਟ ਕਰਿਆ ਗਿਆ। ਓਕੇ ਜੀ। ਉਸ ਤੋਂ ਬਾਅਦ ਇਹਦੇ ਉੱਤੇ ਕਿੰਨੀ ਰਿੰਗਸ ਨੇ, ਬਹੁਤ ਕਾਮਨ ਬਹੁਤ ਬੇਸਿਕ ਜਿਹਾ ਕੁਐਸਚਨ ਹੈ। 올림픽 ਦੇ ਝੰਡੇ ਦੇ ਵਿੱਚ ਕਿੰਨੀ ਰਿੰਗਸ ਹੁੰਦੀਆਂ? 5, ਤੇ ਹਰ ਇੱਕ ਦਾ ਕਲਰ ਹੁੰਦਾ ਹੈ ਅਲੱਗ-ਅਲੱਗ। ਇਹ ਕਲਰ ਕਿਹੜੇ 5 ਜਿਹੜੀ ਰਿੰਗਸ ਹੈਗੀਆਂ ਇਹ 5 ਕੰਟੀਨੈਂਟ ਨੂੰ ਰਿਪਰੈਜ਼ੈਂਟ ਕਰਦੀਆਂ। ਠੀਕ ਹੈ, ਹੁਣ ਤੁਸੀਂ ਕਹੋਗੇ ਕੰਟੀਨੈਂਟ ਤਾਂ 7 ਹੈ। ਦੇਖੋ, ਇੱਕ ਤਾਂ ਅੰਟਾਰਕਟਿਕਾ ਵੀ ਉੱਥੇ ਕੋਈ ਵਿਅਕਤੀ ਨਹੀਂ ਰਹਿੰਦਾ। ਠੀਕ ਹੈ, ਤਾਂ ਉਹਨੂੰ ਤੁਸੀਂ ਅਲੱਗ ਕਰ ਲਓ। ਉਸ ਤੋਂ ਬਾਅਦ ਕੀ ਹੈ, ਜਿਹੜੇ ਦੋ ਕੰਟੀਨੈਂਟ ਹੈਗੇ, ਇੱਕ ਨਾਰਥ ਅਮਰੀਕਾ ਤੇ ਇੱਕ ਸਾਊਥ ਅਮਰੀਕਾ, ਦੋਨਾਂ ਨੂੰ ਇਕੱਠਾ ਕਰਕੇ ਆਪਾਂ ਨੇ ਕੀ ਕਹਿਤਾ? ਅਮਰੀਕਾ। ਠੀਕ ਹੈ ਨਾ, ਤਾਂ ਉਹ ਅਮਰੀਕਾ ਨੂੰ ਰਿਪਰੈਜ਼ੈਂਟ ਕਰਦਾ। ਐਦਾਂ ਕਰਕੇ 7 ਕੰਟੀਨੈਂਟ ਹੈਗੇ ਆ, ਬਟ ਰਿੰਗਸ ਕਿੰਨੀਆਂ ਨੇ? 5 ਨੇ। ਤੇ ਕਿਹੜੀ ਰਿੰਗ ਕਿਹੜੇ ਉਸ ਨੂੰ ਡਿਨੋਟ ਕਰਦੀ ਹੈ ਇਹ ਵੀ ਤੁਸੀਂ ਮਤਲਬ ਯਾਦ ਰੱਖਣਾ ਹੈ, ਰਿਪਰੈਜ਼ੈਂਟ ਕਰਦੀ ਹੈ। ਜ਼ਿਆਦਾਤਰ ਕੁਐਸਚਨ ਏਸ਼ੀਆ ਦੇ ਉੱਤੇ ਆਉਂਦਾ ਕਿਉਂਕਿ ਸਾਡਾ ਦੇਸ਼ ਏਸ਼ੀਆ ਦੇ ਵਿੱਚ ਹੈ। ਠੀਕ ਹੈ ਨਾ, ਤਾਂ 5 ਰਿੰਗਸ ਨੇ, ਇਹ ਯਾਦ ਰੱਖਣਾ ਹੈ। ਬਲੈਕ ਹੈ ਜਿਹੜੀ, ਠੀਕ ਹੈ, ਬਲੈਕ ਅਫਰੀਕਾ ਨੂੰ ਰਿਪਰੈਜ਼ੈਂਟ ਕਰਦੀ ਹੈ ਬਈ। ਬਲੂ ਹੈ ਜਿਹੜੀ ਇਹ ਯੂਰਪ ਨੂੰ ਰਿਪਰੈਜ਼ੈਂਟ ਕਰਦੀ ਹੈ। ਰੈੱਡ ਵਾਲੀ ਕਿਹਨੂੰ ਰਿਪਰੈਜ਼ੈਂਟ ਕਰਦੀ ਹੈ? ਅਮਰੀਕਾ ਨੂੰ। ਠੀਕ ਹੈ, ਤੇ ਇਹ ਆਪਣੀ ਹੈਗੀ ਆ ਯੈਲੋ ਵਾਲੀ ਏਸ਼ੀਆ, ਯਾਦ ਰੱਖਣਾ ਹੈ, ਮੋਸਟ ਇੰਪੋਰਟੈਂਟ ਹੈ। ਤੇ ਬਚਿਆ ਕਿਹੜੀ? ਗ੍ਰੀਨ ਹੈਗੀ ਆ ਉਹਦੀ ਆਸਟ੍ਰੇਲੀਆ ਦੀ। ਠੀਕ ਹੈ, ਤਾਂ ਇਹ ਯਾਦ ਰੱਖਣਾ ਹੈ ਬਈ। ਏਸ਼ੀਆ ਦੇ ਉੱਤੇ ਕੁਐਸਚਨ ਜ਼ਰੂਰ ਆਉਂਦਾ ਹੈ, ਬਾਕੀ ਵੀ ਤੁਸੀਂ ਯਾਦ ਰੱਖਣੇ ਆ। ਠੀਕ ਹੈ, ਇਹਨਾਂ ਕੋਈ ਔਖਾ ਕੰਮ ਇਹ ਹੈਗਾ ਨਹੀਂ। ਤਾਂ ਇਹ ਸੀਗਾ 올림픽 ਫਲੈਗ। ਉਸ ਤੋਂ ਬਾਅਦ ਗੱਲ ਕਰਦੇ ਆ 올림픽 ਫਲੇਮ ਦੀ। 올림픽 ਫਲੇਮ ਯਾਨੀ ਮਸ਼ਾਲ ਜਿਹੜੀ ਉਹ ਹੱਥ 'ਚ ਫੜਦੇ ਆ। ਠੀਕ ਹੈ, ਆ ਹੈਗੀ ਆ 올림픽 ਫਲੇਮ। ਠੀਕ ਹੈ, ਬਹੁਤ ਜ਼ਿਆਦਾ ਰੋਲ ਹੈ ਇਹਦਾ ਵੀ। ਜਦੋਂ 올림픽 ਸਟਾਰਟ ਹੁੰਦਾ ਨਾ ਤਾਂ ਇਹ ਵੀ ਯਾਦ ਰੱਖਣਾ ਬਣਦਾ ਹੈ, ਜਿਹੜਾ 올림픽 ਸਟਾਰਟ ਹੋਇਆ ਨਾ ਇਸ ਟਾਈਮ, ਮਤਲਬ ਇਹਨੂੰ ਫਲੈਗ, ਇਹਨੂੰ ਕੀ ਨਾਂ ਇਹਦਾ, ਮਿਸਾਲ ਹੈ ਨਾ, ਇਹਨੂੰ ਕਿਹਨੇ ਫੜਿਆ ਹੋਇਆ, ਇਹਦੇ ਤੇ ਕੁਐਸਚਨ ਵੀ ਪੁੱਛਿਆ ਜਾਂਦਾ ਬਾਈ। ਠੀਕ ਹੈ, ਇਹ ਵੀ ਆਪਾਂ ਅੱਗੇ ਕਰਾਂਗੇ ਜਦੋਂ ਆਪਾਂ ਕਰੰਟ ਅਫੇਅਰ ਪੜਾਂਗੇ ਨਾ 올림픽 ਦੇ। ਮੈਂ ਤੁਹਾਨੂੰ ਉਸ ਟਾਈਮ ਦੱਸੂ ਕਿ ਇਸ ਵਾਰ ਜਿਹੜਾ 올림픽 ਹੋਇਆ ਸੀ ਉਹਦੇ ਵਿੱਚ ਕਿਹਨੇ ਇਹ ਮਿਸਾਲ ਹੈ ਜਿਹੜੀ ਇਹ ਫੜੀ ਸੀ। ਠੀਕ ਹੈ, ਇਹ 1928 ਦੇ ਵਿੱਚ ਇੰਟਰੋਡਿਊਸ ਕਰੀ ਗਈ। ਐਮਸਟਰਡੈਮ 올림픽 ਜਿਹੜੇ ਨੀਦਰਲੈਂਡ ਦੇ ਵਿੱਚ ਹੋਏ ਸੀ 1928 ਵਾਲੇ, ਇਹ ਯਾਦ ਰੱਖਣਾ ਹੈ। ਉਸ ਤੋਂ ਬਾਅਦ ਬਈ ਮੋਸਟ ਇੰਪੋਰਟੈਂਟ ਹੈ, ਮਾਰਕ ਕਰ ਲਓ ਇਸ ਨੂੰ, ਮੋਟੋ। ਠੀਕ ਹੈ ਨਾ, ਕੀ ਉਦੇਸ਼ ਕੀ ਹੈ 올림픽 ਦਾ? ਠੀਕ ਹੈ ਨਾ, ਇੱਕ ਇਹਨਾਂ ਦਾ ਇੱਕ ਮੋਟੋ ਕੀ ਹੈ, ਇਹ ਇਹਦੇ ਤੇ ਕੁਐਸਚਨ ਆ ਜਾਂਦਾ ਹੈ ਬਈ। ਆਂਦਾ ਕੀ ਹੈ, ਮਤਲਬ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ, ਦੇਖੋ ਮੋਟੋ ਪਹਿਲਾਂ ਸੀਗਾ ਵੀ ਇਹਨਾਂ ਦਾ, ਦੇਖੋ ਹੁਣ ਇਸ ਵਾਰ ਚੇਂਜ ਹੋਇਆ ਥੋੜਾ ਜਿਹਾ। ਪਹਿਲਾਂ ਤੁਸੀਂ ਹਲੇ ਬੁੱਕਸ 'ਚ ਅਪਡੇਟ ਨਹੀਂ ਹੋਇਆ। ਠੀਕ ਹੈ ਨਾ, ਸਿਟੀਅਸ ਅਲਟੀਅਸ ਫੋਰਟੀਅਸ, ਇਹ ਲੈਟਿਨ ਭਾਸ਼ਾ ਦੇ ਵਰਡ ਨੇ। ਠੀਕ ਹੈ ਨਾ, ਸਿਟੀਅਸ ਅਲਟੀਅਸ ਫੋਰਟੀਅਸ, ਜਿਹਦਾ ਇੰਗਲਿਸ਼ ਦੇ ਵਿੱਚ ਮਤਲਬ ਹੈ, ਸਿਟੀਅਸ ਦਾ ਮਤਲਬ ਹੈ ਫਾਸਟਰ, ਮਤਲਬ ਬਹੁਤ ਤੇਜ਼। ਇਹਦੀ ਥਾਂ ਤੇ ਸਵਿਫਟਰ ਵਰਡ ਵੀ ਯੂਜ਼ ਕਰ ਲੈਂਦੇ ਆ ਕਈ ਵਾਰ। ਸਵਿਫਟਰ ਤੇ ਫਾਸਟਰ ਸੇਮ ਹੀ ਹੈ। ਅਲਟੀਅਸ ਬਹੁਤ ਉੱਚਾ, ਹਾਇਰ, ਤੇ ਫੋਰਟੀਅਸ ਹੈ ਬਹੁਤ ਮਜ਼ਬੂਤ, ਸਟਰੋਂਗ। ਇਹ ਪਹਿਲਾਂ ਹੁੰਦਾ ਸੀ। ਇਸ ਵਾਰ ਦੇ 올림픽 ਦੇ ਵਿੱਚ ਜਿਹੜਾ ਨਵਾਂ ਮੋਟੋ ਹੈ, ਨਵਾਂ ਕਿਹੜਾ, ਇੱਕ ਵਰਡ ਐਡ ਕਰਿਆ ਗਿਆ ਬਈ, ਕਮਿਊਨਿਟਰ, ਯਾਨੀ ਇਹਦਾ ਮਤਲਬ ਹੈ ਟੂਗੇਦਰ, ਇਕੱਠੇ। ਇਹ ਯਾਦ ਰੱਖਣਾ ਹੈ, ਬੁੱਕਸ ਦੇ ਵਿੱਚ ਹਾਲੇ ਅਪਡੇਟ ਨਹੀਂ ਮਿਲੂਗਾ ਤੁਹਾਨੂੰ। ਨਵਾਂ ਮੋਟੋ ਹੈ ਜਿਹੜਾ ਇਸ ਵਾਰ ਸਿਟੀਅਸ ਅਲਟੀਅਸ ਫੋਰਟੀਅਸ ਦੇ ਨਾਲ ਇੱਕ ਵਰਡ ਐਡ ਕਰਿਆ ਗਿਆ, ਕਮਿਊਨਿਟਰ, ਯਾਦ ਰੱਖਣਾ ਹੈ, ਜਿਹਦਾ ਮਤਲਬ ਹੁੰਦਾ ਹੈ ਟੂਗੇਦਰ, ਇਕੱਠੇ। ਠੀਕ ਹੈ ਨਾ, ਫਾਸਟਰ, ਹਾਇਰ, ਸਟਰੋਂਗਰ, ਟੂਗੇਦਰ। ਠੀਕ ਹੈ, ਯਾਦ ਰੱਖਣਾ ਹੈ ਬਈ, ਇਹ ਨਵਾਂ ਮੋਟੋ ਹੈ ਇਹਦਾ। ਓਕੇ, ਬਾਕੀ ਤਾਂ ਇਹੀ ਹੈ। ਵਿੰਟਰ 올림픽 ਮੈਂ ਤੁਹਾਨੂੰ ਦੱਸਿਆ ਵੀ ਕੁਝ ਗੇਮ ਅਜਿਹੀ ਹੁੰਦੀ ਹੈ ਜਿਨ੍ਹਾਂ ਵਾਸਤੇ ਬਰਫ਼ ਯਾਨੀ ਆਈਸ ਦੀ ਜ਼ਰੂਰਤ ਹੁੰਦੀ ਹੈ, ਤੇ ਉਹ ਫਿਰ ਬਰਫੀਲੇ ਸਥਾਨਾਂ ਤੇ ਹੀ ਕੰਡਕਟ ਕਰਾਈ ਜਾਂਦੀ ਹੈ ਗੇਮਾਂ। ਪਹਿਲੀ ਵਾਰ ਵਿੰਟਰ 올림픽 1924 ਦੇ ਵਿੱਚ ਹੋਈ ਸੀ, ਚੈਮਿਨੋਕਸ ਹੈਗਾ ਫਰਾਂਸ ਦੇ ਵਿੱਚ, ਉੱਥੇ। ਤੇ ਇੰਡੀਆ ਦੀ ਜਿਹੜੀ ਪਾਰਟਿਸਿਪੇਸ਼ਨ ਹੈਗੀ ਆ ਉਹ 1964 ਤੋਂ ਸ਼ੁਰੂ ਹੋਈ ਸੀ। ਦੋਨੇ ਪੁਆਇੰਟ ਜਿਹੜੇ ਯਾਦ ਰੱਖਣੇ ਆ, ਪਹਿਲੇ ਵਿੰਟਰ 올림픽 ਗੇਮ ਕਦੋਂ ਤੇ ਕਿੱਥੇ ਹੋਏ, ਤੇ ਇੰਡੀਆ ਨੇ ਕਦੋਂ ਤੋਂ ਪਾਰਟਿਸਿਪੇਟ ਕਰਨਾ ਸ਼ੁਰੂ ਕਰਿਆ। ਉਸ ਤੋਂ ਬਾਅਦ ਜਿਹੜਾ ਪੈਰਾਲੰਪਿਕ ਗੇਮਸ, ਪੈਰਾਲੰਪਿਕ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਦਿਵਿਆਂਗ ਖਿਡਾਰੀ ਹੁੰਦੇ ਆ ਉਹਨਾਂ ਵਾਸਤੇ ਹੁੰਦੀ ਹੈ, ਤੇ ਇਹ ਗੇਮ 1960 ਤੋਂ ਸ਼ੁਰੂ ਹੋਈ ਸੀ ਰੋਮ ਦੇ ਵਿੱਚ। ਓਕੇ, ਤਾਂ ਇਹ ਸਾਰੇ ਕੁਝ ਪੁਆਇੰਟ ਯਾਦ ਰੱਖਣੇ ਆ। ਤੇ ਮੋਸਟ ਇੰਪੋਰਟੈਂਟ, ਇਹਨੂੰ ਆਪਾਂ ਕਿੱਦਾਂ ਭੁੱਲ ਸਕਦੇ ਹਾਂ, ਕੁਐਸਚਨ ਤਾਂ ਇਹਦੇ ਤੋਂ ਆਣਾ, ਇਹ ਹੈਗਾ ਬਈ, ਅਗਲੀ ਵਾਰ 올림픽 ਕਿਹੜਾ ਕਿੱਥੇ ਹੋਊਗਾ? 2024 ਦੇ ਵਿੱਚ 올림픽 ਕਿੱਥੇ ਹੋਣੇ ਆ? ਪੈਰਿਸ, ਫਰਾਂਸ ਦੇ ਵਿੱਚ। 2028 ਦੇ ਵਿੱਚ ਕਿੱਥੇ ਹੋਣੇ ਆ? ਲਾਸ ਐਂਜਲਸ, LA, ਅਮਰੀਕਾ ਦੇ ਵਿੱਚ। ਠੀਕ ਹੈ, ਤੇ 2032 ਵਾਲੇ 올림픽 ਹੋਣੇ ਆ ਬ੍ਰਿਸਬੇਨ। ਕਿੱਥੇ ਹੈ ਬ੍ਰਿਸਬੇਨ? ਆਸਟ੍ਰੇਲੀਆ ਦੇ ਵਿੱਚ। ਠੀਕ ਹੈ, ਇਹ ਤਿੰਨੇ 올림픽 ਯਾਦ ਰੱਖਣੇ ਆ, ਸਟਾਰ ਮਾਰਕ ਕਰ ਲਓ, ਡੈਫੀਨੇਟਲੀ ਕੁਐਸਚਨ ਆ ਸਕਦਾ ਹੈ। ਠੀਕ ਹੈ, ਡੈਫੀਨੇਟਲੀ ਜ਼ਰੂਰ ਯਾਦ ਰੱਖਣਾ ਹੈ ਬਈ, ਨੈਕਸਟ 올림픽। ਠੀਕ ਹੈ ਨਾ, ਨੈਕਸਟ ਆ ਜਾਓ। ਬਾਕੀ ਹੁਣ ਇਹ ਤਾਂ ਚਲੋ 올림픽 ਬਾਰੇ ਹੋ ਗਈ ਡਿਟੇਲ। ਠੀਕ ਹੈ, 올림픽 ਬਾਰੇ ਆਪਾਂ ਨੇ ਡਿਟੇਲ ਦੇਖ ਲਈ। ਇੰਡੀਆ 올림픽 ਦੇ ਵਿੱਚ ਕੀ ਹਿਸਾਬ ਕਿਤਾਬ ਹੈ ਆਪਣਾ, ਹਨਾ, ਉਹ ਦੇਖਾਂਗੇ। ਕੁਐਸਚਨ ਉਹਦੇ ਤੋਂ ਆਉਣ ਦੇ ਵੀ ਚਾਂਸ ਹੁੰਦੇ ਆ। ਦੇਖੋ ਇੰਡੀਆ ਦਾ 올림픽 ਦੇ ਵਿੱਚ ਇੰਨੇ ਕੋਈ ਜ਼ਿਆਦਾ ਬਹੁਤ ਮੈਡਲ ਨਹੀਂ ਹੈਗੇ, ਆਪਾਂ ਗਿਣੇ ਚੁਣੇ ਮੈਡਲ ਆਪਾਂ ਉਂਗਲੀਆਂ ਤੇ ਗਿਣ ਸਕਦੇ ਹਾਂ। ਠੀਕ ਹੈ ਨਾ, ਬਟ ਕੋਈ ਨਹੀਂ,
ਜੋ ਵੀ ਹਿਸਟਰੀ ਸਾਡੀ ਆਪਣੀ ਹੈਗੀ ਆ ਉਹ ਤਾਂ ਜ਼ਰੂਰ ਪੜਾਂਗੇ 올림픽 ਵਾਲੀ। ਤਾਂ ਵੀ ਕਿਹਾ ਜਾਂਦਾ ਹੈ ਕਿ ਨੋਰਮਨ ਪ੍ਰੀਚਰਡ ਜਿਹੜੇ ਸੀਗੇ ਉਹ ਪਹਿਲੇ ਇੰਡੀਅਨ ਸੀ ਜਿਨ੍ਹਾਂ ਨੇ ਪੈਰਿਸ 올림픽 ਜਿਹੜਾ ਦੂਜਾ 올림픽 ਹੋਇਆ ਸੀ 1900 ਦੇ ਵਿੱਚ, ਕਿਉਂਕਿ 1896 ਦੇ ਵਿੱਚ ਪਹਿਲਾ 올림픽 ਹੋਇਆ ਸੀ ਕਿੱਥੇ, ਗ੍ਰੀਸ ਦੀ ਰਾਜਧਾਨੀ ਐਥਨਸ ਦੇ ਵਿੱਚ। ਦੂਜਾ 올림픽 ਕਿੱਥੇ ਹੋਇਆ, ਪੈਰਿਸ ਦੇ ਵਿੱਚ। ਇੱਥੇ ਪਾਰਟਿਸਿਪੇਟ ਕਰਿਆ ਤੇ 2 ਸਿਲਵਰ ਮੈਡਲ ਵੀ ਉਹਨੇ ਜਿੱਤੇ ਆ ਐਥਲੈਟਿਕਸ ਗੇਮ ਦੇ ਵਿੱਚ। ਉਹ ਪਹਿਲਾ ਇੰਡੀਅਨ ਉਹਨੂੰ ਕਿਹਾ ਜਾਂਦਾ ਹੈ, ਪਹਿਲਾ ਇੰਡੀਅਨ ਕਿਹਾ ਜਾਂਦਾ ਨੋਰਮਨ ਪ੍ਰੀਚਰਡ ਨੂੰ, ਜਿਨੇ 2 ਮੈਡਲ ਜਿੱਤੇ ਸੀ। ਸੈਕੰਡ 올림픽 ਦੇ ਵਿੱਚ ਉਹਨੇ ਭਾਗ ਲਿਆ ਐਥਲੈਟਿਕਸ ਦੇ ਵਿੱਚ, 2 ਸਿਲਵਰ ਮੈਡਲ ਜਿੱਤੇ ਤੇ ਮੈਡਲ ਜਿੱਤਣ ਵਾਲਾ ਉਹ ਪਹਿਲਾ ਇੰਡੀਅਨ ਹੀ ਨਹੀਂ, ਪਹਿਲਾ ਏਸ਼ੀਅਨ ਵੀ ਬਣਿਆ। ਬਟ ਮੇਨ ਗੱਲ ਕੀ ਹੈ, ਆਪਣੇ ਕੁਐਸਚਨ ਆਪਣੇ ਮਤਲਬ ਐਗਜ਼ਾਮ ਦੇ ਵਿੱਚ ਕੁਐਸਚਨ ਇਹਦੇ ਤੇ ਬਹੁਤ ਘੱਟ ਆਉਂਦਾ। ਕਿਉਂ? ਕਿਉਂਕਿ ਇਹ ਜਿਹੜਾ ਬੰਦਾ ਸੀਗਾ ਇਹਨੇ ਕੰਟਰੀ ਨੂੰ ਰਿਪਰੈਜ਼ੈਂਟ ਨਹੀਂ ਕਰਿਆ ਸੀ, ਇੰਡੀਆ ਵੱਲੋਂ ਆਫੀਸ਼ੀਅਲੀ ਕੋਈ ਟੀਮ ਨਹੀਂ ਗਈ ਸੀ। ਠੀਕ ਹੈ, ਇੱਕ ਤਾਂ ਇਹ ਯਾਦ ਰੱਖਣਾ ਹੈ, ਕਿਉਂਕਿ 1900 ਦੇ ਵਿੱਚ ਉਹਨੇ ਭਾਗ ਲਿਆ, ਉਸ ਟਾਈਮ ਇੰਡੀਆ ਸੀਗਾ ਮਤਲਬ ਤੁਸੀਂ ਕਹਿ ਸਕਦੇ ਹੋ ਆਜ਼ਾਦ ਨਹੀਂ ਸੀਗਾ। ਠੀਕ ਹੈ ਨਾ, ਤਾਂ ਉਹਨੇ ਇੰਡੀਆ ਨੂੰ ਰਿਪਰੈਜ਼ੈਂਟ ਨਹੀਂ ਕਰਿਆ। ਦੇਖੋ ਨੋਟ ਰਿਪਰੈਜ਼ੈਂਟ ਇੰਡੀਆ, ਹਾਲਾਂਕਿ ਜੇ ਤੁਸੀਂ 올림픽 ਦੀ ਸਾਈਟ ਤੇ ਜਾਓਗੇ ਉੱਥੇ ਇੰਡੀਆ ਹੀ ਆਂਦਾ ਲਿਖਿਆ ਹੋਇਆ, ਬਟ ਉਹਨੇ ਇੰਡੀਆ ਨੂੰ ਰਿਪਰੈਜ਼ੈਂਟ ਨਹੀਂ ਕਰਿਆ ਸੀ। ਠੀਕ ਹੈ ਨਾ, ਉਹਨੇ ਇੰਡੀਵਿਜੂਅਲੀ ਮਤਲਬ ਆਪਣੇ ਆਪ ਨੂੰ ਹੀ ਰਿਪਰੈਜ਼ੈਂਟ ਕਰਿਆ ਸੀ। ਓਕੇ, ਤਾਂ ਇਹ ਯਾਦ ਰੱਖਣਾ ਬਈ। ਹੁਣ ਜੇ ਆਪਾਂ ਗੱਲ ਕਰੀਏ ਇੰਡੀਆ ਦੀ ਆਫੀਸ਼ੀਅਲ ਐਂਟਰੀ ਕਦੋਂ ਹੁੰਦੀ ਹੈ 올림픽 ਦੇ ਵਿੱਚ, ਤਾਂ ਇੰਡੀਆ ਦੀ ਆਫੀਸ਼ੀਅਲ ਐਂਟਰੀ ਹੈ ਜਿਹੜੀ, ਇੰਡੀਆ ਦੀ ਆਫੀਸ਼ੀਅਲ ਐਂਟਰੀ ਪਹਿਲੀ ਵਾਰ ਹੁੰਦੀ ਹੈ 1920 ਦੇ ਵਿੱਚ। ਇੰਡੀਆ ਪਹਿਲੀ ਵਾਰ 1920 ਦੇ ਵਿੱਚ ਪਾਰਟਿਸਿਪੇਟ ਕਰਦਾ ਹੈ ਐਂਟਰੈਪ ਬੈਲਜੀਅਮ ਵਾਲੇ 올림픽 ਦੇ ਵਿੱਚ। ਮੋਸਟ ਇੰਪੋਰਟੈਂਟ ਹੈ, ਯਾਦ ਰੱਖਣਾ। ਤੁਹਾਨੂੰ ਕਿਸੇ ਹੋਰ ਬੁੱਕ ਵਿੱਚ ਕੁਝ ਵੀ ਮਿਲ ਸਕਦਾ, ਕਿਉਂਕਿ ਮੈਂ 2-3 ਜਾਣੀ ਮਾਨੀ ਬੁੱਕ ਵੇਖੀ ਆ, ਅਲੱਗ-ਅਲੱਗ ਹੀ ਕਹਿੰਦੇ ਆ, ਬਟ ਮੇਰੇ ਹਿਸਾਬ ਨਾਲ ਇਹੀ ਹੈ, ਤਾਂ ਇਹੀ ਤੁਸੀਂ ਪੜ੍ਹਨਾ ਹੈ। ਠੀਕ ਹੈ, ਉਸ ਤੋਂ ਬਾਅਦ ਕੀ ਹੈ ਬਈ, ਪਹਿਲੀ ਵਾਰ ਤਾਂ ਇੰਡੀਆ ਦੀ ਚਲੋ ਐਂਟਰੀ ਹੋ ਗਈ, ਕੋਈ ਮੈਡਲ ਵਗੈਰਾ ਆਪਣਾ ਨਹੀਂ ਆਇਆ। ਉਸ ਤੋਂ ਬਾਅਦ ਇੰਡੀਆ ਦੇ ਵਿੱਚ ਇੱਕ ਕਮੇਟੀ ਬਣਾਈ ਜਾਂਦੀ ਹੈ, ਆਲ ਇੰਡੀਆ 올림픽 ਕਮੇਟੀ, ਤੇ ਉਸ ਤੋਂ ਬਾਅਦ ਫਿਰ 1927 ਦੇ ਵਿੱਚ ਇੰਡੀਅਨ 올림픽 ਐਸੋਸੀਏਸ਼ਨ ਬਣਾਈ ਜਾਂਦੀ ਹੈ। 1927 ਦੇ ਵਿੱਚ ਇੰਡੀਅਨ 올림픽 ਐਸੋਸੀਏਸ਼ਨ, ਜਿਹੜੀ ਕਿ ਫੋਕਸ ਕਰਦੀ ਹੈ ਕਿ ਆਪਣੇ ਖਿਡਾਰੀਆਂ ਨੂੰ ਕਿੱਦਾਂ ਪ੍ਰਪੇਅਰ ਕਰਕੇ ਆਪਾਂ 올림픽 ਦੇ ਵਿੱਚ ਭੇਜਣਾ ਹੈ ਨਾ, ਸਾਰਾ ਕੁਝ ਇਹਦੇ ਤੇ ਕੰਮ ਕਰਦੀ ਹੈ, ਹੁਣ ਤੱਕ ਚਲੀ ਆ ਰਹੀ ਹੈ। ਠੀਕ ਹੈ ਨਾ, ਇਹਦਾ ਪਹਿਲਾ ਪ੍ਰੈਜ਼ੀਡੈਂਟ ਕੌਣ ਸੀਗਾ, ਪਹਿਲਾ ਪ੍ਰੈਜ਼ੀਡੈਂਟ ਸੀਗਾ ਸਰ ਦੋਰਾਬਜੀ ਟਾਟਾ। ਠੀਕ ਹੈ, ਤੇ ਪਹਿਲੇ ਸੈਕਟਰੀ ਸੀਗੇ ਉਸ ਟਾਈਮ ਦੇ ਅੰਗਰੇਜ਼ ਅਫਸਰ ਸੀਗੇ ਏ.ਜੀ. ਨੋਰੇਨ। ਠੀਕ ਹੈ, ਇਹ ਯਾਦ ਰੱਖਣਾ ਹੈ। ਇਹ ਇੰਡੀਅਨ 올림픽 ਕਮੇਟੀ ਜਿਹੜੀ ਹੈਗੀ ਹੈ, ਇੰਡੀਅਨ 올림픽 ਐਸੋਸੀਏਸ਼ਨ, ਜਿਹੜੀ 1927 ਦੇ ਵਿੱਚ ਬਣੀ ਸੀ, ਇਹਦੇ ਪਹਿਲੇ ਪ੍ਰੈਜ਼ੀਡੈਂਟ ਸੀਗੇ ਸਰ ਦੋਰਾਬਜੀ ਟਾਟਾ। ਤੇ ਇਹਨਾਂ ਨੇ ਬਹੁਤ ਐਫਰਟ ਕਰਿਆ ਸੀ, ਇਹਨਾਂ ਨੇ ਹੀ ਗਵਰਨਮੈਂਟ ਨੂੰ ਕਿਹਾ ਸੀ ਕਿ ਆਪਾਂ ਨੇ 올림픽 ਦੇ ਵਿੱਚ ਪਾਰਟਿਸਿਪੇਟ ਕਰਨਾ ਹੈ। ਆਪਣਾ ਮਤਲਬ ਇਹਨਾਂ ਦੀ ਕੋਸ਼ਿਸ਼ਾਂ ਦੇ ਨਾਲ ਇਹ ਸਾਰਾ ਕੁਝ ਸ਼ੁਰੂ ਹੋਇਆ ਸੀ। ਠੀਕ ਹੈ, ਯਾਦ ਰੱਖਣਾ ਹੈ ਬਈ। ਇਹ ਕੁਝ ਸਿਲੈਕਟਡ ਜੇ ਪੁਆਇੰਟ ਸੀਗੇ। ਇੰਡੀਆ ਦੀ ਇੱਕ ਪ੍ਰੋਪਰ ਹਿਸਟਰੀ ਰਹੀ ਹੈ, ਕਿੱਦਾਂ ਇੰਡੀਆ ਨੇ ਪਾਰਟਿਸਿਪੇਟ ਕਰਨਾ ਸ਼ੁਰੂ ਕਰਿਆ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਨੋਰਮਨ ਪ੍ਰੀਚਰਡ ਹੈ ਜਿਹੜਾ, ਇਹਨੇ ਕੰਟਰੀ ਨੂੰ ਰਿਪਰੈਜ਼ੈਂਟ ਨਹੀਂ ਕਰਿਆ ਸੀ। ਇੰਡੀਆ ਦੀ ਜਿਹੜੀ ਆਫੀਸ਼ੀਅਲ ਐਂਟਰੀ ਸੀਗੀ ਇੰਡੀਆ ਦੇ ਨਾਂ ਤੋਂ, ਉਹ 1920 ਦੇ ਵਿੱਚ ਹੋਈ ਸੀ। ਠੀਕ ਹੈ, ਹੁਣ ਇਹ ਸਾਡੀ ਹਿਸਟਰੀ ਹੈ ਬਈ, ਕਿਹੜੇ ਕਿਹੜੇ ਮੈਡਲ ਆਪਾਂ ਨੇ ਜਿੱਤੇ। ਜੇ ਆਪਾਂ ਹਾਕੀ ਨੂੰ ਬਾਹਰ ਕੱਢ ਦਈਏ ਤਾਂ ਇੰਡੀਆ ਨੇ ਕੁਝ ਵੀ ਨਹੀਂ ਜਿੱਤਿਆ। ਚਲੋ ਆਪਾਂ ਫਿਰ ਵੀ ਕਰਦੇ ਆ, ਇਹਨੂੰ ਯਾਦ ਕਰਦੇ ਆ। ਯਾਦ ਕੀ ਹੈ, ਬਸ ਤੁਸੀਂ ਮਤਲਬ ਕੀ ਹੈ, ਮੇਨ ਜਿਹੜੇ ਪੁਆਇੰਟ ਹੈਗੇ ਆ, ਹੁਣ ਸਾਰੇ ਤਾਂ ਇੰਪੋਰਟੈਂਟ ਨਹੀਂ ਹੈਗੇ, ਬਟ ਫਿਰ ਵੀ ਚਲੋ ਜਿਹੜੇ ਮੇਨ ਜਿਹੜੇ ਸੁਪਰ ਇੰਪੋਰਟੈਂਟ ਹੈਗੇ ਆ ਉਹ ਮੈਂ ਤੁਹਾਨੂੰ ਜ਼ਰੂਰ ਕਹੂੰਗਾ ਕਿ ਮਾਰਕ ਕਰ ਲਿਓ। ਇੰਡੀਆ ਨੂੰ ਪਹਿਲੀ ਵਾਰ ਗੋਲਡ ਕੀ ਪਹਿਲੀ ਵਾਰ ਜਦੋਂ ਮੈਡਲ ਮਿਲਦਾ ਹੈ ਪ੍ਰੋਪਰ ਇੰਡੀਆ ਨੂੰ, ਉਹ ਮਿਲਦਾ ਹੈ 1928 ਦੇ ਵਿੱਚ। ਯਾਦ ਰੱਖਣਾ ਹੈ, ਫਸਟ ਟਾਈਮ ਇੰਡੀਆ ਨੇ ਜਦੋਂ ਮੈਡਲ ਜਿੱਤਿਆ ਉਹ 1928 ਦੇ ਵਿੱਚ ਜਿੱਤਿਆ। ਐਮਸਟਰਡੈਮ ਦਾ 올림픽 ਸੀਗਾ, ਤੇ ਆਪਣੀ ਹਾਕੀ ਟੀਮ ਹੈ ਜਿਹੜੀ, ਉਹਦਾ 골ਡ ਆਇਆ ਸੀ। ਆਪਣੀ ਹਾਕੀ ਟੀਮ ਹੈ ਜਿਹੜਾ, ਉਹਦਾ 골ਡ ਆਇਆ ਸੀ, ਯਾਦ ਰੱਖਣਾ ਹੈ। ਉਸ ਤੋਂ ਬਾਅਦ 1932 ਦੇ ਵਿੱਚ ਫੇਰ 골ਡ ਆਂਦਾ ਹੈ, 1936 ਦੇ ਵਿੱਚ ਫੇਰ 골ਡ ਆਂਦਾ ਹੈ ਬਈ, 1948 ਦੇ ਵਿੱਚ, ਕਿਉਂਕਿ ਉਸ ਤੋਂ ਬਾਅਦ 올림픽 ਹੈ ਜਿਹੜੇ ਨਹੀਂ ਹੋਏ। ਠੀਕ ਹੈ ਨਾ, 1948 ਦੇ ਵਿੱਚ ਫੇਰ 골ਡ ਆਂਦਾ ਆਪਣੀ ਹਾਕੀ ਟੀਮ ਦਾ। ਇਹ ਮੋਸਟ ਇੰਪੋਰਟੈਂਟ ਹੈ 1952, ਇਹ ਮੋਸਟ ਇੰਪੋਰਟੈਂਟ ਹੈ ਬਈ। 1952 ਦਾ ਜਿਹੜਾ ਹੈਲਸਿੰਕੀ ਦਾ 올림픽 ਸੀਗਾ 1952 ਵਾਲਾ, ਇੱਥੇ ਹਾਕੀ ਦਾ ਤਾਂ 골ਡ ਆ ਰਿਹਾ ਹੈ, ਕੋਈ ਚੱਕਰ ਨਹੀਂ, ਹਾਕੀ ਤਾਂ 골ਡ ਲੈ ਕੇ ਆ ਰਹੀ ਹੈ। ਇੱਕ ਬ੍ਰੌਂਜ ਮੈਡਲ ਵੀ ਜਿੱਤਿਆ ਜਾਂਦਾ ਹੈ ਕੇ.ਡੀ. ਜਾਦਵ ਦੇ ਦੁਆਰਾ, ਜਿਹੜੇ ਕਿ ਸੀਗੇ ਰੈਸਲਰ। ਓਕੇ, ਇੱਕ ਬ੍ਰੌਂਜ ਮੈਡਲ ਵੀ ਜਿੱਤਿਆ ਜਾਂਦਾ। ਤੇ ਇਹ ਦੇਖੋ ਹਾਕੀ ਟੀਮ ਹੈ, ਇਹ ਕਿਸੇ ਇੱਕ ਬੰਦੇ ਦਾ ਮੈਡਲ ਨਹੀਂ ਹੈਗਾ, ਪੂਰੀ ਟੀਮ ਦਾ ਮੈਡਲ ਹੈ। ਠੀਕ ਹੈ ਨਾ, ਪੂਰੀ ਟੀਮ ਨੇ ਮੈਡਲ ਜਿੱਤਿਆ। ਬਟ ਇਹ ਜਿਹੜਾ ਬ੍ਰੌਂਜ ਹੈਗਾ ਕੇ.ਡੀ. ਜਾਦਵ ਰੈਸਲਰ ਹੈ, ਉਹਨੇ ਇਕੱਲੇ ਨੇ ਮੈਡਲ ਜਿੱਤਿਆ। ਤਾਂ ਇਹ ਕੁਐਸਚਨ ਡਾਇਰੈਕਟ ਆਂਦਾ ਹੈ ਕਿ ਪਹਿਲਾ ਇੰਡੀਅਨ ਕੌਣ ਸੀਗਾ ਜਿਹਨੇ ਇੰਡੀਵਿਜੂਅਲੀ ਮੈਡਲ ਜਿੱਤਿਆ, ਤਾਂ ਉਹ ਸੀਗੇ ਬਈ ਕੇ.ਡੀ. ਜਾਦਵ ਰੈਸਲਰ ਸੀਗੇ, ਮਹਾਰਾਸ਼ਟਰ ਦੇ ਕੋਲਾਪੁਰ ਦੇ ਰਹਿਣ ਵਾਲੇ ਸੀ। ਯਾਦ ਰੱਖਣਾ, ਪਹਿਲਾ ਬ੍ਰੌਂਜ ਕਿਹਨੇ ਜਿੱਤਿਆ। ਦੇਖੋ, ਜੇ ਤੁਹਾਨੂੰ ਪੁੱਛਿਆ ਜਾਵੇ ਕਿ ਇੰਡੀਆ ਨੇ ਪਹਿਲਾ ਮੈਡਲ, ਮਤਲਬ ਇੰਡੀਆ ਦੇ ਕਿਹੜੇ ਖਿਡਾਰੀ ਨੇ ਇੰਡੀਵਿਜੂਅਲ ਕੈਟਾਗਰੀ ਦੇ ਵਿੱਚ ਪਹਿਲਾ ਮੈਡਲ ਜਿੱਤਿਆ, ਤਾਂ ਉਹ ਸੀਗੇ ਬਈ ਕੇ.ਡੀ. ਜਾਦਵ। ਇੰਡੀਵਿਜੂਅਲੀ ਗੇਮ ਹੋ ਗਈ ਨਾ, ਇਹਨਾਂ ਦੀ ਇੰਡੀਵਿਜੂਅਲੀ ਗੇਮ ਹੋ ਗਈ, ਇਕੱਲ ਸਪਰਧਾ ਹੋ ਗਈ। ਠੀਕ ਹੈ, ਤੇ ਇਹ ਟੀਮ ਦੀ ਹੋ ਗਈ। ਤਾਂ ਪਹਿਲਾ ਮੈਡਲ ਜਿੱਤਿਆ ਕੇ.ਡੀ. ਜਾਦਵ ਨੇ, ਬ੍ਰੌਂਜ ਮੈਡਲ ਜਿੱਤਿਆ। ਉਸ ਤੋਂ ਬਾਅਦ ਯਾਦ ਰੱਖਣਾ
ਉਸ ਤੋਂ ਬਾਅਦ 1956 ਦੇ ਵਿੱਚ ਫਿਰ ਆਪਣਾ ਹਾਕੀ ਟੀਮ ਦਾ 골ਡ ਮੈਡਲ ਆਇਆ। 1960 ਦੇ ਵਿੱਚ ਫਿਰ ਪਹਿਲੀ ਵਾਰ ਇੰਡੀਅਨ ਹਾਕੀ ਟੀਮ ਨੇ ਸਿਲਵਰ ਜਿੱਤਿਆ। ਮਤਲਬ 골ਡ ਹੁਣ ਆਪਣਾ ਥੋੜਾ ਕੀ ਹੈ ਘਟ ਗਿਆ ਹੈ ਨਾ, ਹਾਕੀ ਦਾ ਵਰਚਸਵ ਹੈ ਜਿਹੜਾ ਸੀਗਾ 올림픽 ਦੇ ਵਿੱਚ ਉਹ ਥੋੜਾ ਜਿਹਾ ਘਟ ਹੋ ਗਿਆ। ਉਸ ਤੋਂ ਬਾਅਦ 1964 ਦੇ ਵਿੱਚ ਟੋਕੀਓ ਜਾਪਾਨ ਦੇ ਵਿੱਚ 올림픽 ਹੋਇਆ। ਯਾਦ ਰੱਖਣਾ ਹੈ ਜਿਹੜਾ 2020 ਦੇ ਵਿੱਚ ਹੋਇਆ ਉਹ ਵੀ ਟੋਕੀਓ ਜਾਪਾਨ ਦੇ ਵਿੱਚ ਹੋਇਆ ਸੀ। 1964 ਵਾਲਾ ਵੀ ਟੋਕੀਓ ਜਾਪਾਨ ਦੇ ਵਿੱਚ ਹੋਇਆ ਸੀ। ਇੱਥੇ ਵੀ ਆਪਣੀ ਹਾਕੀ ਟੀਮ ਨੇ 골ਡ ਜਿੱਤਿਆ। 1968 ਦੇ ਵਿੱਚ ਮੈਕਸੀਕੋ ਦੇ ਵਿੱਚ 올림픽 ਹੋਇਆ, ਇੱਥੇ ਬ੍ਰੌਂਜ ਮੈਡਲ ਜਿੱਤਿਆ ਹਾਕੀ ਟੀਮ ਨੇ ਪਹਿਲੀ ਵਾਰ। 1972 ਮਿਊਨਿਕ ਵਿੱਚ ਹੋਇਆ, ਇੱਥੇ ਵੀ ਹਾਕੀ ਟੀਮ ਨੇ ਬ੍ਰੌਂਜ ਜਿੱਤਿਆ। ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜਾ ਮੇਨ ਪੁਆਇੰਟ ਹੈਗਾ ਯਾਦ ਰੱਖਣ ਵਾਲਾ, ਇੱਕ ਤਾਂ ਇਹ ਯਾਦ ਰੱਖੋ ਬਈ ਪਹਿਲੀ ਵਾਰ ਹਾਕੀ ਨੇ 골ਡ ਮੈਡਲ ਕਦੋਂ ਜਿੱਤਿਆ। 1928 ਦੇ ਵਿੱਚ ਆਪਣੀ ਹਾਕੀ ਟੀਮ ਦਾ ਪਹਿਲੀ ਵਾਰ ਮੈਡਲ ਆਇਆ ਸੀ। ਪਹਿਲੀ ਵਾਰ ਮੈਡਲ ਕਦੋਂ ਆਇਆ? 1928 ਐਮਸਟਰਡਮ ਹਾਕੀ ਟੀਮ ਦਾ ਪਹਿਲੀ ਵਾਰ 골ਡ ਆਇਆ। ਉਸ ਤੋਂ ਬਾਅਦ ਪਹਿਲੀ ਵਾਰ ਇੰਡੀਆ ਦਾ ਇੰਡੀਵਿਜੂਅਲ ਕਿਸੇ ਬੰਦੇ ਨੇ ਮੈਡਲ ਜਿੱਤਿਆ ਹੋਵੇ ਤਾਂ ਉਹ ਸੀਗਾ KD ਜਾਦਵ, ਰੈਸਲਰ ਸੀਗਾ। ਵੀ ਰੈਸਲਰ, ਇਹਦੀ ਗੇਮ ਵੀ ਯਾਦ ਰੱਖਣੀ ਹੈ, ਰੈਸਲਰ ਸੀਗਾ, ਮਹਾਰਾਸ਼ਟਰ ਤੋਂ ਸੀਗਾ, ਬ੍ਰੌਂਜ ਜਿੱਤਿਆ ਇਹਨੇ। ਤਾਂ ਪਹਿਲਾ ਮੈਡਲ 1952 ਦੇ ਹੈਲਸਿੰਕੀ 올림픽 ਤੋਂ ਆਇਆ। ਓਕੇ, ਉਸ ਤੋਂ ਬਾਅਦ ਪਹਿਲੀ ਵਾਰ ਇੰਡੀਆ ਦੀ ਹਾਕੀ ਟੀਮ ਨੇ ਸਿਲਵਰ ਜਿੱਤਿਆ 1964 ਦੇ ਵਿੱਚ। ਤੇ ਪਹਿਲੀ ਵਾਰ ਬ੍ਰੌਂਜ ਕਦੋਂ ਜਿੱਤਿਆ ਹਾਕੀ ਟੀਮ ਨੇ? 1968 ਮੈਕਸੀਕੋ। ਤੇ ਲਾਸਟ ਵਾਰ ਵੀ ਬ੍ਰੌਂਜ ਹੀ ਜਿੱਤਿਆ 1920 ਦੇ 올림픽 ਦੇ ਵਿੱਚ। ਠੀਕ ਹੈ ਨਾ, ਤਾਂ ਇਹ ਵੀ ਯਾਦ ਰੱਖਣਾ ਹੈ। ਲਾਸਟ ਵਾਰ ਜਿਹੜਾ ਜਿੱਤਿਆ ਗਿਆ ਉਹ 2020 ਦਾ 올림픽 ਸੀਗਾ ਟੋਕੀਓ ਜਾਪਾਨ, ਤੇ ਪਹਿਲੀ ਵਾਰ ਜਿੱਤਿਆ ਸੀਗਾ ਬ੍ਰੌਂਜ 1968 ਮੈਕਸੀਕੋ ਦੇ ਵਿੱਚ। ਇਹ ਇਹਦੀ ਹਿਸਟਰੀ ਹੋ ਗਈ। ਉਸ ਤੋਂ ਬਾਅਦ 1976 ਦੇ ਵਿੱਚ ਕੋਈ ਮੈਡਲ ਨਹੀਂ ਆਇਆ, ਆਪਣਾ ਹਾਕੀ ਨੇ ਵੀ ਨਹੀਂ ਕੁਝ ਜਿੱਤਿਆ ਤੇ ਬਾਕੀ ਵੀ ਕਿਸੇ ਨੇ ਕੁਝ ਨਹੀਂ ਜਿੱਤਿਆ ਬਈ। ਠੀਕ ਹੈ, ਇਹਨੂੰ ਮੈਂ ਥੋੜਾ ਜਿਹਾ ਛੋਟਾ ਕਰਦਾ। ਉਸ ਤੋਂ ਬਾਅਦ ਬਈ ਮੈਕਸੀਕੋ ਕਹਿੰਦਾ ਮਾਸਕੋ। ਠੀਕ ਹੈ, 1980 ਦੇ ਵਿੱਚ ਮਾਸਕੋ ਰੂਸ ਦੇ ਵਿੱਚ ਹੈਗਾ ਆ। ਪਹਿਲਾ 골ਡ ਮੈਡਲ, ਮਤਲਬ ਇੱਕ 골ਡ ਮੈਡਲ ਆਇਆ ਤੇ ਉਸ ਤੋਂ ਬਾਅਦ ਕੋਈ ਵੀ ਮੈਡਲ ਨਹੀਂ ਆਇਆ ਹਾਕੀ ਦਾ। ਲਾਸਟ ਵਾਰ ਬਸ ਹੁਣ 2021 ਦੇ ਵਿੱਚ ਆਇਆ, ਮਤਲਬ 41 ਸਾਲਾਂ ਤੋਂ ਬਾਅਦ। 41 ਸਾਲਾਂ ਤੋਂ ਬਾਅਦ 2021 ਦੇ ਵਿੱਚ ਜਾਂ 2020 ਵਾਲਾ ਜਿਹੜਾ 올림픽 ਹੈ ਉੱਥੇ ਆਇਆ। ਤਾਂ ਤੁਸੀਂ ਦੇਖ ਸਕਦੇ ਹੋ 1980 ਦੇ ਵਿੱਚ ਆਖਰੀ ਵਾਰ 골ਡ ਮੈਡਲ ਜਿੱਤਿਆ ਸੀ ਇੰਡੀਆ ਦੀ ਹਾਕੀ ਟੀਮ ਨੇ। ਮੋਸਟ ਇੰਪੋਰਟੈਂਟ ਲਾਈਨ ਹੈ, ਡਾਇਰੈਕਟ ਕਰਕੇ ਕੁਐਸਚਨ ਆਉਂਦਾ ਹੈ ਕਿ ਐਂਡ ਆਫ ਦਾ ਹਾਕੀ ਕਿਹੜੇ 올림픽 ਨੂੰ ਕਿਹਾ ਜਾਂਦਾ ਹੈ? ਐਂਡ ਆਫ ਦਾ ਹਾਕੀ ਹੁਣ ਤਾਂ ਕਹਿ ਨਹੀਂ ਸਕਦੇ, ਹੁਣ ਤਾਂ ਐਂਡ ਰਿਹਾ ਨਹੀਂ, ਕਿਉਂਕਿ ਹੁਣ ਤਾਂ ਲਾਸਟ ਵਾਰ ਜਿਹੜਾ 올림픽 ਹੋਇਆ ਉੱਥੇ ਆਪਾਂ ਨੇ ਜਿੱਤ ਲਿਆ। ਬਟ ਫਿਰ ਵੀ ਕੁਐਸਚਨ ਬਣਦਾ ਹੈ ਕਿ ਐਂਡ ਆਫ ਦਾ ਹਾਕੀ ਕਿਹਨੂੰ ਕਿਹਾ ਜਾਂਦਾ? ਤਾਂ 1980 ਵਾਲੇ ਮਾਸਕੋ 올림픽 ਨੂੰ ਐਂਡ ਆਫ ਦਾ ਹਾਕੀ ਕਿਹਾ ਜਾਂਦਾ ਹੈ। ਠੀਕ ਹੈ, ਉਸ ਤੋਂ ਬਾਅਦ ਬਈ 1984, 88, 92 ਕੋਈ ਮੈਡਲ ਨਹੀਂ ਆਇਆ। 1996 ਦੇ ਵਿੱਚ ਅਟਲਾਂਟਾ ਦੇ ਵਿੱਚ ਜਿਹੜਾ 올림픽 ਹੋਇਆ ਸੀ ਉੱਥੇ ਇੱਕ ਬ੍ਰੌਂਜ ਮੈਡਲ ਆਇਆ। ਲਿਆਂਡਰ ਪੇਸ ਜਿਹੜੇ ਆਪਣੇ ਟੈਨਿਸ ਦੇ ਖਿਡਾਰੀ ਆ ਉਹਨਾਂ ਨੇ ਜਿੱਤਿਆ। 2000 ਦੇ ਵਿੱਚ ਸਿਡਨੀ 올림픽 ਹੁੰਦਾ, ਇੱਥੇ ਇੱਕ ਬ੍ਰੌਂਜ ਮੈਡਲ ਆਉਂਦਾ ਹੈ ਕਰਨਮ ਮਲੇਸ਼ਵਰੀ ਦੇ ਦੁਆਰਾ। ਹੁਣ ਤੱਕ ਵੇਟ ਲਿਫਟਿੰਗ ਗੇਮ ਹੈ ਇਹਨਾਂ ਦੀ, ਹੁਣ ਤੱਕ ਕਿਸੇ ਵੀ ਮਹਿਲਾ ਖਿਡਾਰੀ ਨੇ 올림픽 ਦੇ ਵਿੱਚ ਮੈਡਲ ਨਹੀਂ ਜਿੱਤਿਆ ਸੀ। ਤਾਂ 올림픽 ਦੇ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰੀ ਕੌਣ ਹੈ? ਕਰਨਮ ਮਲੇਸ਼ਵਰੀ। ਕਦ ਜਿੱਤਿਆ? 2000 ਦਾ ਜਿਹੜਾ ਸਿਡਨੀ 올림픽 ਸੀਗਾ ਉੱਥੇ ਜਿੱਤਿਆ। ਠੀਕ ਹੈ, ਗੇਮ ਕਿਹੜੀ ਸੀ ਇਹਨਾਂ ਦੀ? ਵੇਟ ਲਿਫਟਿੰਗ। ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਹੀ ਜ਼ਿਆਦਾ ਯਾਦ ਰੱਖਣਾ ਹੈ। ਠੀਕ ਹੈ ਨਾ, ਉਸ ਤੋਂ ਬਾਅਦ 2004 ਦੇ ਵਿੱਚ ਐਥਨਸ ਦੇ ਵਿੱਚ 올림픽 ਹੁੰਦੇ ਆ ਤੇ ਇੱਕ ਸਿਲਵਰ ਮੈਡਲ ਆਉਂਦਾ ਹੈ ਰਾਜਵਰਧਨ ਸਿੰਘ ਰਾਠੌਰ ਦੇ ਦੁਆਰਾ। ਇਹ ਸ਼ੂਟਿੰਗ ਗੇਮ ਦੇ ਵਿੱਚ ਜਿੱਤਿਆ ਜਾਂਦਾ ਹੈ। ਹੁਣ ਤੱਕ ਇੰਡੀਆ ਦੇ ਵਿੱਚ ਕਿਸੇ ਵੀ ਇੰਡੀਵਿਜੂਅਲ, ਮਤਲਬ ਕਿਸੇ ਵੀ ਬੰਦੇ ਨੇ ਸਿਲਵਰ ਮੈਡਲ ਨਹੀਂ ਜਿੱਤਿਆ ਸੀ। ਟੀਮ ਨੇ ਜ਼ਰੂਰ ਜਿੱਤਿਆ ਸੀ ਆਪਣੀ ਹਾਕੀ ਟੀਮ ਨੇ, ਬਟ ਕਿਸੇ ਵੀ ਇਕੱਲੇ ਵਿਅਕਤੀ ਨੇ, ਮਤਲਬ ਜਿਹੜੀ ਇਕੱਲੀ ਗੇਮ ਹੁੰਦੀ ਹੈ ਜਿਵੇਂ ਹਨਾ ਸ਼ੂਟਿੰਗ ਹੋ ਗਈ, ਰਨਿੰਗ ਹੋ ਗਈ ਹਨਾ, ਇਹਦੇ ਵਿੱਚ ਕਿਸੇ ਵੀ ਵਿਅਕਤੀ ਨੇ ਸਿਲਵਰ ਮੈਡਲ ਨਹੀਂ ਜਿੱਤਿਆ ਸੀ। ਪਹਿਲੀ ਵਾਰ ਜਿਹੜਾ ਬੰਦਾ ਜਿੱਤਦਾ ਉਹ ਸੀਗੇ ਰਾਜਵਰਧਨ ਸਿੰਘ ਰਾਠੌੜ। 2004 ਦਾ ਐਥਨਸ 올림픽 ਸੀਗਾ। ਤਾਂ ਯਾਦ ਰੱਖਣਾ ਹੈ ਪਹਿਲੀ ਵਾਰ ਸਿਲਵਰ ਮੈਡਲ ਜਿੱਤਣ ਵਾਲਾ ਇੰਡੀਅਨ ਖਿਡਾਰੀ ਕੌਣ ਸੀਗਾ? ਰਾਜਵਰਧਨ ਸਿੰਘ ਰਾਠੌੜ। 2004 ਐਥਨਸ 올림픽 ਸ਼ੂਟਿੰਗ ਉਹਨਾਂ ਦੀ ਗੇਮ ਹੈ। ਉਸ ਤੋਂ ਬਾਅਦ 2008 ਦਾ ਬੀਜਿੰਗ 올림픽 ਹੁੰਦਾ ਹੈ ਬਈ, ਬੀਜਿੰਗ ਚਾਈਨਾ ਦੇ ਵਿੱਚ ਹੈ ਹਨਾ। ਪਹਿਲੀ ਵਾਰ, ਅੱਛਾ ਇੱਥੇ ਕੀ ਹੈ, 3 ਮੈਡਲ ਆਏ ਆਪਣੇ, ਇੱਕ 골ਡ ਆਇਆ। 골ਡ ਕਿਹਨੇ ਜਿੱਤਿਆ? ਅਭਿਨਵ ਬਿੰਦਰਾ ਨੇ ਸ਼ੂਟਿੰਗ ਦੇ ਵਿੱਚ। ਅਭਿਨਵ ਬਿੰਦਰਾ ਪਹਿਲਾ ਵਿਅਕਤੀ ਸੀ ਜਿਹਨੇ ਇੰਡੀਆ ਦੇ ਵਿੱਚ 골ਡ ਜਿੱਤਿਆ, ਜਿਹੜੀ ਇੰਡੀਵਿਜੂਅਲ ਕੈਟਾਗਰੀ ਆ ਉਹਦੇ ਵਿੱਚ। ਠੀਕ ਹੈ ਨਾ, ਮਤਲਬ ਟੀਮ ਨੇ ਤਾਂ, ਹਾਕੀ ਟੀਮ ਨੇ ਤਾਂ ਪਹਿਲਾਂ ਬਥੇਰੇ ਜਿੱਤੇ ਹੋਏ ਆ, ਬਟ ਕੋਈ ਵੀ ਅਜਿਹੀ ਗੇਮ ਨਹੀਂ ਸੀਗੀ ਜਿਹਦੇ ਚ ਮਤਲਬ ਕੰਪੀਟੀਸ਼ਨ ਹੈ ਜਿਹੜਾ ਕੱਲਮ ਕੱਲੀ ਹੋਵੇ ਹਨਾ। ਜਿਵੇਂ ਕੁਸ਼ਤੀ, ਮੈਂ ਹੁਣ ਤੋਂ ਰਾਜਵਰਧਨ ਸਿੰਘ ਰਾਠੌੜ ਦੀ ਐਗਜ਼ਾਮਪਲ ਦੇ ਕੇ ਹਟਿਆ ਤੁਹਾਨੂੰ ਹਨਾ। ਤਾਂ ਸੇਮ ਹੈ, ਸ਼ੂਟਿੰਗ ਦੇ ਵਿੱਚ 골ਡ ਮੈਡਲ ਆਉਂਦਾ ਹੈ ਅਭਿਨਵ ਬਿੰਦਰਾ ਦਾ। ਇਹ ਪਹਿਲੇ ਇੰਡੀਅਨ ਹੈ ਜਿਨ੍ਹਾਂ ਨੇ 골ਡ ਮੈਡਲ ਜਿੱਤਿਆ, ਯਾਦ ਰੱਖਣਾ, ਮੋਸਟ ਇੰਪੋਰਟੈਂਟ ਹੈ। ਉਸ ਤੋਂ ਬਾਅਦ ਇੱਕ ਬ੍ਰੌਂਜ ਆਉਂਦਾ ਹੈ ਵਿਜੇਂਦਰ ਸਿੰਘ ਦਾ ਬਾਕਸਿੰਗ ਦੇ ਵਿੱਚ, ਇੱਕ ਬ੍ਰੌਂਜ ਆਉਂਦਾ ਹੈ ਸੁਸ਼ੀਲ ਕੁਮਾਰ ਦਾ ਰੈਸਲਿੰਗ ਦੇ ਵਿੱਚ। ਇਹ 3 ਮੈਡਲ ਆਏ ਆ 2008 ਦੇ ਬੀਜਿੰਗ 올림픽 ਦੇ ਵਿੱਚ। ਠੀਕ ਹੈ, ਇਹਨਾਂ ਦੇ ਵਿੱਚੋਂ ਯਾਦ ਰੱਖਣ ਵਾਲੀ ਕਿਹੜੀ ਚੀਜ਼ਾਂ ਨੇ? ਜਿਹੜੀ ਇੱਕ ਤਾਂ ਰੈੱਡ ਮਾਰਕ ਕਰਿਆ ਹੋਇਆ ਜਿਨ੍ਹਾਂ ਤੇ, ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਐਂਡ ਆਫ ਦਾ ਹਾਕੀ ਪੁੱਛਿਆ ਜਾਂਦਾ ਹੈ 1980। ਠੀਕ ਹੈ, ਉਸ ਤੋਂ ਬਾਅਦ ਪਹਿਲੀ ਮਹਿਲਾ ਕਰਨਮ ਮਲੇਸ਼ਵਰੀ 2000 ਸਿਡਨੀ 올림픽। ਉਸ ਤੋਂ ਬਾਅਦ ਪਹਿਲਾ ਸਿਲਵਰ
ਇੰਡੀਆ ਫਸਟ ਇੰਡੀਅਨ ਜਿਹਨੇ ਸਿਲਵਰ ਮੈਡਲ ਜਿੱਤਿਆ 올림픽 ਦੇ ਵਿੱਚ ਉਹ ਸੀਗਾ ਬਈ ਰਾਜਵਰਧਨ ਸਿੰਘ ਰਾਠੌੜ, ਤੇ ਪਹਿਲਾ ਇੰਡੀਅਨ ਜਿਹਨੇ 골ਡ ਮੈਡਲ ਜਿੱਤਿਆ 올림픽 ਦੇ ਵਿੱਚ ਉਹ ਸੀਗੇ ਬਈ ਅਭਿਨਵ ਬਿੰਦਰਾ ਸ਼ੂਟਿੰਗ ਦੇ ਵਿੱਚ। ਠੀਕ ਹੈ, ਯਾਦ ਰੱਖਣਾ। ਉਸ ਤੋਂ ਬਾਅਦ ਬਈ 2012 ਦਾ 올림픽 ਹੁੰਦਾ ਲੰਡਨ ਦੇ ਵਿੱਚ ਤੇ ਆਪਣੇ ਆਉਂਦੇ ਆ 6 ਮੈਡਲ। ਹੁਣ ਤੱਕ ਦਾ ਇੰਡੀਆ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀਗਾ, ਮਤਲਬ ਹੁਣ ਤਾਂ ਚਲੋ 2020 ਵਾਲਾ ਹੋ ਗਿਆ, ਬਟ 2012 ਦੀ ਮੈਂ ਗੱਲ ਕਰਾਂ, 2012 ਤੱਕ ਸਭ ਤੋਂ ਵਧੀਆ ਪ੍ਰਦਰਸ਼ਨ ਇਹਨਾਂ ਦਾ ਇਹ ਰਿਹਾ ਸੀਗਾ। 6 ਮੈਡਲ ਆਪਣੇ ਆਏ ਸੀ, 골ਡ ਕੋਈ ਨਹੀਂ ਸੀ ਬਟ 2 ਸਿਲਵਰ ਸੀਗੇ ਤੇ 4 ਸੀਗੇ ਬ੍ਰੌਂਜ। ਓਕੇ, ਸਿਲਵਰ ਕਿਨੇ ਕਿਨੇ ਜਿੱਤਿਆ? ਵਿਜੇ ਕੁਮਾਰ ਨੇ ਸ਼ੂਟਿੰਗ ਦੇ ਵਿੱਚ ਜਿੱਤਿਆ, ਸੁਸ਼ੀਲ ਕੁਮਾਰ ਨੇ ਰੈਸਲਿੰਗ ਦੇ ਵਿੱਚ ਜਿੱਤਿਆ 1 ਸਿਲਵਰ। ਤੇ ਇਸ ਤੋਂ ਪਹਿਲਾਂ ਜਿਹੜੇ ਸੁਸ਼ੀਲ ਕੁਮਾਰ ਸੀਗੇ, ਲਾਸਟ ਵਾਰ ਦੇਖੋ ਜਿਹੜਾ ਲਾਸਟ 올림픽 ਸੀਗਾ 2008 ਵਾਲਾ, ਉਹਦੇ ਵਿੱਚ ਸਿਲਵਰ ਤਾਂ ਨਹੀਂ ਪਰ ਬ੍ਰੌਂਜ ਉਹਨਾਂ ਨੇ ਜ਼ਰੂਰ ਜਿੱਤਿਆ ਸੀ। ਠੀਕ ਹੈ, ਸੁਸ਼ੀਲ ਕੁਮਾਰ ਨੇ, ਇਹ ਉਹੀ ਸੁਸ਼ੀਲ ਕੁਮਾਰ ਹੈ। 2008 ਦੇ ਵਿੱਚ ਇਹਨੇ ਬ੍ਰੌਂਜ ਜਿੱਤਿਆ, ਅਗਲੇ ਹੀ 올림픽 2012 ਦੇ ਵਿੱਚ ਇਹਨੇ ਸਿਲਵਰ ਜਿੱਤਿਆ। ਤਾਂ ਲਗਾਤਾਰ 2 올림픽 ਦੇ ਵਿੱਚ ਮੈਡਲ ਜਿੱਤਣ ਵਾਲਾ ਇਕਲੌਤਾ ਇੰਡੀਅਨ ਹੈ। ਠੀਕ ਹੈ, ਯਾਦ ਰੱਖਣਾ ਇਸ ਟਾਈਮ ਪਹਿਲਾਂ ਇਹਨੇ ਬ੍ਰੌਂਜ ਜਿੱਤਿਆ ਬਈ, ਉਸ ਤੋਂ ਬਾਅਦ ਇਹਨੇ ਸਿਲਵਰ ਜਿੱਤਿਆ ਸੁਸ਼ੀਲ ਕੁਮਾਰ ਨੇ। ਤਾਂ ਤੁਸੀਂ ਕਹਿ ਸਕਦੇ ਹੋ ਮੈਨੂੰ 2 ਮੈਡਲ ਜਿੱਤਣ ਵਾਲਾ ਪਹਿਲਾ ਇੰਡੀਅਨ ਕੌਣ ਹੈ? 2 올림픽 ਮੈਡਲ ਜਿੱਤਣ ਵਾਲਾ ਪਹਿਲਾ ਇੰਡੀਅਨ ਕੌਣ ਹੈ? ਸੁਸ਼ੀਲ ਕੁਮਾਰ। ਓਕੇ, 2 올림픽 ਮੈਡਲ ਜਿੱਤਣ ਵਾਲਾ ਪਹਿਲਾ ਇੰਡੀਅਨ ਕੌਣ ਹੈ? ਸੁਸ਼ੀਲ ਕੁਮਾਰ ਹੈ। ਤੇ ਬੰਦੇ ਦੀ ਕਿਸਮਤ ਦੇਖ ਲਓ, ਅੱਜ ਇਹ ਜੇਲ੍ਹ ਦੇ ਵਿੱਚ ਬੈਠੇ, ਪਤਾ ਹੈ ਤੁਹਾਨੂੰ, ਮਰਡਰ ਕੇਸ ਦੇ ਵਿੱਚ ਇਹ ਹੁਣ ਜੇਲ੍ਹ ਦੇ ਵਿੱਚ ਬੈਠਿਆ। ਠੀਕ ਹੈ, ਉਸ ਤੋਂ ਬਾਅਦ ਬਈ 1 ਬ੍ਰੌਂਜ ਆਇਆ ਗਗਨ ਨਾਰੰਗ ਦਾ ਸ਼ੂਟਿੰਗ ਦੇ ਵਿੱਚ, 1 ਬ੍ਰੌਂਜ ਆਇਆ ਸਾਈਨਾ ਨਹਿਵਾਲ ਦਾ ਬੈਡਮਿੰਟਨ ਦੇ ਵਿੱਚ, 1 ਬ੍ਰੌਂਜ ਆਇਆ ਮੈਰੀ ਕੋਮ ਦਾ ਬਾਕਸਿੰਗ ਦੇ ਵਿੱਚ, ਤੇ 1 ਬ੍ਰੌਂਜ ਆਇਆ ਯੋਗੇਸ਼ਵਰ ਦੱਤ ਦਾ ਰੈਸਲਿੰਗ ਦੇ ਵਿੱਚ। ਠੀਕ ਹੈ, ਤਾਂ ਇਹ ਯਾਦ ਰੱਖਣਾ ਹੈ ਬਈ। ਇਹਨਾਂ ਦੇ ਵਿੱਚੋਂ ਯਾਦ ਰੱਖਣ ਵਾਲੀ ਜਿਹੜੀ ਸਭ ਤੋਂ ਮੇਨ ਗੱਲ ਹੈਗੀ ਹੈ ਉਹ ਹੈਗੀ ਹੈ ਸੁਸ਼ੀਲ ਕੁਮਾਰ ਵਾਲੀ। ਠੀਕ ਹੈ, ਓਕੇ। ਉਸ ਤੋਂ ਬਾਅਦ ਫਿਰ ਬਈ 2016 ਦਾ 올림픽 ਹੁੰਦਾ, ਆਪਣੇ ਸਿਰਫ 2 ਹੀ ਮੈਡਲ ਆਉਂਦੇ ਆ ਤੇ ਉਹ ਵੀ 2 ਲੜਕੀਆਂ ਹੀ ਮੈਡਲ ਲੈ ਕੇ ਆਉਂਦੀਆਂ। ਇਹ 2016 ਦਾ 올림픽 ਕਿੱਥੇ ਹੋਇਆ ਸੀ? ਰੀਓ ਡੀ ਜਨੇਰੀਓ ਬ੍ਰਾਜ਼ੀਲ ਦੇ ਵਿੱਚ ਇੱਕ ਸ਼ਹਿਰ ਹੈ। ਠੀਕ ਹੈ, ਇੱਕ ਜਿਹੜਾ ਸਿਲਵਰ ਮੈਡਲ ਆਇਆ ਉਹ ਪੀਵੀ ਸਿੰਧੂ ਦਾ ਆਇਆ ਬੈਡਮਿੰਟਨ ਦੇ ਵਿੱਚ। ਹੁਣ ਤੱਕ ਕੋਈ ਵੀ ਮਹਿਲਾ ਖਿਡਾਰੀ ਅਜਿਹੀ ਨਹੀਂ ਸੀ ਜਿਹਨੇ ਸਿਲਵਰ ਮੈਡਲ ਜਿੱਤਿਆ ਹੋਵੇ। ਇਸ ਤੋਂ ਪਹਿਲਾਂ ਮਹਿਲਾਵਾਂ ਦਾ 1 ਮੈਡਲ ਆਇਆ ਸੀ ਬ੍ਰੌਂਜ, ਉਹ ਕਿਹਦਾ ਆਇਆ ਸੀ? ਕਰਨਮ ਮਲੇਸ਼ਵਰੀ ਦਾ ਆਇਆ ਸੀ। ਸਿਲਵਰ ਮੈਡਲ ਅੱਜ ਤੱਕ ਕਿਸੇ ਵੀ ਮਹਿਲਾ ਖਿਡਾਰੀ ਨੇ ਨਹੀਂ ਜਿੱਤਿਆ ਸੀ। ਤਾਂ ਪਹਿਲਾ ਸਿਲਵਰ ਮੈਡਲ ਜਿੱਤਣ ਵਾਲੀ ਮਹਿਲਾ ਖਿਡਾਰੀ ਕੌਣ ਹੈ? ਪੀਵੀ ਸਿੰਧੂ ਹੈ ਬੈਡਮਿੰਟਨ ਦੇ ਵਿੱਚ। ਕਦੋਂ? 2016 ਰੀਓ ਡੀ ਜਨੇਰੀਓ ਦਾ 올림픽 ਸੀਗਾ ਬ੍ਰਾਜ਼ੀਲ ਦੇ ਵਿੱਚ। 1 ਬ੍ਰੌਂਜ ਆਇਆ ਸਾਕਸ਼ੀ ਮਲਿਕ ਦਾ ਰੈਸਲਿੰਗ ਦੇ ਵਿੱਚ। ਠੀਕ ਹੈ ਨਾ, ਤਾਂ ਇਹ ਯਾਦ ਰੱਖਣਾ ਬਈ। ਹੁਣ 2020 ਵਾਲੇ 올림픽 ਮਤਲਬ 2021 ਦੇ ਵਿੱਚੋਂ ਕੰਡਕਟ ਹੋਇਆ, 2020 ਚ ਨਹੀਂ ਹੋਏ, ਪੋਸਟਪੋਨਡ ਹੋ ਗਏ ਸੀ। ਠੀਕ ਹੈ ਨਾ, ਕਿੱਥੇ ਹੋਇਆ? ਟੋਕੀਓ ਜਾਪਾਨ। ਹਾਲਾਂਕਿ ਇਸ ਨੂੰ ਆਪਾਂ ਡਿਟੇਲ ਦੇ ਵਿੱਚ ਪੜਾਂਗੇ, ਬਟ ਇੱਥੇ ਤੁਸੀਂ ਇੱਕ ਵਾਰ ਨਿਗਾਹ ਮਾਰ ਲਓ ਹਲਕੀ ਜੀ। ਠੀਕ ਹੈ ਨਾ, ਕਿਉਂਕਿ ਆਪਾਂ ਸਾਰੇ 올림픽 ਪੜ੍ਹਦੇ ਆ ਰਹੇ ਹਾਂ ਤਾਂ ਇਹ ਵੀ ਜ਼ਰੂਰੀ ਹੈ। ਟੋਟਲ 7 ਮੈਡਲ ਆਪਣੇ ਆਏ ਆ, ਜਿਨ੍ਹਾਂ ਦੇ ਵਿੱਚ 1 골ਡ ਹੈ, 2 ਸਿਲਵਰ ਹੈ, 4 ਬ੍ਰੌਂਜ਼ ਹੈ। ਸਿੰਪਲ ਹੈ, 1 2 का 4, 1 2 का 4 ਇਦਾਂ ਯਾਦ ਰੱਖਣਾ, 1 2 का 4 ਯਾਨੀ ਟੋਟਲ 7। ਓਕੇ, ਤਾਂ 1 골ਡ ਆਇਆ। ਅਜਿਹਾ ਕੋਈ ਇੰਡੀਅਨ ਹੋਣਾ ਨਹੀਂ ਜਿਹਨੂੰ ਨਾ ਪਤਾ ਹੋਵੇ 골ਡ ਮੈਡਲ ਕਿਹਦਾ ਆਇਆ। ਨੀਰਜ ਚੋਪੜਾ ਦਾ 골ਡ ਮੈਡਲ ਆਇਆ ਐਥਲੈਟਿਕਸ ਦੇ ਵਿੱਚ, ਭਾਲਾ ਫੇਂਕ ਉਹਨਾਂ ਦੀ ਗੇਮ ਹੈ। ਠੀਕ ਹੈ, ਮੇਨ ਗੱਲ ਕੀ ਹੈ, ਇਹ ਪਹਿਲੇ ਇੰਡੀਅਨ ਨਹੀਂ ਹੈਗੇ 골ਡ ਮੈਡਲ ਜਿੱਤਣ ਵਾਲੇ। ਕਾਫੀ ਸਾਰੇ ਸਟੂਡੈਂਟ ਨੂੰ ਜੇ ਆਪਾਂ ਪੁੱਛਦੇ ਆ ਨਾ ਕਿ ਪਹਿਲਾ ਇੰਡੀਅਨ ਕੌਣ ਹੈ ਵੀ ਜਿਹਨੇ 올림픽 ਦੇ ਵਿੱਚ 골ਡ ਮੈਡਲ ਜਿੱਤਿਆ, ਨੀਰਜ ਚੋਪੜਾ। ਬਈ ਅਭਿਨਵ ਬਿੰਦਰਾ ਵੀ ਹੈਗੇ ਆ, ਇਹਨਾਂ ਤੋਂ ਪਹਿਲਾਂ ਅਭਿਨਵ ਬਿੰਦਰਾ ਜਿੱਤ ਚੁੱਕੇ ਆ। ਠੀਕ ਹੈ, 13 ਸਾਲ ਪਹਿਲਾਂ। ਇਹ ਵੀ ਯਾਦ ਰੱਖਣਾ ਕਿੰਨੇ ਸਾਲ ਪਹਿਲਾਂ। ਇਹ ਕੁਐਸਚਨ ਆਇਆ ਹੋਇਆ ਹੁਣ ਥੋੜੇ ਟਾਈਮ ਪਹਿਲਾਂ ਜਿਹੜੇ ਐਗਜ਼ਾਮ ਹੋਏ ਸੀ ਉਹਨਾਂ ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਕਿ ਇੰਡੀਵਿਜੂਅਲ ਗੇਮ ਦੇ ਵਿੱਚ, ਇੰਡੀਵਿਜੂਅਲ ਕੈਟਾਗਰੀ ਦੀ ਗੇਮਾਂ ਹੁੰਦੀ ਹੈ ਜਿਹੜੀ ਇਕੱਲ ਸਪਰਦਾ, ਕੱਲਮ ਕੱਲੀ, ਹਨਾ, ਟੀਮ ਨਹੀਂ ਰਿਪਰੈਜ਼ੈਂਟ ਕਰਦੀ, ਇੱਥੇ ਕੱਲਾ ਬੰਦਾ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦਾ। ਕੱਲੇ ਵਾਲੀ ਗੇਮਾਂ ਦੇ ਵਿੱਚ 13 ਸਾਲ ਬਾਅਦ 골ਡ ਮੈਡਲ ਆਇਆ। ਇਸ ਤੋਂ ਪਹਿਲਾਂ 골ਡ ਮੈਡਲ ਕਿਹਦਾ ਆਇਆ ਸੀ? ਅਭਿਨਵ ਬਿੰਦਰਾ ਦਾ। ਆ ਦੇਖੋ, ਇਹ 1 골ਡ ਪਹਿਲਾਂ ਅਭਿਨਵ ਬਿੰਦਰਾ ਜਿੱਤ ਚੁੱਕੇ ਆ ਸ਼ੂਟਿੰਗ ਦੇ ਵਿੱਚ 2008 ਦੇ ਵਿੱਚ। ਠੀਕ ਹੈ, 2008 ਤੋਂ 13 ਸਾਲਾਂ ਬਾਅਦ ਹੁਣ ਆਇਆ। ਠੀਕ ਹੈ ਨਾ, 골ਡ। ਤਾਂ ਯਾਦ ਰੱਖਣਾ ਨੀਰਜ ਚੋਪੜਾ ਨੂੰ ਆਪਾਂ ਸੈਕਿੰਡ ਇੰਡੀਅਨ ਬੋਲਾਂਗੇ 골ਡ ਮੈਡਲ ਜਿੱਤਣ ਵਾਲਾ। ਓਕੇ, ਉਸ ਤੋਂ ਬਾਅਦ 1 ਸਿਲਵਰ ਆਇਆ ਬਈ ਮੀਰਾਬਾਈ ਚਾਨੂ ਦਾ ਰੈਸਲਿੰਗ ਦੇ ਵਿੱਚ। ਠੀਕ ਹੈ, ਤੇ 1 ਸਿਲਵਰ ਆਇਆ ਰਵੀ ਕੁਮਾਰ ਦਹੀਆ ਦਾ ਰੈਸਲਿੰਗ ਦੇ ਵਿੱਚ। 1 ਬ੍ਰੌਂਜ ਆਇਆ ਪੀਵੀ ਸਿੰਧੂ ਦਾ ਬੈਡਮਿੰਟਨ ਦੇ ਵਿੱਚ। ਤੇ ਪੀਵੀ ਸਿੰਧੂ ਤਾਂ ਪਹਿਲਾਂ ਵੀ ਮੈਡਲ ਜਿੱਤ ਚੁੱਕੀ ਹੈ। ਆ ਦੇਖੋ, ਲਾਸਟ 올림픽 ਦੇ ਵਿੱਚ ਪੀਵੀ ਸਿੰਧੂ ਨੇ ਸਿਲਵਰ ਜਿੱਤਿਆ ਸੀ, ਹਨਾ, ਤੇ ਇਸ ਵਾਰ ਇਹਨੇ ਬ੍ਰੌਂਜ ਜਿੱਤਿਆ। ਚਲੋ ਕੋਈ ਗੱਲ ਨਹੀਂ, ਪਹਿਲਾਂ ਸਿਲਵਰ ਆ ਗਿਆ ਸੀ, ਹੁਣ ਸਾਰਿਆਂ ਨੂੰ ਉਮੀਦ ਸੀ ਕਿ 골ਡ ਆਊਗਾ। ਚਲੋ ਕੋਈ ਨਹੀਂ, ਬ੍ਰੌਂਜ ਆਇਆ। ਤਾਂ ਮੇਨ ਗੱਲ ਕੀ ਹੈ, 2 ਮੈਡਲ ਜਿੱਤਣ ਵਾਲੀ ਇਕਲੌਤੀ ਇੰਡੀਅਨ ਮਹਿਲਾ ਸਪੋਰਟਸਮੈਨ ਹੈ। 2 올림픽 ਮੈਡਲ ਜਿੱਤਣ ਵਾਲੀ ਇਕਲੌਤੀ ਮਹਿਲਾ ਸਪੋਰਟਸਮੈਨ ਕੌਣ ਹੈ ਇੰਡੀਆ ਦੀ? ਪੀਵੀ ਸਿੰਧੂ ਹੈ। ਯਾਦ ਰੱਖਣਾ ਹੈ ਬਈ। ਹੁਣ 1 ਬ੍ਰੌਂਜ ਜਿੱਤਿਆ ਇਹਨੇ 2020 ਦੇ ਵਿੱਚ, ਤੇ ਉਸ ਤੋਂ ਪਹਿਲਾਂ ਲਾਸਟ 올림픽 ਦੇ ਵਿੱਚ ਇਹਨੇ ਸਿਲਵਰ ਜਿੱਤਿਆ ਸੀ। ਠੀਕ ਹੈ, 1 ਬ੍ਰੌਂਜ ਆਇਆ ਬਈ ਲਵਲੀਨਾ
ਬੋਰਗੀ ਹੋਨਕਾ ਬਾਕਸਿੰਗ ਦੇ ਵਿੱਚ, ਠੀਕ ਹੈ, ਮਹਿਲਾ ਖਿਡਾਰੀ ਹੈ ਅਸਾਮ ਦੀ। ਤੇ ਇੱਕ ਬ੍ਰੌਂਜ ਆਇਆ ਆਪਣੀ ਹਾਕੀ ਟੀਮ ਦਾ, ਮੋਸਟ ਇੰਪੋਰਟੈਂਟ, ਆਪਣੀ ਹਾਕੀ ਟੀਮ ਦਾ ਬ੍ਰੌਂਜ ਮੈਡਲ ਆਇਆ ਬਾਈ 41 ਸਾਲਾਂ ਤੋਂ ਬਾਅਦ, 41 ਸਾਲਾਂ ਤੋਂ ਬਾਅਦ। ਇਸ ਤੋਂ ਪਹਿਲਾਂ 1980 ਵਾਲਾ ਜਿਹੜਾ 올림픽 ਸੀਗਾ ਮਾਸਕੋ ਵਾਲਾ, ਹਨਾ, ਮਾਸਕੋ ਵਾਲਾ ਜਿਹਨੂੰ ਐਂਡ ਆਫ ਦਾ ਹਾਕੀ ਕਿਹਾ ਜਾਂਦਾ ਸੀ, ਉਸ ਟਾਈਮ ਆਇਆ ਸੀ ਮੈਡਲ। ਸਮਝਿਓ ਗੱਲ, 41 ਸਾਲਾਂ ਬਾਅਦ ਮੈਡਲ ਜਿੱਤਣ ਨੂੰ ਮਤਲਬ ਮੈਡਲ ਦੇਖਣ ਨੂੰ ਮਿਲਿਆ ਆਪਣੀ ਹਾਕੀ ਟੀਮ ਨੂੰ, ਯਾਦ ਰੱਖਣਾ ਹੈ। ਤੇ ਬ੍ਰੌਂਜ ਉਸ ਤੋਂ ਪਹਿਲਾਂ ਕਦੋਂ ਜਿੱਤਿਆ ਸੀ? 1980 ਦੇ ਵਿੱਚ ਤਾਂ ਇਹਨਾਂ ਨੇ 골ਡ ਜਿੱਤਿਆ ਸੀ, ਉਸ ਤੋਂ ਪਹਿਲਾਂ ਬ੍ਰੌਂਜ ਕਦੋਂ ਜਿੱਤਿਆ ਸੀ ਇਹ ਵੀ ਯਾਦ ਰੱਖ ਸਕਦੇ ਹੋ ਤੁਸੀਂ, ਠੀਕ ਹੈ ਨਾ। ਤਾਂ ਇਹ ਹਾਕੀ ਟੀਮ ਨੇ ਬ੍ਰੌਂਜ ਜਿੱਤਿਆ ਸੀ 1972 ਦੇ ਵਿੱਚ। ਆਖਰੀ ਵਾਰ ਇੰਡੀਆ ਦੀ ਹਾਕੀ ਟੀਮ ਨੇ ਬ੍ਰੌਂਜ ਕਦੋਂ ਜਿੱਤਿਆ ਸੀ? 1972 ਦੇ ਵਿੱਚ ਜਿੱਤਿਆ ਸੀ। 1972 ਤੋਂ ਬਾਅਦ ਹੁਣ 2021 ਦੇ ਵਿੱਚ ਇਹਨਾਂ ਨੂੰ ਬ੍ਰੌਂਜ ਹੈ ਜਿਹੜਾ ਉਹ ਮਿਲਿਆ, ਠੀਕ ਹੈ। ਇਹ ਕੁਐਸਚਨ ਬਣਾਉਣ ਵਾਲਾ ਕਿਤੋਂ ਵੀ ਕੁਐਸਚਨ ਬਣਾ ਸਕਦਾ ਹੈ। ਤੇ ਇੱਕ ਬ੍ਰੌਂਜ ਮੈਡਲ ਜਿੱਤਿਆ ਜਿਹੜਾ ਬਜਰੰਗ ਪੁਨੀਆ ਨੇ ਜਿੱਤਿਆ ਰੈਸਲਿੰਗ ਦੇ ਵਿੱਚ, ਠੀਕ ਹੈ। ਤੇ ਹੁਣ ਜੇ ਆਪਾਂ ਟੋਟਲ ਮਾਰੀਏ ਪੂਰੇ ਹਿਸਟਰੀ ਦਾ, ਜਦੋਂ ਤੋਂ ਆਪਣਾ ਪਾਰਟਿਸਿਪੇਸ਼ਨ ਸ਼ੁਰੂ ਹੋਇਆ 올림픽 ਦੇ ਵਿੱਚ ਇੰਡੀਆ ਦਾ, ਜਿੰਨੇ ਕੁ ਮੈਡਲ ਜਿੱਤੇ ਆ ਉਹ ਜੇ ਆਪਾਂ ਦੇਖੀਏ ਤਾਂ ਇਹ ਹੈਗਾ ਸਾਰਾ ਰਿਕਾਰਡ। 골ਡ ਮੈਡਲ ਆਪਣੇ ਕੋਲ ਕਿੰਨੇ ਆ? 10। 8 ਤਾਂ ਹਾਕੀ ਨੇ ਜਿੱਤੇ ਆ, ਯਾਦ ਰੱਖਣਾ ਹੈ, ਡਾਇਰੈਕਟ ਕੁਐਸਚਨ ਆਂਦਾ ਹੈ। ਇੰਡੀਆ ਦੀ ਹਾਕੀ ਟੀਮ ਨੇ ਹੁਣ ਤੱਕ ਕਿੰਨੇ ਮੈਡਲ ਜਿੱਤੇ ਆ 골ਡ? 8 골ਡ ਮੈਡਲ ਹਾਕੀ ਦੇ ਆ। ਇੱਕ 골ਡ ਮੈਡਲ ਕਿਹਦਾ ਬਈ? ਅਭਿਨਵ ਬਿੰਦਰਾ ਦਾ ਸ਼ੂਟਿੰਗ ਗੇਮ ਦੇ ਵਿੱਚ। ਇੱਕ 골ਡ ਮੈਡਲ ਕਿਹਦਾ ਬਈ? ਆਪਣਾ ਨੀਰਜ ਚੋਪੜਾ ਦਾ। ਇਹ ਟੋਟਲ 10 ਮੈਡਲ ਹੈ 골ਡ, ਬਸ ਟੋਟਲ 10 ਮੈਡਲ ਆ। 8 ਇੰਡੀਅਨ ਹਾਕੀ ਦੇ ਆ, ਇੱਕ ਅਭਿਨਵ ਬਿੰਦਰਾ, ਇੱਕ ਆਪਣਾ ਨੀਰਜ ਚੋਪੜਾ। 9 ਸਿਲਵਰ ਹੈ ਬਈ, ਇਹ ਯਾਦ ਰੱਖਣਾ ਹੈ। 16 ਬ੍ਰੌਂਜ ਹੈ। ਟੋਟਲ 35 골ਡ, ਟੋਟਲ 35 ਮੈਡਲ ਹੈਗੇ ਆਪਣੇ ਇੰਡੀਆ ਦੇ 올림픽 ਦੇ ਵਿੱਚ, ਯਾਦ ਰੱਖਣਾ ਹੈ। ਇਹ ਕੁਐਸਚਨ ਆ ਚੁੱਕਿਆ ਪਹਿਲਾਂ ਐਗਜ਼ਾਮ ਦੇ ਵਿੱਚ, ਠੀਕ ਹੈ। ਟੋਟਲ ਕਿੰਨੇ ਮੈਡਲ ਜਿੱਤ ਚੁੱਕੀ ਹੈ ਇੰਡੀਆ 올림픽 ਦੇ ਵਿੱਚ? 35। ਨੈਕਸਟ ਆ ਜਾਓ। ਅੱਛਾ, ਇਹ ਇੱਕ ਬਹੁਤ ਵਧੀਆ ਸਲਾਈਡ ਹੈ, ਇਹ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਨੋਟਸ ਬਣਾ ਰਹੇ ਹੋ ਨਾ ਪ੍ਰੋਪਰ ਵਧੀਆ ਤਰੀਕੇ ਨਾਲ। ਇਹ ਵੀ ਤੁਸੀਂ ਐਡ ਕਰ ਸਕਦੇ ਹੋ ਆਪਣੇ ਨੋਟਸ ਦੇ ਵਿੱਚ, ਬਹੁਤ ਵਧੀਆ ਹੈ, ਠੀਕ ਹੈ। ਹਾਲਾਂਕਿ ਇਹ ਪੁਆਇੰਟ ਮੈਂ ਤੁਹਾਨੂੰ ਦੱਸ ਚੁੱਕਿਆ, ਬਟ ਫਿਰ ਵੀ ਇਹ ਤੁਹਾਨੂੰ ਇੱਕੇ ਥਾਂ ਤੇ ਲਿਖੇ ਮਿਲ ਜਾਣਗੇ। ਪਹਿਲਾ ਮੈਡਲ ਕਿਹਨੇ ਜਿੱਤਿਆ? ਨੋਰਮਨ ਪ੍ਰੀਚਰਡ ਨੇ, ਠੀਕ ਹੈ। 1900 ਦਾ 올림픽 ਸੀਗਾ, ਸੈਕੰਡ 올림픽 ਸੀ। ਸਪੋਰਟਸ ਦੀ ਕਿਹੜੀ ਸੀ ਸਪੋਰਟਸ? ਉਹਦੀ ਐਥਲੈਟਿਕਸ, ਠੀਕ ਹੈ। ਜਿਵੇਂ ਰਨਿੰਗ ਵਗੈਰਾ, ਜੰਪ ਵਗੈਰਾ, ਇਹ ਸਾਰਾ ਐਥਲੈਟਿਕਸ ਦੇ ਵਿੱਚ ਹੀ ਆਉਂਦਾ ਹੈ, ਠੀਕ ਹੈ ਨਾ। ਸਿਲਵਰ ਮੈਡਲ ਉਹਨੇ ਜਿੱਤਿਆ, ਬਟ ਗੱਲ ਉਹੀ ਹੈ ਨਾ, ਇਹ ਇੰਡੀਆ ਨੂੰ ਰਿਪਰੈਜ਼ੈਂਟ ਨਹੀਂ ਕਰਦਾ ਸੀ, ਠੀਕ ਹੈ। ਇੰਡੀਆ ਦੀ ਪ੍ਰੋਪਰ ਇਹ ਮਤਲਬ ਐਂਟਰੀ ਨਹੀਂ ਸੀਗੀ। ਫਿਰ ਆਜ਼ਾਦੀ ਤੋਂ ਬਾਅਦ ਫਸਟ ਇੰਡੀਵਿਜੂਅਲ ਮੈਡਲ ਆਫਟਰ ਇੰਡੀਪੈਂਡੈਂਸ, ਆਜ਼ਾਦੀ ਤੋਂ ਬਾਅਦ ਪਹਿਲਾ ਇੰਡੀਵਿਜੂਅਲ ਮੈਡਲ, ਇੰਡੀਵਿਜੂਅਲ ਮਤਲਬ ਕੱਲਮ ਕੱਲੀ ਗੇਮ ਦੀ ਗੱਲ ਹੋ ਰਹੀ ਹੈ। ਤਾਂ ਕੇਡੀ ਜਾਦਵ ਨੇ ਜਿੱਤਿਆ ਬਈ 1992 ਦਾ ਹੈਲਸਿੰਕੀ 올림픽 ਸੀਗਾ, ਰੈਸਲਿੰਗ ਗੇਮ ਸੀ, ਬ੍ਰੌਂਜ ਮੈਡਲ ਇਹਨੇ ਜਿੱਤਿਆ। ਪਹਿਲਾ 골ਡ ਮੈਡਲ ਹਾਕੀ ਟੀਮ ਨੇ ਜਿੱਤਿਆ ਵੀ। ਇੰਡੀਆ ਦਾ ਪਹਿਲਾ 골ਡ ਮੈਡਲ ਕਿਹਨੇ ਜਿੱਤਿਆ? ਇੰਡੀਆ ਦੀ ਹਾਕੀ ਟੀਮ ਨੇ 1928 ਐਮਸਟਰਡੈਮ 올림픽 ਹਾਕੀ 골ਡ, ਓਕੇ। ਫਸਟ 골ਡ ਮੈਡਲ ਆਫਟਰ ਇੰਡੀਪੈਂਡੈਂਸ, ਆਜ਼ਾਦੀ ਤੋਂ ਬਾਅਦ ਇੰਡੀਆ ਦਾ 골ਡ ਮੈਡਲ ਕਿਹਨੇ ਜਿੱਤਿਆ? ਉਹੀ ਆਪਣੀ ਹਾਕੀ ਟੀਮ ਹੈ, 1948 ਲੰਡਨ 올림픽, ਠੀਕ ਹੈ, ਯਾਦ ਰੱਖਣਾ ਹੈ। ਫਸਟ ਇੰਡੀਵਿਜੂਅਲ 골ਡ ਮੈਡਲ, ਸਮਝਿਓ ਨਾ, ਇਹਦਾ ਫਸਟ ਇੰਡੀਵਿਜੂਅਲ ਮੈਡਲ ਸੀਗਾ, ਫਸਟ ਇੰਡੀਵਿਜੂਅਲ 골ਡ ਮੈਡਲ ਅਭਿਨਵ ਬਿੰਦਰਾ, ਮੈਂ ਤੁਹਾਨੂੰ ਦੱਸਿਆ 2008 ਬੀਜਿੰਗ ਸ਼ੂਟਿੰਗ। ਫਸਟ ਇੰਡੀਵਿਜੂਅਲ ਮਲਟੀ ਮੈਡਲਿਸਟ ਮਤਲਬ ਜਿਹਨੇ ਇੱਕ ਤੇ ਜ਼ਿਆਦਾ ਮੈਡਲ ਜਿੱਤੇ ਹੋਣ, ਤਾਂ ਨੋਰਮਨ ਪ੍ਰੀਚਰਡ, ਬਟ ਗੱਲ ਉਹੀ ਹੈ, ਨੋਰਮਨ ਪ੍ਰੀਚਰਡ ਨੇ ਤਾਂ ਇੰਡੀਆ ਦੀ ਐਂਟਰੀ ਨਹੀਂ ਸੀ, ਤਾਂ ਕੌਣ ਹੋ ਗਿਆ ਫਿਰ? ਸੁਸ਼ੀਲ ਕੁਮਾਰ ਹੋਊਗਾ। ਸੁਸ਼ੀਲ ਕੁਮਾਰ, ਮੈਂ ਤੁਹਾਨੂੰ ਦੱਸਿਆ ਨਾ, ਸੁਸ਼ੀਲ ਕੁਮਾਰ ਇੰਡੀਆ ਦਾ ਉਹ ਬੰਦਾ ਹੈ ਜਿਹਨੇ 2 올림픽 ਮੈਡਲ ਜਿੱਤੇ ਹੈ। 2008 ਦੇ ਵਿੱਚ ਇਹਨੇ ਬ੍ਰੌਂਜ ਜਿੱਤਿਆ ਸੀ, 2012 ਦੇ ਵਿੱਚ ਇਹਨੇ ਸਿਲਵਰ ਜਿੱਤਿਆ ਸੀ। ਇਹ ਤੁਸੀਂ ਦੇਖ ਸਕਦੇ ਹੋ, ਰੈਸਲਿੰਗ ਗੇਮ ਹੈ। ਹੁਣ ਇਹ ਜੇਲ੍ਹ ਦੇ ਵਿੱਚ ਹੈ ਵਿਚਾਰਾ। ਫਸਟ ਫੀਮੇਲ ਮੈਡਲਿਸਟ, ਪਹਿਲੀ ਮਹਿਲਾ ਜਿਹਨੇ ਮੈਡਲ ਜਿੱਤਿਆ, ਕਰਨਮ ਮਲੇਸ਼ਵਰੀ, ਬ੍ਰੌਂਜ ਜਿੱਤਿਆ ਸੀ। ਵੇਟਲਿੰਗ ਲਿਫਟਿੰਗ ਇਹਦੀ ਗੇਮ ਹੈ, 2002 ਸਿਡਨੀ। ਪਹਿਲੀ ਫੀਮੇਲ ਮਲਟੀ ਮੈਡਲਿਸਟ ਜਿਹਨੇ 1 ਤੋਂ ਜ਼ਿਆਦਾ ਮੈਡਲ ਜਿੱਤੇ ਆ, ਉਹ ਪੀਵੀ ਸਿੰਧੂ ਹੈ ਬਈ, ਮੈਂ ਤੁਹਾਨੂੰ ਦੱਸ ਕੇ ਹਟਿਆ। 2016 ਦੇ ਵਿੱਚ ਸਿਲਵਰ ਸੀਗਾ, 2020 ਦੇ ਵਿੱਚ ਬ੍ਰੌਂਜ ਇਹਨੇ ਜਿੱਤਿਆ। ਇਹ ਬਹੁਤ ਵਧੀਆ ਬਈ ਸਲਾਈਡ ਹੈਗੀ ਆ, ਮੈਂ ਇਹਨੂੰ ਕਲੀਅਰ ਕਰਦਾ, ਇਹਦਾ ਸਕਰੀਨਸ਼ਾਟ ਲੈ ਲਿਓ, ਠੀਕ ਹੈ, ਓਕੇ। ਨੈਕਸਟ ਆ ਜਾਓ। ਇਹ ਤਾਂ ਹਿਸਟਰੀ ਹੋ ਗਈ ਸਾਰੀ, ਠੀਕ ਹੈ, ਇਹ ਤਾਂ ਸਾਰੀ ਹਿਸਟਰੀ ਹੋ ਗਈ। ਹੁਣ ਗੱਲ ਆ ਗਈ ਹੈ ਕਰੰਟ ਅਫੇਅਰ ਦੇ ਉੱਤੇ, ਠੀਕ ਹੈ। ਉਹ ਤਾਂ ਸਾਰੀ ਹਿਸਟਰੀ ਸੀਗੀ। ਟੋਕੀਓ 올림픽 2020, ਇਹ ਕਰੰਟ ਜੋ ਇਹ ਮਤਲਬ ਕੁਐਸਚਨ ਆਉਣ ਦੇ ਚਾਂਸ ਇੱਥੋਂ ਬਣਦੇ ਆ, ਠੀਕ ਹੈ, ਬਟ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਟੋਕੀਓ 올림픽 2020 ਵਾਲੇ ਸੀਗੇ ਬਈ ਜਿਹੜੇ, ਉਹ 32ਵੇਂ 올림픽 ਸੀਗੇ ਤੇ ਉਹ ਸਮਰ 올림픽 ਸੀ। ਪਤਾ ਨਾ ਤੁਹਾਨੂੰ ਸਮਰ ਤੇ ਵਿੰਟਰ ਦੇ ਵਿੱਚ ਫਰਕ, ਠੀਕ ਹੈ। ਇਹ ਸਮਰ 올림픽 ਸੀਗੇ ਤੇ ਇਹ 32ਵੇਂ 올림픽 ਸੀ, ਇਹ ਵੀ ਯਾਦ ਰੱਖਣਾ ਹੈ ਆਪਾਂ ਨੇ। ਇਹ ਕਿਹੜੇ 올림픽 ਸੀਗੇ? 32ਵੇਂ ਸੀਗੇ, ਯਾਦ ਰੱਖਣਾ, ਮੋਸਟ ਇੰਪੋਰਟੈਂਟ ਹੈ। ਹੋਸਟ ਸਿਟੀ ਮਤਲਬ ਜਿੱਥੇ 올림픽 ਹੋ ਰਿਹਾ ਤਾਂ ਉਹ ਸੀਗੀ ਟੋਕੀਓ, ਜਾਪਾਨ ਵਾਲੀ। 2020 ਇਹਨੂੰ ਇਸ ਕਰਕੇ ਕਹਿ ਰਹੇ ਕਿਉਂਕਿ 2020 ਚ ਹੋਣੇ ਸੀ ਪਰ ਕਰੋਨਾ ਕਰਕੇ ਨਹੀਂ ਹੋਏ, ਹੁਣ 2021 ਚ ਹੋਏ ਸੀਗੇ, ਠੀਕ ਹੈ। ਮੋਟੋ ਕੀ ਸੀ ਇਹਨਾਂ 올림픽 ਦਾ? ਮੋਟੋ ਕੀ ਸੀ? ਯੂਨਾਈਟਿਡ ਬਾਈ ਇਮੋਸ਼ਨ, ਹੈ ਨਾ। ਇਮੋਸ਼ਨ ਕਿਉਂ ਹੈ?
ਕਰੋਨਾ ਕਰਕੇ ਪਹਿਲਾਂ ਹੀ ਦੁਖੀ ਹੈ, ਹੁਣ ਇਮੋਸ਼ਨ ਵੀ ਨਾ ਹੋਈਏ ਯਾਰ। ਤਾਂ ਯੂਨਾਈਟਿਡ ਬਾਈ ਇਮੋਸ਼ਨ, ਚਲੋ ਉਹ ਤਾਂ ਮਜ਼ਾਕ ਦੀ ਗੱਲ ਸੀ, ਬਟ ਇਹ ਤਾਂ ਕਰੋਨਾ ਤੋਂ ਪਹਿਲਾਂ ਹੀ ਮੋਟੋ ਇਹਨਾਂ ਦਾ ਤਿਆਰ ਸੀ, ਠੀਕ ਹੈ। ਮੋਟੋ ਯੂਨਾਈਟਿਡ ਬਾਈ ਇਮੋਸ਼ਨ ਯਾਦ ਰੱਖਣਾ ਹੈ। ਉਸ ਤੋਂ ਬਾਅਦ ਇਹ ਕੋਈ ਜ਼ਰੂਰੀ ਹੈਗਾ ਨਹੀਂ, ਠੀਕ ਹੈ, ਬਟ ਚਲੋ ਫਿਰ ਵੀ ਆਪਾਂ ਨੋਟ ਕਰ ਲਾਂਗੇ ਕਿ 23 ਜੁਲਾਈ 2021 ਨੂੰ ਇਹ ਸ਼ੁਰੂ ਹੋਏ ਸੀ ਤੇ 8 ਅਗਸਤ 2021 ਨੂੰ ਖਤਮ ਹੋਏ ਆ। ਓਪਨ ਕਿਹਨੇ ਕਰਿਆ ਸੀ? ਤਾਂ ਜਾਪਾਨ ਦਾ ਜਿਹੜਾ ਰਾਜਾ ਹੈਗਾ ਆ ਨੋਰੂਹੀਤੋ, ਬਹੁਤ ਇੰਪੋਰਟੈਂਟ ਹੈ, ਇਹ ਡਾਇਰੈਕਟ ਉਦਾਂ ਵੀ ਪੁੱਛ ਲੈਂਦੇ ਆ ਜਾਪਾਨ ਦਾ ਐਮਪਰਰ ਕੌਣ ਹੈ, ਹਨਾ, ਜਾਪਾਨ ਦਾ ਸ਼ਾਸਕ ਕੌਣ ਹੈ? ਨੋਰੂਹੀਤੋ। ਇਹ ਏਦਾਂ ਵੀ ਕੁਐਸਚਨ ਆ ਜਾਂਦਾ ਹੈ ਤੇ ਉਹਨਾਂ ਦੇ ਦੁਆਰਾ ਹੀ ਚਲਾਏ ਗਏ ਸੀ। ਫਿਰ ਨੈਕਸਟ ਆਂਦਾ ਬਈ ਕਲਾਉਡਰੋਨ, ਇਹ ਕੌਣ ਹੈ? ਇਹ ਹੁੰਦਾ ਹੈ ਵੀ ਜਿਹਨੇ 올림픽 ਦੀ ਮਸ਼ਾਲ ਹੈ ਜਿਹੜੀ ਉਹ ਫੜੀ ਹੋਈ ਹੈ, ਠੀਕ ਹੈ ਨਾ, ਮਤਲਬ ਜਿਹੜੇ ਦੇਸ਼ 'ਚ 올림픽 ਹੁੰਦਾ ਨਾ ਉੱਥੇ 올림픽 ਦੀ ਮਸ਼ਾਲ ਹੈ ਜਿਹੜੀ ਉਹ ਪਹੁੰਚਦੀ ਹੈ, ਤਾਂ ਉਹ ਲੈ ਕੇ ਗਈ ਸੀ ਨੋਆਮੀ ਓਸਾਕਾ। ਬਹੁਤ ਵੱਡੀ ਪਲੇਅਰ ਹੈ ਟੈਨਿਸ ਦੀ ਨੋਆਮੀ ਓਸਾਕਾ। ਇਹ ਡਾਇਰੈਕਟ ਉਦਾਂ ਵੀ ਕੁਐਸਚਨ ਆ ਜਾਂਦਾ ਹੈ, ਨੋਆਮੀ ਓਸਾਕਾ ਕਿਹੜੇ ਦੇਸ਼ ਦੀ ਪਲੇਅਰ ਹੈ? ਜਾਪਾਨ ਦੀ, ਤੇ ਕੀ ਖੇਲਦੀ ਹੈ? ਟੈਨਿਸ, ਠੀਕ ਹੈ। ਨੋਆਮੀ ਓਸਾਕਾ, ਸਟੇਡੀਅਮ ਜਾਪਾਨ ਨੈਸ਼ਨਲ ਸਟੇਡੀਅਮ ਸੀਗਾ। ਤਾਂ ਇਹ ਤਾਂ ਕੁਝ ਸਿਲੈਕਟਡ ਜਿਹੇ ਪੁਆਇੰਟ ਹੈ, ਇਹਨਾਂ ਵਿੱਚੋਂ ਵੀ ਤੁਸੀਂ ਯਾਦ ਕੀ ਰੱਖਣਾ ਹੈ? ਇੱਕ ਤਾਂ ਮੋਟੋ ਤੁਹਾਨੂੰ ਹਰ ਟਾਈਮ ਯਾਦ ਹੋਣਾ ਚਾਹੀਦਾ, ਇੱਕ ਇਹ ਪਤਾ ਹੋਣਾ ਚਾਹੀਦਾ ਕਿਹੜੇ 올림픽 ਸੀਗੇ 32ਵੇਂ, ਇੱਕ ਇਹ ਪਤਾ ਹੋਣਾ ਚਾਹੀਦਾ ਹੈ ਮਸ਼ਾਲ ਕਿਹਨੇ ਫੜੀ ਸੀ ਹੱਥ ਦੇ ਵਿੱਚ? ਨੋਆਮੀ ਓਸਾਕਾ ਨੇ, ਠੀਕ ਹੈ। ਤੇ ਜਾਪਾਨ ਦੇ ਰਾਜੇ ਦਾ ਨਾਮ ਵੀ ਯਾਦ ਰੱਖਣਾ ਹੈ, ਨੋਰੂਹੀਤੋ, ਠੀਕ ਹੈ। ਉਸ ਤੋਂ ਬਾਅਦ 올림픽 ਤਾਂ ਚਲੋ ਖਤਮ ਹੋ ਗਏ, ਹਨਾ। ਇਹ ਕੁਝ ਪੁਆਇੰਟ ਜਿਹੜੇ ਆਪਾਂ ਨੇ ਜ਼ਰੂਰ ਯਾਦ ਰੱਖਣੇ ਆ। ਪਹਿਲਾ ਰੈਂਕ ਕਿਹਦਾ ਆਇਆ? USA ਦਾ ਆਇਆ ਬਈ। ਅਮਰੀਕਾ ਪਹਿਲੇ ਨੰਬਰ ਤੇ ਸੀਗਾ, ਟੋਟਲ 113 ਮੈਡਲ ਉਹਨੇ ਜਿੱਤੇ, 골ਡ ਸੀਗੇ ਉਹਦੇ 39। ਬਸ ਇੰਨਾ ਕਿ ਯਾਦ ਰੱਖਿਓ ਕਿ ਪਹਿਲਾ ਰੈਂਕ ਕਿਹਦਾ ਸੀ? USA ਦਾ, ਦੂਜਾ ਚਾਈਨਾ ਦਾ, ਤੀਜਾ ਜਾਪਾਨ ਦਾ, ਠੀਕ ਹੈ। ਇੰਡੀਆ ਦਾ ਰੈਂਕ ਆਪਾਂ ਅੱਗੇ ਪੜਾਂਗੇ, ਠੀਕ ਹੈ। ਤੇ ਪਹਿਲਾ 골ਡ ਮੈਡਲ 올림픽 ਦੇ ਵਿੱਚ ਕਿਹਨੇ ਜਿੱਤਿਆ? ਯਾਂਗ ਕਿਆਨ ਨੇ ਜਿੱਤਿਆ, ਚਾਈਨਾ ਦੀ ਇਹ ਸ਼ੂਟਿੰਗ ਦੀ ਖਿਡਾਰੀ ਹੈ, ਠੀਕ ਹੈ। ਸ਼ੂਟਿੰਗ ਦੀ ਖਿਡਾਰਨ ਹੈ, ਇਹਨੇ ਜਿੱਤਿਆ ਬਈ ਪਹਿਲਾ 골ਡ ਮੈਡਲ, ਇਹ ਯਾਦ ਰੱਖਣਾ ਹੈ। ਹੁਣ ਇਹ ਦੇਖੋ ਸਾਈਡ ਦੇ ਵਿੱਚ, ਇਹ ਤਾਂ ਚਲੋ ਹੋ ਗਿਆ, ਠੀਕ ਹੈ। ਇਹ ਪੁਆਇੰਟ ਜਿਹੜੇ ਤੁਸੀਂ ਯਾਦ ਰੱਖਣੇ ਸੀਗੇ। ਪਹਿਲਾ 골ਡ ਮੈਡਲ ਕਿਹਨੇ ਜਿੱਤਿਆ? ਚਾਈਨਾ ਦੀ ਯਾਂਗ ਕਿਆਨ ਨੇ ਜਿੱਤਿਆ ਸੀ, ਠੀਕ ਹੈ। ਤੇ ਇਹ ਰੈਂਕ ਵੀ ਯਾਦ ਰੱਖ ਸਕਦੇ ਹੋ। ਮਸਕਟ ਮਤਲਬ ਸੁਭੰਕਰ ਮਸਕਟ, ਇਹ ਦੋ ਮਸਕਟ ਸੀਗੇ ਬਾਈ, ਮਤਲਬ ਤੁਸੀਂ ਇਹ ਸਮਝੋ ਕਿ ਲੋਗੋ ਟਾਈਪ ਹੁੰਦੇ ਆ ਨਾ, ਜਿਵੇਂ ਮਸਕਟ ਹੁੰਦੇ ਆ। ਇਹ ਮੈਰੀਟੋਵਾ, ਇਹ ਹੈਗਾ ਮੈਰੀਟੋਵਾ ਬਾਈ, ਤੇ ਇਹ ਹੈਗੀ ਹੈ ਸੁਮੈਤੀ। ਇਹ ਦੋ ਇਹਨਾਂ ਦੇ ਮਸਕਟ ਸੀਗੇ। ਇਹ ਤਾਂ ਨੋਰਮਲ 올림픽 ਵਾਸਤੇ ਸੀਗਾ, ਸਮਰ ਵਾਸਤੇ, ਤੇ ਇਹ ਪੈਰਾਲੰਪਿਕ ਵਾਸਤੇ ਸੀਗਾ। ਪੈਰਾਲੰਪਿਕ ਤੁਹਾਨੂੰ ਪਤਾ ਜਦੋਂ 올림픽 ਖਤਮ ਹੋ ਜਾਂਦਾ ਉਸ ਤੋਂ ਬਾਅਦ ਜਿਹੜੇ ਦਿਵਿਆਂਗ ਖਿਡਾਰੀ ਹੁੰਦੇ ਆ ਉਹ ਖੇਡਦੇ ਆ, ਉਹਨੂੰ ਆਪਾਂ ਪੈਰਾਲੰਪਿਕ ਕਹਿੰਦੇ ਆ। ਉੱਥੇ ਹੀ ਹੁੰਦਾ ਜਿੱਥੇ ਨੋਰਮਲ 올림픽 ਹੁੰਦੇ ਆ। ਤਾਂ ਮੈਰਾਈਟੋਵਾ ਜਿਹੜਾ ਇਹ ਨੋਰਮਲ 올림픽 ਦਾ ਸੁਭੰਕਰ ਸੀਗਾ, ਮਤਲਬ ਮਸਕਟ ਸੀਗਾ, ਯਾਦ ਰੱਖਣਾ ਹੈ। ਤੇ ਸੁਮੈਤੀ ਹੈ ਜਿਹੜੀ ਉਹ ਪੈਰਾਲੰਪਿਕ ਦੀ ਮਸਕਟ ਸੀਗੀ। ਦੋਨਾਂ ਦੇ ਉੱਤੇ ਕੁਐਸਚਨ ਬਹੁਤ ਵਾਰ ਆ ਚੁੱਕਿਆ ਹੈ, ਠੀਕ ਹੈ। ਜਦੋਂ ਵੀ 올림픽 ਮਤਲਬ ਨਿਊਜ਼ ਦੇ ਵਿੱਚ ਸੀਗਾ 2020 ਦੇ ਵਿੱਚ ਹੀ ਡਿਸਾਈਡ ਹੋ ਗਏ ਸੀ, 2019 ਦੇ ਵਿੱਚ। ਉਸ ਤੋਂ ਬਾਅਦ ਕਾਫੀ ਐਗਜ਼ਾਮ ਹੋਏ ਆ, ਉਹਨਾਂ ਦੇ ਵਿੱਚ ਪੁੱਛੇ ਗਏ, ਠੀਕ ਹੈ, ਕਿ ਜਿਹੜਾ ਸਮਰ 올림픽 ਜਾਂ ਟੋਕੀਓ ਦਾ ਸਮਰ 올림픽 ਹੋਣਾ ਉਹਦੇ ਮਸਕਟ ਕਿਹੜੇ ਕਿਹੜੇ ਹੈ? ਤਾਂ ਮੈਰਾਈਟੋਵਾ ਤੇ ਸੁਮੈਤੀ ਯਾਦ ਰੱਖਣੇ ਆ ਬਾਈ। ਉਸ ਤੋਂ ਬਾਅਦ ਕੁਝ ਇਹ ਪੁਆਇੰਟ ਵੀ ਯਾਦ ਰੱਖੋ। ਪਹਿਲੀ ਵਾਰ ਇਹ 4 ਗੇਮਸ ਹੈ ਜਿਹੜੀ ਇਹ ਇੰਟਰੋਡਿਊਸ ਕਰੀਆਂ ਗਈਆਂ। ਪਹਿਲੀ ਵਾਰ ਕਿਹੜੀ ਗੇਮਸ ਇੰਟਰੋਡਿਊਸ ਕਰੀ ਗਈਆਂ? ਇਹ 4 ਕਰਾਟੇ, ਸਰਫਿੰਗ, ਸਕੇਟਬੋਰਡਿੰਗ ਤੇ ਸਪੋਰਟਸ ਕਲਾਈਮਿੰਗ। ਇਹ 4 ਨਵੀਂ ਗੇਮ ਹੈ ਜਿਹੜੀ ਇਸ ਵਾਰ ਦੇਖਣ ਨੂੰ ਮਿਲੀ ਸੀ। ਤੇ ਬੇਸਬਾਲ ਤੇ ਸੌਫਟਬਾਲ, ਇਹ ਪਹਿਲਾਂ ਵੀ 올림픽 ਦੇ ਵਿੱਚ ਸੀਗੇ ਬਟ ਵਿੱਚ ਚ ਹਟਾਤੇ ਸੀ, ਦੁਬਾਰੇ ਫੇਰ ਇੰਟਰੋਡਿਊਸ ਕਰੀ ਗਏ ਆ। ਤਾਂ ਇਹ ਤਾਂ ਚਲੋ ਆਪਾਂ ਨਹੀਂ ਮੰਨਦੇ ਕਿ ਇਹ ਨਵੇਂ ਸੀਗੇ ਗੇਮ, ਕਿਉਂਕਿ ਪਹਿਲਾਂ ਖੇਲੇ ਜਾਂਦੇ ਸੀ, ਬਟ ਇਹ ਗੇਮ ਹੈ ਜਿਹੜੇ ਕਰਾਟੇ, ਸਰਫਿੰਗ, ਸਕੇਟਬੋਰਡਿੰਗ ਤੇ ਸਪੋਰਟਸ ਕਲਾਈਮਿੰਗ, ਇਹ ਪਹਿਲੀ ਵਾਰ ਇੰਟਰੋਡਿਊਸ ਕਰੇ ਗਏ ਸੀ ਬਾਈ, ਯਾਦ ਰੱਖਣਾ, ਠੀਕ ਹੈ। ਉਸ ਤੋਂ ਬਾਅਦ ਯੰਗੈਸਟ 골ਡ ਮੈਡਲ ਇਸ 올림픽 ਦੇ ਵਿੱਚ ਸਭ ਤੋਂ ਘੱਟ ਉਮਰ ਦੇ ਕੌਣ ਸਪੋਰਟਸਮੈਨ ਸੀਗਾ ਜਿਹਨੇ ਮੈਡਲ ਜਿੱਤਿਆ? ਤਾਂ ਉਹ ਸੀਗੀ ਬਈ ਮੋਮੀਜ਼ੀ ਨਿਸ਼ੀਆ, ਜਾਪਾਨ ਦੀ ਸੀਗੀ। ਸਕੇਟਬੋਰਡਿੰਗ ਇਹਦੀ ਗੇਮ ਹੈ। ਸਿਰਫ 13 ਸਾਲ ਦੀ ਉਮਰ ਦੇ ਵਿੱਚ ਇਹਨੇ 골ਡ ਮੈਡਲ ਜਿੱਤ ਲਿਆ। 13 ਸਾਲ ਦੀ ਉਮਰ ਦੇ ਵਿੱਚ ਇਹਨੇ 올림픽 ਦੇ ਵਿੱਚ 골ਡ ਮੈਡਲ ਜਿੱਤਿਆ। ਇਹ ਸੀਗੀ ਜਾਪਾਨ ਦੀ ਮੋਮੀਜ਼ੀ ਨਿਸ਼ੀਆ, ਇਹ ਯਾਦ ਰੱਖਣਾ ਹੈ। ਉਸ ਤੋਂ ਬਾਅਦ ਬਈ ਸਭ ਤੋਂ ਜ਼ਿਆਦਾ ਮੈਡਲ ਕਿਹਨੇ ਜਿੱਤੇ ਆ ਇਸ 올림픽 ਦੇ ਵਿੱਚ? ਤਾਂ ਉਹ ਆਸਟ੍ਰੇਲੀਆ ਦੇ ਬ੍ਰਿਸਬੇਨ ਦੀ ਖਿਡਾਰੀ ਹੈਗੀ ਆ ਐਮਾ ਮੈਕਿਓਨ। ਇਹਨੇ ਜਿੱਤੇ ਆ ਬਈ 7 ਮੈਡਲ ਜਿੱਤੇ ਆ, ਠੀਕ ਹੈ, ਯਾਦ ਰੱਖਣਾ ਹੈ। ਸਭ ਤੋਂ ਜ਼ਿਆਦਾ ਇਸ 올림픽 ਦੇ ਵਿੱਚ। ਵੈਸੇ ਅਗਰ ਤੁਹਾਨੂੰ ਕੁਐਸਚਨ ਆ ਜਾਏ ਕਿ 올림픽 ਦੇ ਵਿੱਚ ਸਭ ਤੋਂ ਜ਼ਿਆਦਾ ਮੈਡਲ ਕਿਹਨੇ ਜਿੱਤੇ ਆ, ਤਾਂ ਉਹ ਹੋਊਗਾ ਖਿਡਾਰੀ ਅਮਰੀਕਾ ਦਾ ਮਾਈਕਲ ਫੈਲਪ, ਠੀਕ ਹੈ ਨਾ। ਮਾਈਕਲ ਫੈਲਪ ਹੈ, ਉਹਨੇ ਸਭ ਤੋਂ ਜ਼ਿਆਦਾ ਮੈਡਲ ਜਿੱਤੇ ਹੋਏ ਆ 올림픽 ਦੇ ਵਿੱਚ। ਇਸ 올림픽 ਦੇ ਵਿੱਚ ਜਿਹੜਾ 2020 ਦਾ ਸੀਗਾ ਇਹਦੇ ਚ ਐਮਾ ਮੈਕਿਓਨ ਸੀਗੀ, 7 ਮੈਡਲ ਇਹਨੇ ਜਿੱਤੇ ਆ। ਗੇਮ ਕਿਹੜੀ ਹੈ ਇਹਦੀ? ਸਵੀਮਿੰਗ ਕਰਦੀ ਹੈ, ਠੀਕ ਹੈ, ਤੈਰਾਕ। ਇਹ ਬਹੁਤ ਇੰਪੋਰਟੈਂਟ ਹੈ ਬਈ। ਫਸਟ ਟਰਾਂਸਜੈਂਡਰ ਆਫ ਦਾ ਵਰਲਡ ਟੂ ਪਾਰਟਿਸਿਪੇਟ ਇਨ 올림픽 ਦੇ ਵਿੱਚ ਦੁਨੀਆ ਦਾ ਪਹਿਲਾ ਟਰਾਂਸਜੈਂਡਰ ਜਿਹਨੇ ਭਾਗ ਲਿਆ ਉਹ ਹੈਗੀ ਹੈ ਬਈ ਨਿਊਜ਼ੀਲੈਂਡ ਦੀ ਲੋਰੇਲ ਹਬਰਡ, ਠੀਕ ਹੈ, ਲੋਰੇਲ ਹਬਰਡ ਹੈ। ਤੇ ਗੇਮ ਇਹਦੀ ਹੈਗੀ ਹੈ ਵੇਟ ਲਿਫਟਿੰਗ।
ਗੇਮ ਇਹਦੀ ਹੈਗੀ ਹੈ weight lifting। ਤਾਂ ਇਹ ਕੁਝ ਸਿਲੈਕਟਡ ਜੇ ਪੁਆਇੰਟ ਹੈ ਜਿਹੜੇ ਮੈਨੂੰ ਲੱਗਦੇ ਆ ਕਿ ਤੁਹਾਡੇ ਐਗਜ਼ਾਮ ਪੁਆਇੰਟ ਆਫ View ਨਾਲ ਇੰਪੋਰਟੈਂਟ ਹੈ, ਤੁਹਾਨੂੰ ਪਤਾ ਹੋਣੇ ਚਾਹੀਦੇ ਆ, ਠੀਕ ਹੈ। ਬਾਕੀ ਦੇਖੋ 올림픽 ਦੇ ਉੱਤੇ ਇੰਨੇ ਕੁਐਸਚਨ ਬਣ ਸਕਦੇ ਆ, ਕੋਈ ਲਿਮਿਟ ਨਹੀਂ, ਬਟ ਆਪਾਂ ਨੇ ਸਿਰਫ ਐਗਜ਼ਾਮ ਦੇ ਪੁਆਇੰਟ ਆਫ View ਨਾਲ ਦੇਖਣਾ ਕਿ ਕਿਹੜੇ ਕਿਹੜੇ ਸਿਲੈਕਟਡ ਜੇ ਕੁਐਸਚਨ ਬਣ ਸਕਦੇ ਆ, ਠੀਕ ਹੈ। ਤਾਂ ਇਹ ਕੁਝ ਕੁਐਸਚਨ ਮੈਨੂੰ ਲੱਗਦੇ ਆ ਜਿਹੜੇ ਪੁੱਛੇ ਜਾ ਸਕਦੇ ਆ ਤੇ ਪੁੱਛੇ ਗਏ ਆ। ਬਾਕੀ ਇੱਕ ਇਹ ਵੀ ਯਾਦ ਰੱਖਣ ਵਾਲਾ ਪੁਆਇੰਟ, ਜਦੋਂ 올림픽 ਸ਼ੁਰੂ ਹੁੰਦਾ ਹੈ ਨਾ, ਓਪਨਿੰਗ ਸੈਰੇਮਨੀ ਹੁੰਦੀ ਹੈ ਤਾਂ ਇੱਕ ਅਵਾਰਡ ਦਿਆ ਜਾਂਦਾ ਜਿਹਨੂੰ ਕਿਹਾ ਜਾਂਦਾ ਹੈ 올림픽 ਲੋਰੀਅਲ ਅਵਾਰਡ। 올림픽 ਲੋਰੀਅਲ ਅਵਾਰਡ ਇਹ ਦਿਆ ਜਾਂਦਾ ਜਿਹਨੇ ਸਪੋਰਟਸ ਦੇ ਨਾਲ ਐਜੂਕੇਸ਼ਨ, ਕਲਚਰ ਡਿਵੈਲਪਮੈਂਟ, ਸ਼ਾਂਤੀ ਵਾਸਤੇ ਕੁਝ ਕੰਮ ਕਰਿਆ ਹੋਵੇ, ਹਨਾ। ਮਤਲਬ ਜਿਹਨੇ ਸਪੋਰਟਸ ਦੇ ਥਰੂ ਜਿਹਨੇ ਕੁਝ ਸਿਗਨੀਫੀਕੈਂਟ ਅਚੀਵਮੈਂਟ ਪ੍ਰਾਪਤ ਕੀਤੀਆਂ ਐਜੂਕੇਸ਼ਨ, ਕਲਚਰ ਡਿਵੈਲਪਮੈਂਟ ਅਤੇ ਪੀਸ ਦੀ ਫੀਲਡ ਦੇ ਵਿੱਚ, ਠੀਕ ਹੈ, ਸਪੋਰਟਸ ਦੇ ਥਰੂ। ਤਾਂ ਇਹ ਜਦੋਂ ਸ਼ੁਰੂ ਕਰਿਆ ਗਿਆ ਸੀ 2016 ਦੇ ਵਿੱਚ ਇਹ ਮਿਲਿਆ ਸੀ ਬਈ ਕਿਪੋਜੇ ਕੇਨੀਆ ਨੂੰ, ਕੋਈ ਲੋੜ ਨਹੀਂ ਆਪਾਂ ਨੇ ਯਾਦ ਰੱਖਣ ਦੀ, ਆਪਾਂ ਨੂੰ ਯਾਦ ਰੱਖਣਾ 2020 ਵਾਲਾ। 2020 ਦਾ ਜਿਹੜਾ 올림픽 ਹੋਇਆ ਇਹਦੇ ਵਿੱਚ ਮੁਹੰਮਦ ਯੂਨਿਸ, ਇਹ ਹੈਗੇ ਆ ਮੁਹੰਮਦ ਯੂਨਿਸ, ਬੰਗਲਾਦੇਸ਼ ਦੇ ਆ, ਯਾਦ ਰੱਖਣਾ ਹੈ ਬੰਗਲਾਦੇਸ਼, ਠੀਕ ਹੈ। ਬੰਗਲਾਦੇਸ਼ ਦੇ ਹੈਗੇ ਆ ਮੁਹੰਮਦ ਯੂਨਿਸ, ਇਹਨਾਂ ਨੂੰ ਮਿਲਿਆ ਸੀਗਾ 올림픽 ਲੋਰੀਅਲ ਅਵਾਰਡ, ਯਾਦ ਰੱਖਣਾ ਹੈ, ਠੀਕ ਹੈ, ਬੰਗਲਾਦੇਸ਼ ਦੇ ਮੁਹੰਮਦ ਯੂਨਿਸ ਨੂੰ। ਓਕੇ ਬਈ, ਨੈਕਸਟ ਆ ਜਾਓ। ਫਿਰ ਇੰਡੀਆ ਦੀ ਗੱਲ ਕਰਦੇ ਆ ਬਈ, ਇੰਡੀਆ ਦਾ ਕੀ ਹਿਸਾਬ ਕਿਤਾਬ ਰਿਹਾ ਇਹ ਜਿਹੜਾ 2020 ਵਾਲਾ 올림픽 ਸੀਗਾ, ਠੀਕ ਹੈ। ਇਹ ਕੁਝ ਕੁਐਸਚਨ ਹੈ ਜਿਹੜੇ ਆਪਾਂ ਨੇ ਯਾਦ ਰੱਖਣੇ ਆ। ਆ ਦੇਖ ਲਓ, ਇੰਡੀਆ 126 ਖਿਡਾਰੀ ਆਪਣੇ ਗਏ ਸੀਗੇ 18 ਸਪੋਰਟਸ ਕੈਟਾਗਰੀ ਦੇ ਵਿੱਚ ਆਪਾਂ ਨੇ ਭਾਗ ਲਿਆ, ਜਿਹੜਾ ਕਿ ਨਹੀਂ ਮੈਨੂੰ ਲੱਗਦਾ ਕਿ ਕੁਐਸਚਨ ਬਣੂਗਾ, ਬਸ ਮੈਂ ਇਦਾਂ ਹੀ ਲਿਖਤਾ, ਠੀਕ ਹੈ। ਮੇਨ ਗੱਲ ਕੀ ਹੈ, ਮੇਨ ਗੱਲ ਹੈ ਬਈ ਜਿਹੜਾ ਫਲੈਗ ਬੇਰੀਅਰ ਸੀਗਾ ਓਪਨਿੰਗ ਸੈਰੇਮਨੀ ਦੇ ਵਿੱਚ, ਧਵਜਵਾਹਕ ਮਤਲਬ ਜਿਹੜਾ ਝੰਡਾ ਲੈ ਕੇ ਗਿਆ, ਜਦੋਂ ਪਹਿਲਾ ਦਿਨ ਹੈ 올림픽 ਦਾ, ਜਦੋਂ ਓਪਨਿੰਗ ਸੈਰੇਮਨੀ ਹੋ ਰਹੀ ਹੈ, ਹਨਾ, ਸਾਰੇ ਮਤਲਬ ਪੂਰੇ ਦੇਸ਼ਾਂ ਦੇ ਖਿਡਾਰੀ ਆ ਰਹੇ ਆ ਗਰਾਊਂਡ ਦੇ ਵਿੱਚ, ਤਾਂ ਉਸ ਟਾਈਮ ਜਦੋਂ ਇੰਡੀਆ ਦੀ ਟੀਮ ਦੀ ਐਂਟਰੀ ਹੁੰਦੀ ਹੈ ਤਾਂ ਇੱਕ ਬੰਦਾ ਹੁੰਦਾ ਜਿਹੜਾ ਝੰਡਾ ਫੜ ਕੇ ਰੱਖਦਾ ਹੈ, ਪੂਰੀ ਟੀਮ ਉਹਦੇ ਪਿੱਛੇ ਹੁੰਦੀ ਹੈ, ਉਹ ਸਭ ਤੋਂ ਅੱਗੇ ਹੁੰਦਾ ਜਿਹਦੇ ਹੱਥ 'ਚ ਝੰਡਾ ਫੜਿਆ ਹੁੰਦਾ, ਤਾਂ ਉਹਨੂੰ ਆਪਾਂ ਫਲੈਗ ਬੇਰੀਅਰਸ ਕਹਾਂਗੇ, ਯਾਨੀ ਧਵਜਵਾਹਕ ਕਹਾਂਗੇ। ਤਾਂ ਓਪਨਿੰਗ ਸੈਰੇਮਨੀ ਹੁੰਦੀ ਹੈ ਜਦੋਂ ਉਸ ਟਾਈਮ ਮੈਰੀ ਕੋਮ ਤੇ ਮਨਪ੍ਰੀਤ ਸਿੰਘ ਹੈ ਬਈ, ਮਨਪ੍ਰੀਤ ਸਿੰਘ, ਮੈਰੀ ਕੋਮ ਤੁਹਾਨੂੰ ਪਤਾ ਹੈ ਬਾਕਸਿੰਗ ਦੀ ਖਿਡਾਰਨ ਹੈਗੀ ਆ ਮਣੀਪੁਰ ਦੀ, ਤੇ ਮਨਪ੍ਰੀਤ ਸਿੰਘ ਤੁਹਾਨੂੰ ਪਤਾ ਹੈ ਆਪਣੀ ਹਾਕੀ ਟੀਮ ਹੈ ਜਿਹੜੇ ਉਹਨਾਂ ਦੇ ਕਪਤਾਨ ਹੈਗੇ ਆ, ਠੀਕ ਹੈ ਨਾ, ਮਨਪ੍ਰੀਤ ਸਿੰਘ। ਇਹ ਸੀਗੇ ਧਵਜਵਾਹਕ ਓਪਨਿੰਗ ਸੈਰੇਮਨੀ ਦੇ ਵਿੱਚ। ਤੇ ਕਲੋਜ਼ਿੰਗ ਸੈਰੇਮਨੀ ਦੇ ਵਿੱਚ ਸੀਗਾ ਬਈ ਬਜਰੰਗ ਪੁਨੀਆ। ਜਦੋਂ 올림픽 ਖਤਮ ਹੋਇਆ ਤਾਂ ਕਲੋਜ਼ਿੰਗ ਸੈਰੇਮਨੀ ਦੇ ਵਿੱਚ ਬਜਰੰਗ ਪੁਨੀਆ ਸੀਗਾ। ਇੰਡੀਆ ਦਾ ਰੈਂਕ ਆਇਆ 48ਵਾਂ, ਮੋਸਟ ਇੰਪੋਰਟੈਂਟ ਹੈ, ਇੰਡੀਆ ਦਾ ਰੈਂਕ ਕਿਹੜਾ ਆਇਆ 48ਵਾਂ। ਪਹਿਲੇ ਨੰਬਰ ਤੇ ਕੌਣ ਸੀਗਾ? ਪਹਿਲੇ ਨੰਬਰ ਤੇ ਅਮਰੀਕਾ, ਦੂਜੇ ਤੇ ਚਾਈਨਾ, ਤੀਜੇ ਤੇ ਜਾਪਾਨ, ਤੇ 48ਵੇਂ ਤੇ ਇੰਡੀਆ ਸੀਗਾ ਬਈ, ਯਾਦ ਰੱਖਣਾ ਹੈ, ਠੀਕ ਹੈ। ਇੰਡੀਆ ਦੇ 7 ਮੈਡਲ ਸੀਗੇ, ਮੈਂ ਤੁਹਾਨੂੰ ਦੱਸਿਆ 7 ਮੈਡਲ, 1 2 का 4 है ना। ਤਾਂ ਇੱਕ 골ਡ ਹੋ ਗਿਆ, 2 ਸਿਲਵਰ ਹੋ ਗਏ, 4 ਬ੍ਰੌਂਜ਼ ਹੋ ਗਏ। ਥੀਮ ਸੌਂਗ ਸੀਗਾ ਲਕਸ਼ ਤੇਰਾ ਸਾਹਮਣੇ ਹੈ। ਕਿਹਨੇ ਗਾਇਆ? ਮੋਹਿਤ ਚੌਹਾਨ ਨੇ ਗਾਇਆ ਸੀਗਾ। ਬਾਲੀਵੁੱਡ ਦੇ ਸਿੰਗਰ ਹੈਗੇ ਮੋਹਿਤ ਚੌਹਾਨ, ਉਹਨਾਂ ਨੇ ਗਾਇਆ ਸੀ ਥੀਮ ਸੌਂਗ। ਇਹ ਕੁਐਸਚਨ ਆ ਚੁੱਕਿਆ ਪਹਿਲਾਂ ਪੇਪਰ ਦੇ ਵਿੱਚ, ਠੀਕ ਹੈ। ਇਹ ਸਲਾਈਡ ਤੁਹਾਡੇ ਵਾਸਤੇ ਹੈਗੀ ਆ ਬਈ, ਜੇ ਤੁਸੀਂ ਚਾਹੁੰਦੇ ਹੋ ਹੋਰ ਡਿਟੇਲ। ਵੈਸੇ ਤਾਂ ਮੈਂ ਤੁਹਾਨੂੰ ਦੱਸਤਾ ਕਿ 7 ਮੈਡਲ ਆਪਣੇ ਕਿਹੜੇ ਕਿਹੜੇ ਆਏ ਆ, ਬਟ ਆ ਚੱਕੋ, ਇਹਦੇ ਤੋਂ ਵੀ ਆਪਾਂ ਸਲਾਈਡ ਤੋਂ ਕੁਐਸਚਨ ਕੱਢ ਸਕਦੇ ਆ। ਦੇਖੋ 골ਡ ਆਇਆ ਨੀਰਜ ਚੋਪੜਾ ਦਾ ਐਥਲੈਟਿਕਸ ਗੇਮ, ਠੀਕ ਹੈ, 7 ਅਗਸਤ ਨੂੰ ਉਹਨੇ ਜਿੱਤਿਆ। ਕੋਈ ਡੇਟ ਯਾਦ ਰੱਖਣ ਦੀ ਲੋੜ ਨਹੀਂ, ਯਾਦ ਆਪਾਂ ਨੇ ਕੀ ਰੱਖਣਾ, ਸਭ ਤੋਂ ਪਹਿਲਾਂ ਕਿਹਨੇ ਮੈਡਲ ਜਿੱਤਿਆ ਸੀ। ਤਾਂ ਆਹ ਦੇਖੋ ਜੁਲਾਈ ਦੇ ਵਿੱਚ ਮੈਡਲ ਆ ਚੁੱਕਿਆ ਸੀ ਮੀਰਾਬਾਈ ਚਾਨੂ ਦਾ। ਮੋਸਟ ਇੰਪੋਰਟੈਂਟ ਹੈ, ਮੋਸਟ ਇੰਪੋਰਟੈਂਟ। 2020 ਦੇ 올림픽 ਦੇ ਵਿੱਚ ਇੰਡੀਆ ਦਾ ਸਭ ਤੋਂ ਪਹਿਲਾ ਮੈਡਲ ਕਿਹਨੇ ਜਿੱਤਿਆ? ਮੀਰਾਬਾਈ ਚਾਨੂ ਨੇ। ਫਸਟ ਮੈਡਲ ਉਹਨੇ ਜਿੱਤਿਆ ਸੀ, ਯਾਦ ਰੱਖਣਾ ਹੈ। ਸਿਲਵਰ ਉਹਨੇ ਜਿੱਤਿਆ। ਬਾਕੀ ਤਾਂ ਸਾਰਾ ਕੁਝ ਆਪਾਂ ਨੇ ਪੜ੍ਹ ਲਿਆ, weight lifting ਗੇਮ ਹੈ। ਹਾਂ, ਜੇ ਤੁਸੀਂ ਯਾਦ ਰੱਖਣਾ ਚਾਹੁੰਦੇ ਹੋ ਤਾਂ ਇਹ ਕੁਐਸਚਨ ਆ ਜਾਂਦਾ ਹੈ ਸੈਂਟਰ ਦੇ ਐਗਜ਼ਾਮ ਦੇ ਵਿੱਚ। ਮੈਂ ਦੇਖਿਆ ਪੰਜਾਬ ਦੇ ਐਗਜ਼ਾਮ ਦੇ ਵਿੱਚ ਇਹਨਾਂ ਲੈਵਲ ਪੇਪਰਾਂ ਦਾ ਨਹੀਂ ਹੁੰਦਾ, ਬਟ ਫਿਰ ਵੀ ਚਲੋ ਤੁਸੀਂ ਯਾਦ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ। ਉਹਦੀ ਕੈਟਾਗਰੀ 49 kg ਵਾਲੀ ਹੈਗੀ ਹੈ। ਬਾਕੀ ਇਹ ਤਾਂ ਆਪਾਂ ਦੇਖ ਹੀ ਚੁੱਕੇ ਆ। ਆਪਣੀ ਹਾਕੀ ਟੀਮ ਦਾ ਕੈਪਟਨ ਕੌਣ ਹੈ? ਮਨਪ੍ਰੀਤ ਸਿੰਘ ਸੀਗੇ ਕੈਪਟਨ, ਠੀਕ ਹੈ, ਜਿਹਨੇ ਬ੍ਰੌਂਜ਼ ਜਿੱਤਿਆ 41 ਸਾਲਾਂ ਬਾਅਦ ਆਪਣਾ ਕੋਈ ਮੈਡਲ ਆਇਆ 올림픽 ਦੇ ਵਿੱਚ, ਠੀਕ ਹੈ। ਤਾਂ ਇਹ ਸਲਾਈਡ ਉਹ ਹੈਗੀ ਆ, ਆਪਾਂ ਨੇ ਪਹਿਲਾਂ ਕਰੀ ਚੁੱਕੇ ਇਹਨੂੰ ਡਿਸਕਸ, ਠੀਕ ਹੈ। ਅੱਛਾ, ਇੰਡੀਆ ਦੀ ਟੀਮ ਨੇ ਤਾਂ ਹਾਕੀ ਦੇ ਵਿੱਚ ਬ੍ਰੌਂਜ਼ ਜਿੱਤਿਆ, ਕੋਈ ਗੱਲ ਨਹੀਂ। 골ਡ ਕਿਹਨੇ ਜਿੱਤਿਆ ਹੈ ਨਾ? ਇੰਡੀਆ ਦੀ ਟੀਮ ਨੇ ਤਾਂ ਹਾਕੀ ਨੇ ਆਪਣਾ ਬ੍ਰੌਂਜ਼ ਜਿੱਤਿਆ, ਤਾਂ 골ਡ ਕਿਹਨੇ ਜਿੱਤਿਆ ਇਹ ਤੁਸੀਂ ਮੈਨੂੰ ਦੱਸੋਗੇ, ਠੀਕ ਹੈ। 골ਡ ਮੈਡਲ ਕਿਹਨੇ ਜਿੱਤਿਆ? ਬਾਕੀ ਇੰਡੀਆ ਨੇ ਹਰਾਇਆ ਸੀਗਾ ਬ੍ਰਿਟੇਨ ਨੂੰ। ਇੰਡੀਆ ਨੇ ਕਿਹਨੂੰ ਹਰਾਇਆ ਸੀ? ਬ੍ਰਿਟੇਨ ਨੂੰ ਹਰਾ ਕੇ ਤਦ ਆਪਾਂ ਨੇ ਕੀ ਹੈ ਇਹ ਜਿਹੜਾ ਬ੍ਰੌਂਜ਼ ਹੈ ਉਹ ਜਿੱਤਿਆ ਸੀ। 골ਡ ਮੈਡਲ ਕਿਹਨੇ ਜਿੱਤਿਆ ਹਾਕੀ ਦੇ ਵਿੱਚ ਇਹ ਤੁਸੀਂ ਮੈਨੂੰ ਦੱਸੋਗੇ, ਠੀਕ ਹੈ ਨਾ, ਇਹ ਤੁਸੀਂ ਮੈਨੂੰ ਦੱਸੋਗੇ, ਠੀਕ ਹੈ। ਬਾਕੀ ਚਲੋ ਹੋਰ ਦੇਖ ਲਓ ਇੰਡੀਆ ਦੇ ਬਾਰੇ ਹੋਰ ਕੁਐਸਚਨ। ਜਿਵੇਂ ਪੈਰਾਲੰਪਿਕ ਹੈ, ਪੈਰਾਲੰਪਿਕ ਦੇ ਵਿੱਚ ਆਪਣੇ ਬਹੁਤ ਮੈਡਲ ਆਏ ਆ, ਬਟ ਅਫਸੋਸ ਵਾਲੀ ਗੱਲ ਇਹ ਹੈ ਕਿ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਪੈਰਾਲੰਪਿਕ ਦੇ ਵਿੱਚ ਆਪਣੇ ਕਿੰਨੇ ਮੈਡਲ ਆਏ ਆ। ਪੈਰਾਲੰਪਿਕ ਤੁਹਾਨੂੰ ਪਤਾ ਹੈ ਨਾ, ਜਦੋਂ 올림픽 ਖਤਮ ਹੁੰਦੇ ਆ ਉਸ ਤੋਂ ਬਾਅਦ ਜਿਹੜੇ ਦਿਵਿਆਂਗ ਖਿਡਾਰੀ ਹੁੰਦੇ ਆ ਉਹ ਖੇਡਦੇ ਆ। ਪਹਿਲੀ ਵਾਰ 1960 ਦੇ ਵਿੱਚ ਸ਼ੁਰੂ ਹੋਈ ਸੀ ਰੋਮ, ਇਟਲੀ ਦੇ ਵਿੱਚ, ਤੇ ਇਸ ਵਾਰ ਜਿਹੜੇ ਪੈਰਾਲੰਪਿਕ ਹੋਏ ਆ ਉਹ 16ਵੇਂ ਸੀਗੇ ਬਈ,
ਕਦੋਂ ਤੋਂ ਸ਼ੁਰੂ ਹੋ ਗਏ ਸੀਗੇ 24 ਅਗਸਤ ਤੋਂ ਤੇ ਕਲੋਜ਼ ਕਦੋਂ ਹੋਏ ਆ 5 ਸਤੰਬਰ ਤੋਂ। ਕੋਈ ਲੋੜ ਨਹੀਂ ਹੈਗੀ ਯਾਦ ਰੱਖਣ ਦੀ। ਪਹਿਲਾ ਰੈਂਕ ਕਿਹਦਾ ਆ? ਚਾਈਨਾ ਦਾ ਆ। ਇੰਡੀਆ ਦਾ ਰੈਂਕ ਕਿਹੜਾ ਆ? 24ਵਾਂ। ਇਹ ਇੰਪੋਰਟੈਂਟ ਹੈ। ਇੰਡੀਆ ਦਾ ਰੈਂਕ ਕਿਹੜਾ ਆ? 24ਵਾਂ। ਤੇ ਨਾਰਮਲ 올림픽 ਦੇ ਵਿੱਚ ਇੰਡੀਆ ਦਾ ਰੈਂਕ ਆਇਆ ਸੀ 48ਵਾਂ। ਦੇਖੋ 7 ਮੈਡਲ ਉੱਥੇ ਆਏ ਆ, ਇਹ ਤਾਂ ਸਾਰਿਆਂ ਨੂੰ ਪਤਾ ਹੈ। ਇੱਥੇ ਮੈਡਲ 19 ਆ ਗਏ, ਨਹੀਂ ਪਤਾ ਕਿਸੇ ਨੂੰ। 5 ਆਪਾਂ ਨੇ 골ਡ ਜਿੱਤੇ ਆ, 8 ਸਿਲਵਰ ਜਿੱਤੇ ਆ, 6 ਬ੍ਰੌਂਜ ਜਿੱਤੇ ਆ, ਟੋਟਲ 19 ਮੈਡਲ ਆਪਣੇ ਪੈਰਾਲੰਪਿਕ ਦੇ ਵਿੱਚ ਆ ਗਏ। ਬਟ ਉਹਨਾਂ ਦਾ ਤੁਸੀਂ ਹਾਲ ਦੇਖ ਲਓ ਵਿਚਾਰੇ ਸਪੋਰਟਸਮੈਨ ਬਾਰੇ, ਕਿਸੇ ਨੂੰ ਨਹੀਂ ਪਤਾ ਹੁੰਦਾ, ਠੀਕ ਹੈ ਨਾ। ਜਿਹੜੇ ਪੈਰਾਲੰਪਿਕ ਖਿਡਾਰੀ ਹੁੰਦੇ ਆ ਤੁਹਾਨੂੰ ਪਤਾ ਵੀ ਨਹੀਂ ਹੋਣਾ ਕਿ 5 골ਡ ਮੈਡਲ ਕਿਹਨੇ ਜਿੱਤੇ ਆ। 1 골ਡ ਮੈਡਲ ਨੀਰਜ ਚੋਪੜਾ ਨੇ ਜਿੱਤਿਆ ਉਸ 올림픽 ਦੇ ਵਿੱਚ, ਸਾਰਿਆਂ ਨੂੰ ਪਤਾ, ਬਟ ਇੱਥੇ 5 ਆ ਗਏ, ਕਿਸੇ ਨੂੰ ਨਹੀਂ ਪਤਾ, ਠੀਕ ਹੈ। ਫਲੈਗ ਬੇਰੀਅਰ ਕੌਣ ਸੀਗਾ? ਧਵਜਵਾਹਕ ਓਪਨਿੰਗ ਸੈਰੇਮਨੀ ਦੇ ਵਿੱਚ ਟੇਕ ਚੰਦ, ਠੀਕ ਹੈ। ਇਹ ਵੀ ਭਾਲਾ ਫੇਕ ਖੇਡਦਾ ਹੈ ਗੇਮ, ਠੀਕ ਹੈ, ਤੇ ਸ਼ੋਟ ਪੁੱਟ ਫੇਕਦਾ। ਤੇ ਇਹ ਕਲੋਜ਼ਿੰਗ ਸੈਰੇਮਨੀ ਦੇ ਵਿੱਚ ਧਵਜਵਾਹਕ ਕੌਣ ਸੀਗੀ? ਅਵਨੀ ਲੇਖਾਰਾ, ਇਹ ਰਾਈਫਲ ਸ਼ੂਟਰ ਹੈ, ਠੀਕ ਹੈ। ਇਹ ਯਾਦ ਰੱਖਣਾ ਹੈ। ਬਾਕੀ ਇਹ ਲਿਸਟ ਤੁਹਾਡੇ ਕੋਲ ਹੈਗੀ ਆ, ਕਿੱਥੇ ਗਈ? ਇਹ ਲਿਸਟ ਤੁਹਾਡੇ ਕੋਲ ਹੈਗੀ ਆ ਬਈ, ਠੀਕ ਹੈ। ਇਹ ਲਿਸਟ ਹੈਗੀ ਆ। ਇਹ ਉਹ ਸਾਰੇ ਮੈਡਲ ਵਿਨਰ ਨੇ। 5 골ਡ ਕਿਹਨੇ ਜਿੱਤੇ ਆ, ਸਿਲਵਰ ਕਿਹਨੇ ਜਿੱਤੇ ਆ, ਤੇ ਬ੍ਰੌਂਜ ਕਿਹਨੇ ਜਿੱਤੇ ਆ, ਠੀਕ ਹੈ। ਇਹ ਉਹਨਾਂ ਦੀ ਸਪੋਰਟਸ ਕੈਟਾਗਰੀ ਹੈ। ਸਾਰੇ ਨਹੀਂ ਯਾਦ ਰੱਖਣੇ, ਬਹੁਤ ਔਖਾ ਕੰਮ ਹੈ ਤੇ ਨਾ ਇਹ ਯਾਦ ਹੁੰਦੇ, ਠੀਕ ਹੈ ਨਾ। ਆਪਾਂ ਨੇ ਮੇਨ ਕੀ ਹੈ, 골ਡ ਮੈਡਲ ਵਾਲੇ ਜਿਹੜੇ ਹੈਗੇ ਆ ਉਹਨਾਂ ਤੇ ਫੋਕਸ ਕਰਨਾ ਹੈ, ਤਾਂ ਕਿ ਜੇ ਤੁਹਾਨੂੰ ਕੁਐਸਚਨ ਆ ਜੇ, ਹਾਲਾਂਕਿ ਕੁਐਸਚਨ ਦਾ ਲੈਵਲ ਔਖਾ ਹੋਊਗਾ, ਬਟ ਜੇ ਤੁਹਾਨੂੰ ਆ ਜੇ ਤਾਂ ਤੁਸੀਂ ਕਰ ਸਕੋਗੇ। ਮੇਨ ਕੀ ਹੈ, ਇੱਕ ਤਾਂ ਅਵਨੀ ਲੇਖਾਰਾ ਬਾਰੇ ਯਾਦ ਰੱਖਣਾ ਹੈ, ਸੁਮਿਤ ਅੰਟਿਲ ਬਾਰੇ ਯਾਦ ਰੱਖਣਾ ਹੈ, ਮਨੀਸ਼ ਨਰਵਾਲ, ਪ੍ਰਮੋਦ ਭਾਗਵਤ ਤੇ ਕ੍ਰਿਸ਼ਨ ਨਾਗਰ। ਘੱਟੋ ਘੱਟ ਇਹ ਯਾਦ ਰੱਖ ਲਓ ਕਿ ਇਹ 5 ਬੰਦੇ ਹੈਗੇ ਵੇ ਜਿਨ੍ਹਾਂ ਨੇ ਮੈਡਲ ਜਿੱਤੇ ਆ। ਯਾਦ ਕੀ ਰੱਖਣਾ ਹੈ ਬਸ, ਇਹ ਯਾਦ ਰੱਖਣਾ ਹੈ ਇਹਨੇ ਕਿਹੜੇ ਮੈਡਲ ਜਿੱਤੇ, 골ਡ ਜਿੱਤੇ ਇਹਨਾਂ ਨੇ, ਠੀਕ ਹੈ। ਇੱਕ ਇਹਨਾਂ ਦੀ ਗੇਮ, ਅਵਨੀ ਕਿਹੜੀ ਗੇਮ ਖੇਲਦੀ ਹੈ? ਸ਼ੂਟਿੰਗ, ਸੁਮਿਤ ਐਥਲੈਟਿਕਸ, ਮਨੀਸ਼ ਨਰਵਾਲ ਸ਼ੂਟਿੰਗ, ਪ੍ਰਮੋਦ ਭਾਗਵਤ ਬੈਡਮਿੰਟਨ ਤੇ ਕ੍ਰਿਸ਼ਨ ਨਾਗਰ ਵੀ ਬੈਡਮਿੰਟਨ ਨਾਲ ਸੰਬੰਧਿਤ ਹੈ। ਇਹ ਕੁਛ ਕੁ ਯਾਦ ਰੱਖ ਲਿਓ, ਠੀਕ ਹੈ। ਸਾਰੇ ਨਹੀਂ ਮੈਂ ਕਹਿੰਦਾ ਯਾਦ ਰੱਖਣੇ, ਬਟ ਇਹ ਇੰਨਾ ਕੁ ਬਾਰੇ ਤਾਂ ਪਤਾ ਹੀ ਹੋਣਾ ਚਾਹੀਦਾ ਹੈ, ਠੀਕ ਹੈ। ਵੈਸੇ ਵੀ ਤੁਹਾਡੀ ਨੌਲੇਜ ਵਾਸਤੇ ਬਹੁਤ ਜ਼ਰੂਰੀ ਹੈ। ਤਾਂ ਇਹ ਤਾਂ 올림픽 ਸੀਗਾ ਵੀ ਸਾਰਾ ਦਾ ਸਾਰਾ, ਠੀਕ ਹੈ। ਨੈਕਸਟ ਵੀਡੀਓ ਆਪਾਂ ਪੜਾਂਗੇ ਖੇਲੋ ਇੰਡੀਆ ਗੇਮਸ ਦੇ ਉੱਤੇ, ਕਿਉਂਕਿ ਇਹ ਵੀ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਰਹਿੰਦੇ ਆ ਖੇਲੋ ਇੰਡੀਆ ਗੇਮਸ। ਤੇ ਕਾਫੀ ਹੁਣ ਤਾਂ ਮਤਲਬ ਇਹਦੇ ਵਿੱਚ ਅੰਡਰ 19, ਅੰਡਰ 21 ਇਹ ਕਰਤਾ, ਫਿਰ ਯੂਨੀਵਰਸਿਟੀ ਖੇਲੋ ਗੇਮਸ ਅਲੱਗ ਹੋਗੀ, ਸਕੂਲਸ ਅਲੱਗ ਹੋਗੀ। ਤਾਂ ਉਹ ਸਾਰੀ ਕੈਟਾਗਰੀਆਂ ਆਪਾਂ ਪੜਾਂਗੇ ਨੈਕਸਟ ਵੀਡੀਓ ਦੇ ਵਿੱਚ। ਬਾਕੀ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਹੈ ਇਹ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਕਿ ਇਹ ਸੀਰੀਜ਼ ਜਿਹੜੀ ਇਹ ਕੰਟੀਨਿਊ ਰਹਿਣ ਦੀ ਹੈ, ਠੀਕ ਹੈ। ਤੇ ਬਾਕੀ ਕੋਈ ਹੋਰ ਕੁਐਰੀ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, ਇਹ ਮੇਰਾ ਇੰਸਟਾਗ੍ਰਾਮ ਅਕਾਊਂਟ ਹੈ, ਜਾਂ ਤੁਸੀਂ ਪ੍ਰਤਾਪ ਅਕੈਡਮੀ ਦੇ ਅਕਾਊਂਟ ਤੇ ਕਰ ਸਕਦੇ ਹੋ, ਠੀਕ ਹੈ। ਤੇ ਐਂਡਰੋਇਡ ਐਪ ਡਾਊਨਲੋਡ ਕਰ ਲਿਓ ਬਈ ਸਾਰੇ, ਤੇ ਆਪਣੀ ਤਿਆਰੀ ਹੈ ਜਿਹੜੀ ਹੁਣ ਕੰਟੀਨਿਊ ਰੱਖੋ, ਕਿਉਂਕਿ ਅਪਰੋਕਸ 2 ਮਹੀਨੇ ਦਾ ਟਾਈਮ ਹੈ ਤੁਹਾਡੇ ਕੋਲ ਐਗਜ਼ਾਮ ਦਾ, ਠੀਕ ਹੈ। ਤਾਂ ਫਿਰ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।